ਤੇ ਸਾਰਿਆਂ ਵੱਲੋਂ ਪਹਿਲਾਂ ਤੁਹਾਡਾ ਸਵਾਗਤ ਆਪਣੇ ਦਰਸ਼ਕਾਂ ਦਾ ਤੇ ਆਪਾਂ ਸੁਸ਼ੀਲ ਨਾਲ ਜੋੜਿਆ ਉਹਨਾਂ ਦਾ ਵੀ ਸਵਾਗਤ ਕਰਾਂਗੇ। ਦਸਾਂਝ ਸਾਹਿਬ ਜੀ ਆਇਆਂ ਨੂੰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। बहुत शुक्रिया हरजीत गिल जी ते प्रोफैसर जगीर कालों जी, बहुत मेहरबानी। पंजाबी दुनिया टैलीविजन ते ਆਪਾਂ ਸਾਰੇ ਇਸ ਵਕਤ ਨਿਊਜ਼ ਸੈਗਮੈਂਟ ਦੇ ਵਿੱਚ ਆ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਜਿਹੜੇ ਵੀ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ ਜੀ। जी दसांझ साहब, सब तो पहला ਤਾਂ कोरोना ਦੀਆਂ ਖਬਰਾਂ ਨੇ ਧਿਆਨ ਖਿੱਚਿਆ ਹੋਇਆ ਔਰ ਲਗਾਤਾਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਭਾਰਤ ਤੋਂ ਉਹ ਡਰਾਉਣ ਵਾਲੀਆਂ ਨੇ। ਹਾਲਾਂਕਿ ਤੁਸੀਂ ਕਹਿੰਦੇ ਹੁੰਦੇ ਹੋ ਕਿ ਡਰ ਦਾ ਬਾਜ਼ਾਰ ਹੈ ਤੇ ਉਹ ਡਰ ਦਾ ਬਾਜ਼ਾਰ ਵਾਕਿਆ ਹੀ ਇਹਨਾਂ ਛਾ ਗਿਆ ਲੋਕਾਂ ਦੇ ਉੱਤੇ ਕਿ ਵਾਕਿਆ ਹੀ ਇਹ ਖੌਫ ਜਿਹੜਾ ਮੌਤ ਦਾ ਖੌਫ ਹੈ, ਪਰਿਵਾਰਾਂ 'ਚੋਂ ਆਪਣੇ ਪਿਆਰਿਆਂ ਨੂੰ ਗਵਾ ਲੈਣ ਦਾ ਖੌਫ ਹੈ ਤੇ ਜਿਸ ਤਰੀਕੇ ਨਾਲ ਮੌਤਾਂ ਹੁੰਦੀਆਂ ਨੇ ਔਰ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਉਹ ਦੇਖੀਆਂ ਨਹੀਂ ਜਾ ਰਹੀਆਂ ਤੇ ਕੰਟਰੋਲ ਜਿਹੜਾ ਉਹ ਸਰਕਾਰੀ ਪੱਧਰ ਤੇ ਅਜੇ ਕੋਈ ਏਡਾ ਜ਼ਿਆਦਾ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਨੇ ਕੋਈ ਤੋਂ ਸਬਕ ਸਿੱਖਿਆ। ਇਹ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਨਹੀਂ ਆ ਰਹੀਆਂ ਕਿ ਜਿਹੜੀ ਬਾਹਰਲੇ ਮੁਲਕਾਂ 'ਚੋਂ ਵੱਡੀ ਮਦਦ ਜਾ ਰਹੀ ਆ ਉਹਦੀ ਡਿਸਟ੍ਰੀਬਿਊਸ਼ਨ ਕਿਸ ਤਰੀਕੇ ਨਾਲ ਹੋ ਰਹੀ ਆ, ਕਿਸੇ ਤਰ੍ਹਾਂ ਦੀ ਕੋਈ ਜਵਾਬਦੇਹੀ ਜਿਹੜੀ ਸਰਕਾਰ ਦੀ ਉਹ ਨਹੀਂ ਹੋ ਰਹੀ ਤੇ ਨਾ ਹੀ ਸਰਕਾਰ ਕਿਸੇ ਨੂੰ ਦੱਸਣਾ ਚਾਹੁੰਦੀ ਆ। ਇੱਥੋਂ ਤੱਕ ਕਿ ਸੁਪਰੀਮ ਕੋਰਟ ਨੂੰ ਵੀ ਕੱਲ੍ਹ ਆਪਾਂ ਡਿਸਕਸ ਕੀਤਾ ਸੀ, ਉਹਨਾਂ ਕਹਿ ਦਿੱਤਾ ਕਿ ਤੁਸੀਂ ਫਜ਼ੂਲ ਜਿਹੜੀ ਦਖਲਅੰਦਾਜ਼ੀ ਕਰ ਰਹੇ ਹੋ ਇਹਦੇ ਨਾਲ ਸਾਡੇ ਕੰਮ 'ਚ ਰੁਕਾਵਟ ਪਏਗੀ। ਯਾਨੀ ਕਿ ਸੁਪਰੀਮ ਕੋਰਟ ਨੂੰ ਵੀ ਜਿਹੜੀ ਮੋਦੀ ਸਰਕਾਰ ਆ ਉਹ ਗੈਰ ਜ਼ਰੂਰੀ ਤੇ ਵਾਧੂ ਦਖਲ ਦੇਣ ਵਾਲਾ ਜਿਹੜਾ ਇੱਕ ਸੰਸਥਾ ਉਹ ਸਮਝਦੀ ਆ। ਸੋ ਇਹ ਜਿਹੜੇ ਹਾਲਾਤ ਬਣੇ ਹੋਏ ਇਹਦੇ ਬਾਰੇ ਪਹਿਲਾਂ ਤੁਸੀਂ ਸ਼ੁਰੂਆਤੀ ਕਮੈਂਟ ਦੇ ਦਿਓ ਤੇ ਫਿਰ ਆਪਾਂ ਆਪਣੀ ਗੱਲਬਾਤ ਅੱਗੇ ਜਾਰੀ ਰੱਖਦੇ ਹਾਂ। ਹਾਲਾਤ ਮੁੱਚੀ ਕਾਫੀ ਚਿੰਤਾਜਨਕ ਨੇ ਤੇ ਇੰਨੇ ਚਿੰਤਾਜਨਕ ਜਿਹੜੇ ਹਾਲਾਤ ਬਣੇ ਹੋਏ ਨੇ ਉਹਦੇ 'ਚ ਆਪਾਂ ਗੱਲ ਕਰ ਰਹੇ ਹਾਂ ਤਾਂ ਉਹ ਲਾਜ਼ਮੀ ਤੌਰ ਦੇ ਉੱਤੇ ਇਹ ਦਿਖਾਈ ਦੇ ਰਿਹਾ ਹੈ ਕਿ ਸਾਡਾ ਜਿਹੜਾ ਟੋਟਲ ਸਿਸਟਮ ਹੈ ਉਹਦੇ 'ਚ ਪੂਰੀ ਤਰ੍ਹਾਂ ਫੇਲਰ ਹੈ, ਪੂਰੀ ਨਾਕਾਮੀ ਦਿਖਾਈ ਦੇ ਰਹੀ ਹੈ। ਉਹਦਾ ਕਾਰਨ ਜਿਹੜਾ ਸਭ ਤੋਂ ਵੱਡਾ ਇਹ ਹੈ ਕਿ ਪਾਰਦਰਸ਼ਤਾ ਨਹੀਂ ਹੈ ਬਿਲਕੁਲ ਵੀ। ਹਾਲੇ ਵੀ ਇਸ ਦੌਰ ਦੇ ਵਿੱਚ ਵੀ ਜਦੋਂ ਐਡਾ ਵੱਡਾ ਸੰਕਟ ਦਾ ਦੌਰ ਹੈ, ਹਾਲੇ ਵੀ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਨੂੰ ਕਿਤੇ ਨਾ ਕਿਤੇ ਥੱਲੇ ਲਾਉਣ ਦੀਆਂ ਜਾਂ ਇੱਕ ਦੂਜੇ ਦੇ ਖਿਲਾਫ ਜਿਹੜਾ ਪੁੱਟਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ, ਜਿਹਦੇ ਕਰਕੇ ਜਿਹੜਾ ਇੱਕ ਸਾਂਝਾ ਜਿਹਾ ਇੱਕ ਕਿਸੇ ਸੰਕਟ ਦੇ ਨਾਲ ਮੁਹਾਜ ਬਣਨਾ ਹੁੰਦਾ ਉਹ ਨਹੀਂ ਬਣ ਪਾ ਰਿਹਾ। ਮੇਰਾ ਮੰਨਣਾ ਇਹ ਹੈ ਕਿ ਮੈਂ ਸ਼ਾਇਦ ਕੱਲ੍ਹ ਥੋੜ੍ਹੀ ਜਿਹੀ ਗੱਲ ਕੀਤੀ ਸੀ ਵੀ ਭਾਰਤ ਦੀ ਸਰਕਾਰ ਨੂੰ ਘੱਟੋ ਘੱਟ ਇਹ ਤਾਂ ਜ਼ਰੂਰ ਚਾਹੀਦਾ ਹੈ ਕਿ ਇਸ ਮਹਾ ਸੰਕਟ ਦੇ ਸਮੇਂ ਦੇ ਉੱਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਇੱਕ ਵਿਧੀ ਹੈ ਉਹ ਅਪਣਾਈ ਜਾਵੇ। ਪਰ ਉਹ ਅਪਣਾਉਣ ਦੀ ਥਾਂ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਸਾਰੀਆਂ ਚੀਜ਼ਾਂ ਇੱਥੇ ਪੋਲੀਟੀਸਾਈਜ਼ ਹੁੰਦੀਆਂ ਤੇ ਅਜੀਬ ਕਿਸਮ ਦਾ ਮਾਹੌਲ ਬਣਾ ਦਿੱਤਾ ਗਿਆ। ਚਾਹੇ ਉਹ ਵਿਦੇਸ਼ਾਂ ਤੋਂ ਆ ਰਹੀ ਮਦਦ ਹੋਵੇ, ਉਹਦੀ ਡਿਸਟ੍ਰੀਬਿਊਸ਼ਨ ਦਾ ਮਸਲਾ ਹੋਵੇ, ਚਾਹੇ ਆਪਣੇ ਘਰ ਦੇ ਵਿੱਚ ਜਿਹੜੇ ਹੋਰ ਏਡੇ ਵੱਡੇ ਸੰਕਟ ਦੇ ਦੌਰਾਨ ਜਿਹੜੀਆਂ ਜ਼ਰੂਰਤਾਂ ਨੇ, ਲੋੜਾਂ ਨੇ, ਉਹਨਾਂ ਨੂੰ ਪੂਰਾ ਕਰਨ ਦਾ ਮਸਲਾ ਹੋਵੇ, ਚਾਹੇ ਹਰ ਲੈਵਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਹੇਠਾਂ ਤੋਂ ਲੈ ਕੇ ਉੱਪਰ ਤੱਕ ਜਿਹੜੀ ਹੈ ਐਂ ਲੱਗਦਾ ਕਿ ਜਿਵੇਂ ਕਲੈਪਸ ਹੋ ਗਿਆ ਹੁੰਦਾ ਸਾਰਾ ਕੁਝ ਪਤਾ ਹੀ ਨਹੀਂ ਲੱਗ ਰਿਹਾ ਵੀ ਹੋਣਾ ਕੀ ਹੈ। ਕਈ ਵਾਰੀ ਮੈਂ ਕਹਿੰਦਾ ਹੁੰਦਾ ਕਿ ਮੇਰਾ ਰੱਬ ਦੇ ਵਿੱਚ ਵਿਸ਼ਵਾਸ ਤਾਂ ਹੈ ਨਹੀਂ, ਪਰ ਕਈ ਵਾਰੀ ਮੂੰਹ ਚੋਂ ਨਿਕਲਦਾ ਵੀ ਇਹ ਮੁਲਕ ਜਿਹੜਾ ਭਾਰਤ ਹੈ ਨਾ, ਐਂ ਲੱਗਦਾ ਵੀ ਰੱਬ ਦੇ ਆਸਰੇ ਹੀ ਚੱਲ ਰਿਹਾ, ਆਪੇ ਚੱਲੀ ਜਾਂਦਾ, ਚਲਾਉਣ ਵਾਲਾ ਤਾਂ ਕੋਈ ਹੈ ਨਹੀਂ। ਸਰਕਾਰ ਨਾਲ ਹੀ ਤਾਂ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਕਿਤੇ ਵੀ। ਸਟੇਟ ਗਵਰਨਮੈਂਟਸ ਦੇ ਵਿੱਚ ਵੀ ਇਹੀ ਕੁਝ ਦੇਖ ਰਹੇ ਅਸੀਂ ਤੇ ਨੈਸ਼ਨਲ ਗਵਰਨਮੈਂਟ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਇੱਕ ਕਿਸਮ ਦਾ ਭੱਜ ਚੁੱਕੀ ਹੈ ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਕਦੇ ਕਦੇ ਆ ਜਾਂਦੇ ਆ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਵਾਸਤੇ। ਪਿਛਲੇ ਕੁਝ ਦਿਨਾਂ 'ਚ ਉਹਨਾਂ ਨੇ ਲਗਭਗ 25 ਦੇ ਕਰੀਬ ਜਿਹੜੇ ਵੱਖ-ਵੱਖ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਬਸ ਸਿੰਪਲ ਜੀ ਜਾਣਕਾਰੀ ਲੈਣੀ ਆ ਵੀ ਕਿਵੇਂ ਤੁਸੀਂ ਸਾਰੀਆਂ ਚੀਜ਼ਾਂ ਦੇਖ ਰਹੇ ਹੋ, ਕਰ ਰਹੇ ਹੋ, ਪਰ ਕੋਈ ਨਵਾਂ ਪ੍ਰਬੰਧ ਕੀ ਆ ਸਾਡੇ ਕੋਲ, ਇਹਦੇ ਨਾਲ ਸਿੱਝਣਾ ਕਿਵੇਂ ਆ, ਸਾਡਾ ਜਿਹੜਾ ਰੋਡ ਮੈਪ ਕੀ ਆ, ਇੱਦਾਂ ਦਾ ਕੁਝ ਵੀ ਨਹੀਂ ਹੈ, ਜਿਹਦੇ ਕਰਕੇ ਚਿੰਤਾ ਵਧਣੀ ਲਾਜ਼ਮੀ ਹੈ ਤੇ ਉਹਦੇ ਨਾਲ ਫਿਰ ਡਰ ਤਾਂ ਫੈਲਦਾ ਹੀ ਹੈ। ਜਿਵੇਂ ਹੁਣ ਲਾਸ਼ਾਂ ਮਿਲ ਰਹੀਆਂ ਨੇ, ਕੱਲ੍ਹ ਤੁਸੀਂ ਜ਼ਿਕਰ ਕਰ ਰਹੇ ਸੀ, ਹੁਣ ਹੋਰ ਲਾਸ਼ਾਂ ਵੀ ਮਿਲ ਗਈਆਂ ਨੇ। ਯੂਪੀ ਵਾਲੇ ਗਾਜ਼ੀਪੁਰ ਏਰੀਏ 'ਚੋਂ 51-52 ਸ਼ਾਇਦ ਲਾਸ਼ਾਂ ਮਿਲੀਆਂ ਨੇ, ਤਾਜ਼ਾ ਖਬਰ ਸ਼ਾਇਦ ਮੈਂ ਦੇਖ ਰਿਹਾ ਸੀ ਹੁਣੇ। ਤੇ ਉਹਦਾ ਕੌਣ ਜ਼ਿੰਮੇਵਾਰ ਹੈ, ਕਿੱਥੋਂ ਲਾਸ਼ਾਂ ਆ ਰਹੀਆਂ ਨੇ, ਉਹ ਸਮੂਹਿਕ ਤੌਰ ਤੇ ਉਹਨਾਂ ਨੂੰ ਦਫਨਾਇਆ ਜਾ ਰਿਹਾ ਤੇ ਸਿਰਫ DNA ਵਗੈਰਾ ਜਿਹੜਾ ਉਹ ਲੈ ਲਿਆ ਗਿਆ ਤੇ ਇਹ ਨਹੀਂ ਪਤਾ ਉਹਨਾਂ ਦੀ ਪਛਾਣ ਕੀ ਆ। ਤੇ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਜ਼ਰੂਰ ਫਿਰ ਇੱਕ ਡਰ ਪੈਦਾ ਕਰਦੀਆਂ
ਤੇ ਉਹ ਡਰ ਪੈਦਾ ਕਰਨ ਦੇ ਵਿੱਚ ਕਿਹਦੀ ਕਿੰਨੀ ਭੂਮਿਕਾ ਆ, ਤੇ ਉਹ ਡਰ ਦਾ ਜਿਹੜਾ ਇਹ ਵਪਾਰ ਆ, ਇਹ ਡਰ ਦੇ ਵਪਾਰ ਦੇ ਨਾਲ ਕਿਹਨੂੰ ਕਿੰਨਾ ਲਾਭ ਹੁੰਦਾ ਹੈ, ਕਿਹਨੂੰ ਕਿੰਨਾ ਨੁਕਸਾਨ ਹੁੰਦਾ ਹੈ। ਹਾਲਤ ਇਹ ਆ ਵੀ ਕੱਲ ਮੈਂ 5 ਜਣਿਆਂ ਨੂੰ ਫੋਨ ਕੀਤਾ, ਮੈਂ ਕੋਈ ਜ਼ਰੂਰੀ ਕਿਸੇ ਦੀ ਇੰਟਰਵਿਊ ਕਰਨੀ ਸੀਗੀ, ਤੇ ਉਹ 5 ਜਣਿਆਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਅਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਤੇ ਸਾਡੇ ਬੱਚਿਆਂ ਨੇ ਸਾਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਆਪਣੇ ਘਰ ਤੁਹਾਨੂੰ ਮਿਲਣ ਕੋਈ ਆ ਨਹੀਂ ਸਕਦਾ। ਇੰਨਾ ਡਰ ਜਾਣੀ ਪੈਦਾ ਕਰ ਦਿੱਤਾ ਗਿਆ। ਜਿਹੜੀ ਇੱਕ ਸਾਜ਼ਿਸ਼ ਮੈਂ ਕਹਿੰਦਾ ਹੁੰਦਾ ਕਿ ਮਨੁੱਖ ਨੂੰ ਇਕੱਲਾ ਕਰਨ ਦੀ ਜਿਹੜੀ ਸਾਜ਼ਿਸ਼ ਹੈ, ਉਹਦੇ 'ਚ ਕਿਤੇ ਨਾ ਕਿਤੇ ਇਹਨਾਂ ਨੂੰ ਸਫਲਤਾ ਮਿਲ ਰਹੀ ਹੈ, ਤੇ ਬੰਦਾ ਟਿੜਕ ਰਿਹਾ, ਹੌਲੀ ਹੌਲੀ ਸਮਾਜ ਦੇ ਵਿੱਚੋਂ ਨਿਕਲ ਰਿਹਾ। ਤੇ ਇਸ ਸਥਿਤੀ ਦੇ ਵਿੱਚ ਇਹਦਾ ਮੁਕਾਬਲਾ ਕਿਵੇਂ ਕਰਨਾ ਹੈ, ਸਰਕਾਰ ਤਾਂ ਮੁਕਾਬਲਾ ਕਰਨ ਦੇ ਕਾਬਿਲ ਨਹੀਂ ਹੈ, ਬੇਬਸ ਵੀ ਨਜ਼ਰ ਆ ਰਹੀ ਹੈ, ਤੇ ਬਦਨੀਤੀ ਵੀ ਉਹਦੀ ਨਜ਼ਰ ਆ ਰਹੀ ਹੈ, ਜਿਹਦੇ ਕਰਕੇ ਇੰਨੀਆਂ ਬਦ ਇੰਤਜ਼ਾਮੀਆਂ। ਜੀ ਕਾਲੂ ਸਾਹਿਬ ਨੂੰ ਨਾਲ ਜੋੜਦੇ ਆ। ਕਾਲੂ ਸਾਹਿਬ, ਦੁਨੀਆ ਭਰ ਵਿੱਚ ਜਿੱਥੇ ਇੱਕ ਪਾਸੇ ਇਹ ਕੋਵਿਡ ਨੂੰ ਲੈ ਕੇ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ, ਆਪਾਂ ਭਾਰਤ ਬਾਰੇ ਗੱਲ ਕਰ ਰਹੇ ਹਾਂ, ਤੇ ਪੰਜਾਬ ਦੇ ਵਿੱਚ ਵੀ ਜਿਹੜੀ ਪੰਜਾਬ ਸਰਕਾਰ ਆ, ਮਤਲਬ ਇੱਦਾਂ ਲੱਗਦਾ ਕਿ ਸਰਕਾਰਾਂ ਕੋਈ ਦੂਰ ਦ੍ਰਿਸ਼ਟੀ ਹੈ ਹੀ ਨਹੀਂ, ਕੁਝ 2-4 ਮਹੀਨਿਆਂ ਤੱਕ ਵੀ ਨਹੀਂ ਸੋਚਦੀਆਂ, ਸਿਰਫ ਇੱਕ ਦਿਨ ਦਾ ਸੋਚਦੀਆਂ ਨੇ ਕਿ ਅੱਜ ਦਾ ਦਿਨ ਲੰਘ ਜਾਵੇ ਤੇ ਕੱਲ ਫਿਰ ਵੇਖਾਂਗੇ ਕੀ ਕਰਨਾ ਆ। ਇੱਕ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਵਿੱਚ ਜਿਹੜੇ ਮੁਲਾਜ਼ਮ ਸੀਗੇ ਭਰਤੀ ਹੋਏ, ਉਹਨਾਂ ਨੂੰ ਕੱਲ ਪਹਿਲਾਂ ਨੌਕਰੀ ਤੋਂ ਕੱਢਿਆ, ਤੇ ਫਿਰ ਪ੍ਰੈਸ਼ਰ ਵੇਖ ਕੇ ਉਹਨਾਂ ਨੂੰ ਇੱਕਦਮ ਵੀ ਹੜਤਾਲ ਤੇ ਚੱਲ ਗਏ। ਤੇ ਲੋਕਾਂ ਦਾ ਪ੍ਰੈਸ਼ਰ ਹੈ ਕਿ ਇੱਕ ਪਾਸੇ ਤੇ ਸਿਹਤ ਸੇਵਾਵਾਂ ਪਹਿਲਾਂ ਹੀ ਖਸਤਾ ਹਾਲਤ ਵਿੱਚ ਨੇ, ਤੇ ਮੁੜ ਕੇ ਉਹ ਆਰਡਰ ਵਾਪਸ ਵੀ ਲੈ ਲਿਆ, ਉਹਨਾਂ ਨੂੰ ਦੁਬਾਰਾ ਜੁਆਇਨ ਕਰਨ ਲਈ ਕਹਿ ਦਿੱਤਾ। ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਕੋਈ ਪਲਾਨਿੰਗ ਨਾਲ ਨਹੀਂ ਕੰਮ ਕਰ ਰਹੀਆਂ ਹੁੰਦੀਆਂ। ਐਂ ਲੱਗਦਾ ਹੈ ਕਿ ਜਿੱਦਾਂ ਇੱਕ ਇੱਕ ਦਿਨ ਕਰਕੇ ਡੰਗ ਟਪਾਓ ਕੰਮ ਜਿਹੜਾ ਉਹ ਕਰ ਰਹੇ ਨੇ। ਇਹਦੇ 'ਚ ਗਿੱਲ ਸਾਹਿਬ, ਤੁਹਾਨੂੰ ਯਾਦ ਹੋਣਾ ਕਿ ਜਦੋਂ ਪਿਛਲੇ ਸਾਲ ਕੋਵਿਡ ਦਾ ਜ਼ੋਰ ਪਿਆ ਸੀਗਾ, ਤਾਂ ਇਹ ਭਰਤੀ ਉਸ ਸਮੇਂ ਕੀਤੀ ਗਈ ਸੀਗੀ, ਔਰ ਇਹਨਾਂ ਨੂੰ ਪਿਛਲੇ ਸਾਲ ਦੇ ਅੰਤ ਦੇ ਲਾਗੇ ਜੇ ਆ ਕੇ ਤੇ ਹਟਾ ਦਿੱਤਾ ਗਿਆ, ਜਦੋਂ ਕਿ ਸਾਰੇ ਪਾਸਿਓਂ ਇਹ ਪੇਸ਼ੀਨਗੋਈ ਹੋ ਰਹੀ ਸੀਗੀ। ਇਹ ਚੇਤਾਵਨੀ ਦਿੱਤੀ ਜਾ ਰਹੀ ਸੀਗੀ ਕਿ 2021 ਦੇ ਵਿੱਚ ਜਿਹੜੀ ਦੂਸਰੀ ਤੀਸਰੀ ਲਹਿਰ ਜਿਹੜੀ ਹੈਗੀ ਆ ਉਹ ਆਉਣੀ ਆ। ਤੇ ਇਹ ਹੁਣ ਕਿੰਨੀ ਕੁ ਸਿਆਣਪ ਹੈਗੀ ਆ ਕਿ ਉਹਨਾਂ ਨੂੰ ਹਟਾ ਦਿੱਤਾ। ਫਿਰ ਇਹ ਪਹਿਲੀ ਗੱਲ ਤਾਂ ਇਹ ਗੈਰ ਵਾਜਬ ਆ ਵੀ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਕਿਉਂ ਹਟਾਇਆ ਹੈਗਾ। ਜੇ ਹਟਾਇਆ ਵੀ ਆ ਤੇ ਤੁਸੀਂ ਉਹਨਾਂ ਨੂੰ ਭਰਤੀ ਕਰੋ, ਉਹਨਾਂ ਦੇ ਥਾਂ ਹੋਰ ਨਾ। ਕਾਲ ਆ ਰਹੀ ਹੈ ਜੀ, ਕਾਲ ਆਪਾਂ ਇੱਕ ਲੈ ਲਈਏ ਜੀ, ਕਾਲ ਆਪਣੇ ਸਾਡੇ ਕਾਲਰ ਨਾਲ ਜੁੜ ਸਕਣ ਦੇ ਆਪਾਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਮੈਂ ਹੈਲੋ ਸਾਹਿਬ। ਹਾਂ, ਸਤਿ ਸ਼੍ਰੀ ਅਕਾਲ ਸਰ। ਤੁਸੀਂ ਸਾਡੇ ਨਾਲ ਸਿੱਧੀ ਗੱਲ ਕਰੋ ਜੀ, ਟੀਵੀ ਦੇ ਮੁਤਾਬਕ ਨਹੀਂ, ਤੁਸੀਂ ਸਾਡੇ ਨਾਲ ਸਿੱਧੇ ਟੈਲੀਫੋਨ ਤੇ ਜੁੜੇ ਹੋ, ਸਿੱਧੀ ਤਰ੍ਹਾਂ ਗੱਲ ਸਿੱਧਾ ਸਾਡੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਜੀ। ਹੈਲੋ, ਆਵਾਜ਼ ਉਹਨਾਂ ਦੀ ਆਈ ਨਹੀਂ, ਮੈਨੂੰ ਲੱਗਦਾ ਕੁਝ ਡਿਫਿਕਲਟੀ ਹੈ ਚੱਲ ਰਹੀ ਹੈ ਸਾਡੀ। ਸੋ ਆਪਾਂ ਕੰਟੀਨਿਊ ਕਰਦੇ ਹਾਂ ਕਾਲੂ ਸਾਹਿਬ। ਹਾਂਜੀ, ਤੇ ਉਹਨਾਂ ਨੂੰ ਭਰਤੀ ਕੀਤਾ ਸੀਗਾ, ਔਰ ਉਹਨਾਂ ਨੇ ਤੁਸੀਂ ਦੇਖੋ ਆਪਣੀ ਜਾਨ ਜਿਹੜੀ ਆ ਉਹ ਤਲੀ ਤੇ ਰੱਖ ਕੇ, ਜਦੋਂ ਬਹੁਤ ਖਤਰਾ ਸੀਗਾ ਉਹਨਾਂ ਨੇ ਡਿਊਟੀਆਂ ਦਿੱਤੀਆਂ, ਤੇ ਖਤਰਾ ਲੰਘਿਆ ਤਾਂ ਹੈ ਨਹੀਂ। ਇਹਨਾਂ ਨੂੰ ਇਹ ਆ ਵੀ ਇਹਨਾਂ ਨੂੰ ਕੱਢ ਕੇ ਤੇ ਪੈਸੇ ਬਚਾ ਲਓ। ਫਿਰ ਬਈ ਇਹਨਾਂ ਨੂੰ ਡੇਲੀ ਦੇ ਅਸੀਂ 3000 ਦਿੰਦੇ ਸੀਗੇ, ਹੁਣ 1000 ਤੇ ਬੰਦਾ ਰੱਖ ਲਓ। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਆ ਉਹ ਕਰਨ ਕਰਕੇ ਇਹ ਇੱਕ ਨਿੰਦਣਯੋਗ ਫੈਸਲਾ ਸੀਗਾ। ਤੇ ਦੂਜੇ ਬੰਨੇ ਇਹ ਆ ਬਈ ਇਹ ਜਾ ਕੇ ਹੁਣ ਕਿਸੇ ਧਾਰਮਿਕ ਸੰਸਥਾ ਦੇ ਤਰਲੇ ਕਰਨੇ ਜਾਂ ਕੋਈ ਹੋਰ ਡੇਰੇ ਜਿਹੜੇ ਆ ਉਹਨਾਂ ਦੇ ਤਰਲੇ ਕਰਨੇ, ਇਹ ਇਸ ਕਰਕੇ ਆ ਕਿਉਂਕਿ ਇਹਨਾਂ ਨੇ ਕੋਈ ਪ੍ਰਬੰਧ ਕੀਤਾ ਹੀ ਨਹੀਂ, ਬਲਕਿ ਸਗੋਂ ਜਿਹੜਾ ਕੱਲ ਵੀ ਆਪਾਂ ਗੱਲ ਕੀਤੀ ਸੀਗੀ, ਜਿਹੜਾ ਸਾਡਾ ਸਿਹਤ ਸਿਸਟਮ ਦਾ ਜਾਲ ਸੀਗਾ ਪਿੰਡਾਂ ਤੱਕ ਵਿਛਿਆ ਹੋਇਆ, ਉਹਨੂੰ ਇਹਨਾਂ ਨੇ ਆਪ ਜਿਹੜਾ ਉਹ ਤੋੜ ਦਿੱਤਾ। ਤੇ ਹੁਣ ਜਦੋਂ ਇੱਕਦਮ ਤਾਂ ਨਹੀਂ, ਇਹ ਜਿਹੜਾ ਖਤਰਾ ਆ ਇਹਦੀ ਤਾਂ ਚੇਤਾਵਨੀ ਪਹਿਲਾਂ ਹੀ ਦਿੱਤੀ ਜਾਂਦੀ ਸੀਗੀ। ਸੋ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਤੇ ਭਾਵੇਂ ਪੰਜਾਬ ਦੀ ਹੋਵੇ ਜਾਂ ਸੂਬਿਆਂ ਦੀ ਹੋਵੇ, ਉਹਨਾਂ ਚੋਂ ਤੁਸੀਂ ਗਿੱਲ ਸਾਹਿਬ ਕਹਿਣਾ ਵੀ ਇਹ ਕੇਰਲ ਦੀ ਗੱਲ ਹੀ ਕਰਦਾ, ਜਦੋਂ ਕਰਦਾ ਕੇਰਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਜੀ ਵੀ ਬਿਜਲੀ ਦੇ ਬਿੱਲ ਵੀ ਨਹੀਂ ਕੋਵਿਡ ਦੇ ਵਿੱਚ ਲੈਣੇ, ਪੋਸਟਪੋਨ ਕੀਤੇ ਜਾਂਦੇ ਆ, ਬੈਂਕਾਂ ਦੀਆਂ ਕਿਸ਼ਤਾਂ ਜਿਹੜੀਆਂ ਉਹ ਵੀ ਪੋਸਟਪੋਨ ਕੀਤੀਆਂ ਜਾਂਦੀਆਂ ਆ। ਇਹ ਆ ਸਰਕਾਰ ਜਿਹੜੀ ਲੋਕਾਂ ਬਾਰੇ ਸੋਚਦੀ ਆ, ਤੇ ਪੰਜਾਬ ਸਰਕਾਰ ਨੇ ਇਹਦੇ ਬਾਰੇ ਕੋਈ ਨਹੀਂ ਸੋਚਿਆ। ਇਹ ਸੁਸ਼ੀਲ ਹੁਣੀ ਉੱਥੇ ਨੇੜੇ ਰਹਿੰਦੇ ਆ, ਇਹਨਾਂ ਨੂੰ ਜ਼ਿਆਦਾ ਪਤਾ ਆ। ਉਹਨਾਂ ਨੂੰ ਕੇਵਲ ਤੇ ਕੇਵਲ ਆਪਣਾ ਫਿਕਰ ਆ, ਜਿਹੜੀ 2022 'ਚ ਚੋਣ ਹੋਣੀ ਆ ਉਹ ਕਿਵੇਂ ਜਿੱਤਣੀ ਆ ਇਹਦਾ ਫਿਕਰ ਆ।
ਲੋਕਾਂ ਦੀ ਜਾਨ ਦਾ, ਲੋਕਾਂ ਦੇ ਮਾਲ ਦਾ ਬਿਲਕੁਲ ਕੋਈ ਫਿਕਰ ਨਹੀਂ ਹੈ। ਔਰ ਇਹ ਉਹਨਾਂ ਦੀ ਗੱਲ ਜਿਹੜੀ ਆ ਕੋਈ ਵਾਜਬ ਨਹੀਂ ਹੈ, ਬਲਕਿ ਗੈਰ ਵਾਜਬ ਹੈ। ਜੀ ਬਿਲਕੁਲ। ਮੈਂ ਕਿਸਾਨ ਨਾਲ ਜੋੜਦਾ, ਕਿਸਾਨ ਸਾਹਿਬ ਇੱਕ ਤੇ ਮੁਲਾਜ਼ਮ ਉਹ ਸੀ ਜਿਹੜੇ ਪਿਛਲੇ ਸਾਲ ਜਦੋਂ ਕੋਵਿਡ ਦੀ ਆਮਦ ਹੋਈ ਸੀ ਤੇ ਟੈਂਪਰੇਰੀ ਦਿਹਾੜੀ ਦੇ ਜਿਹੜੇ ਡਾਕਟਰ ਨੂੰ 3000 ਤੇ ਬਾਕੀ ਜਿਹੜੇ ਪੈਰਾਮੈਡੀਕਲ ਸਟਾਫ ਨੂੰ 1000 ਦਿਹਾੜੀ ਤੇ ਰੱਖਿਆ ਸੀ, ਉਹ ਤਾਂ ਬੜੀ ਦੇਰ ਤੇ ਕੱਢ ਦਿੱਤੇ ਸੀਗੇ। ਥੋੜੀ ਜਿਹੀ ਸਾਡੀ ਖਬਰ ਨਾਲ ਕੱਢ ਹੋਈ। ਇੱਕ ਖਬਰ ਇਹ ਆ ਰਹੀ ਆ ਕਿ ਜਿਹੜੇ ਮੁਲਾਜ਼ਮ ਨੈਸ਼ਨਲ ਸਕੀਮ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਰੱਖੇ ਸੀ, ਉਹਨਾਂ ਨੂੰ ਅਜੇ ਕੱਲ ਹੀ ਜਾਂ ਪਰਸੋਂ ਹੀ ਉਹਨਾਂ ਨੂੰ ਜਿਹੜਾ ਨੌਕਰੀ ਤੋਂ ਛੁੱਟੀ ਕਰ ਦਿੱਤੀ ਗਈ ਸੀ। ਜਿਹੜੇ ਦੁਬਾਰਾ ਉਹਨਾਂ ਨੂੰ ਲਿਆ, ਮੈਂ ਉਸ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਜੀ ਸਾਹਿਬ। ਹਾਂਜੀ ਹਾਂਜੀ, ਦੁਬਾਰਾ ਫੇਰ ਤੋਂ ਜੁਆਇਨ ਕਰੋ, ਪਰ ਨਾਲ ਹੀ ਉਹਨੂੰ ਕਿਹਾ ਕਿ ਉਹਨਾਂ ਇੱਕ ਜੀ ਹਾਂਜੀ ਉਹਨਾਂ ਨੂੰ ਨਾਲ ਹੀ ਇਹ ਕਿਹਾ ਗਿਆ ਸੀ ਜਿਹੜੇ ਆਪਣੇ ਐਲਾਨਨਾਮਾ ਦਿਓ ਵੀ ਉਹਨੂੰ ਕਿਤੇ ਨਾ ਕਿਤੇ ਇੱਕ ਇਸ ਤਰੀਕੇ ਦੇ ਨਾਲ ਉਹਨੂੰ ਰੱਦ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ ਵੀ 11 ਮਈ ਜਿੱਦਾਂ ਅੱਜ 12 ਮਈ ਹੈ, ਅੱਜ ਵੀ ਜੇ ਤੁਸੀਂ ਹੜਤਾਲ ਤੇ ਗਏ ਤਾਂ ਤੁਹਾਡੇ ਕਰਤੇ ਜਾਣਗੇ ਵੀ ਤੁਹਾਡੀਆਂ ਸੇਵਾਵਾਂ ਖਤਮ ਹੋ ਜਾਣਗੀਆਂ। ਸੋ ਇਸ ਤਰ੍ਹਾਂ ਦੀ ਗੱਲ ਹੈ। ਮੈਨੂੰ ਇਹ ਲੱਗਦਾ ਕਰਦੇ ਸਮੇਂ ਥੋੜਾ ਉਹਨਾਂ ਦੀਆਂ ਕੁਝ ਕਿਸਮ ਦੀਆਂ ਮੰਗਾਂ ਨੇ, ਜਦੋਂ ਤੁਹਾਡੀ ਜ਼ਰੂਰਤ ਹੈ ਉਹਨਾਂ ਨੂੰ ਥੋੜਾ ਪੈਂਡਿੰਗ ਰੱਖ ਲੈਣਾ ਚਾਹੀਦਾ ਹੈ। ਇਹ ਬਿਲਕੁਲ ਮਾਮਲਾ ਵੱਖਰਾ ਆ। ਸੋ ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਇਸ ਫੀਲਡ ਦੇ ਵਿੱਚ ਕੋਈ ਵੀ ਹੈ, ਉਹਨਾਂ ਨੂੰ ਘੱਟੋ ਘੱਟ ਇਹ ਜ਼ਰੂਰ ਚਾਹੀਦਾ ਹੈ ਕਿ ਸੰਕਟ ਦੇ ਸਮੇਂ ਕੁਝ ਚੀਜ਼ਾਂ ਜਿਹੜੀਆਂ ਆ ਪੈਂਡਿੰਗ ਰੱਖ ਲੈਣੀਆਂ ਚਾਹੀਦੀਆਂ। ਇਹ ਲੜਾਈ ਬਾਅਦ 'ਚ ਵੀ ਲੜੀ ਜਾ ਸਕਦੀ ਹੈ, ਪਰ ਇਹ ਜੋ ਸੰਕਟ ਹੈ ਉਹਦੇ 'ਚ ਜਿੰਨੀ ਮਦਦ ਕੀਤੀ ਹੈ ਕੋਵਿਡ ਪੇਸ਼ੈਂਟਸ ਦੀ ਜਾਂ ਜਿਹੜੀ ਜ਼ਰੂਰੀ ਸੇਵਾ ਆ ਉਹ ਕਰਨ ਦੀ ਵੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਇਹ ਥੋੜਾ ਇਸ ਢੰਗ ਦੇ ਨਾਲ ਵੀ ਸੋਚਣ ਦੀ ਜ਼ਰੂਰਤ ਹੈ। ਜੀ ਸਾਹਿਬ। ਉਸ ਤੋਂ ਇਲਾਵਾ ਕਿਸਾਨ ਸਾਹਿਬ ਜਿਹੜੀ ਅਸੀਂ ਖਬਰ ਮੈਨੂੰ ਕਰ ਚੁੱਕੇ ਤੁਹਾਡੇ ਆਉਣ ਤੋਂ ਪਹਿਲਾਂ, ਮੈਂ ਤੇ ਕਾਲੋ ਸਾਹਿਬ ਜਿਹੜੀ ਭਾਰਤ ਦੇ ਵਿੱਚ ਵੱਡੀ ਪੱਧਰ ਤੇ ਐਸਟਰਾਜੈਨੇਕਾ ਮੈਡੀਸਿਨ ਪ੍ਰੋਡਿਊਸ ਕੀਤੀ ਜਾ ਰਹੀ ਆ, ਉਹਨੂੰ ਲੈ ਕੇ ਦੁਨੀਆ ਭਰ ਵਿੱਚ ਸ਼ੁਭੇ ਪਾਏ ਜਾ ਰਹੇ ਆ। ਔਰ ਲੋਕੀ ਜਿੱਦਾਂ ਕਾਲੋ ਸਾਹਿਬ ਨੇ ਦੱਸਿਆ ਕਿ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹ ਵੀ ਇੱਥੇ ਬਾਹਰਲੇ ਮੁਲਕਾਂ ਤੋਂ ਦਵਾਈ ਤੇ ਟਰਸਟ ਨਹੀਂ ਕਰ ਰਹੇ। ਤੇ ਹੁਣ ਸਾਡੇ ਵਾਟਰ ਸਟੇਟ ਦੇ ਲਈ ਕਾਫੀ 19-20 ਦੇ ਕਰੀਬ ਬਲੱਡ ਕਲੌਟਿੰਗ ਲਗਾਤਾਰ ਹੋਣ ਤੋਂ ਬਾਅਦ ਉਹਨਾਂ ਨੇ ਉਹ ਦਵਾਈ ਜਿਹੜੀ ਆ ਉਹਦੀ ਵਰਤੋਂ ਬੰਦ ਕਰ ਦਿੱਤੀ ਆ। ਕੈਨੇਡਾ ਵਿੱਚ ਇਹਦੇ ਨੂੰ ਲੈ ਕੇ ਕਾਫੀ ਸਾਰੇ ਜਿਹੜੇ ਸੂਬੇ ਆ ਉਹ ਪਾਏ ਜਾ ਰਹੇ ਸੀਗੇ। ਭਾਰਤ ਵਿੱਚ ਵੀ ਕਈ ਲੋਕ ਜਿਹੜੇ ਹੁਣ ਆਪਾਂ ਗੱਲਾਂ ਕਰਦੇ ਆ ਕੋਈ ਰਿਸ਼ਤੇਦਾਰਾਂ ਨੂੰ ਦੂਜਿਆਂ ਨਾਲ, ਤੇ ਇਦਾਂ ਦਾ ਲੱਗਦਾ ਹੈ ਕਿ ਲੋਕ ਡਰੇ ਹੋਏ ਨੇ ਨਾ ਸਿਰਫ ਕੋਵਿਡ ਤੋਂ, ਸਗੋਂ ਦਵਾਈ ਦੀ ਵਜ੍ਹਾ ਤੋਂ ਵੀ ਲੋਕ ਜਿਹੜੇ ਉਹ ਸੰਕੋਚ ਇਸ ਕਰਕੇ ਕਰ ਰਹੇ ਨੇ ਕਿ ਇਹਦਾ ਤਾਂ ਪਤਾ ਨਹੀਂ ਅਸਰ ਸਾਡੇ ਤੇ ਉਲਟਾ ਨਾ ਕਿਤੇ ਹੋ ਜਾਏ, ਜਾਂ ਜਿਹੜੇ ਕੋਈ ਲੋਕ ਨੇ ਕੋਈ ਡਾਇਬਟੀਜ਼ ਵਗੈਰਾ ਦੇ ਮਰੀਜ਼ ਨੇ ਜਾਂ ਕੁਝ ਹੋਰ ਇਸ ਤਰ੍ਹਾਂ ਕੋਈ ਨਿੱਕੀ ਮੋਟੀ ਪਹਿਲਾਂ ਬਿਮਾਰੀ ਉਹਨਾਂ ਨੂੰ, ਤੇ ਉਹਨਾਂ ਨੂੰ ਬੜਾ ਡਰਾਇਆ ਗਿਆ। ਕੁਝ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਸਾਈਟਸ ਨੇ ਜਾਂ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਨੇ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਦਵਾਈ ਨਾ ਲੈਣ। ਸੋ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਬੁਰਾ ਅਸਰ ਪੈ ਸਕਦਾ ਹੈ? ਦੇਖੋ ਜਿੱਦਾਂ ਦਾ ਸਮਾਂ ਚੱਲ ਰਿਹਾ ਉਹਦੇ ਵਿੱਚ ਕਿਤੇ ਵੀ ਕੋਈ ਵੀ ਦਵਾਈ ਦਾ ਰਿਐਕਸ਼ਨ ਜਿਹੜਾ ਆ ਹੋ ਸਕਦਾ ਆ, ਕਿਉਂਕਿ ਬੜੀ ਤੇਜ਼ੀ ਨਾਲ ਸਾਰੀਆਂ ਚੀਜ਼ਾਂ ਬਣ ਰਹੀਆਂ ਨੇ, ਆ ਰਹੀਆਂ ਨੇ, ਤੇ ਕਿਤੇ ਕਿਤੇ ਉਹ ਜਿਹੜੀਆਂ ਚੀਜ਼ਾਂ ਨੇ ਉਹਦੇ ਤੇ ਕਿਸ ਕਿਸਮ ਦੀ ਜਿਹੜੀ ਉਹਦੇ ਤੇ ਚੈਕਿੰਗ ਹੋਈ ਆ ਕਿ ਨਹੀਂ ਹੋਈ, ਉਹਦੇ ਇਸਤੇਮਾਲ ਕਰਨ ਵਾਸਤੇ ਕਿਹੜੇ ਨੋਰਮਸ ਜਿਹੜੇ ਯੂਜ਼ ਕੀਤੇ ਗਏ ਜਾਂ ਨਹੀਂ ਕੀਤੇ ਗਏ, ਇਦਾਂ ਦੇ ਖਤਰੇ ਵੀ ਬਣੇ ਹੋਏ ਆ ਤੇ ਖਦਸ਼ੇ ਵੀ ਲੋਕਾਂ ਦੇ ਵਿੱਚ ਹੈਗੇ ਆ। ਕੱਲਾ ਇਹ ਨਹੀਂ ਹੈ ਕਿ ਇੱਕ ਦਵਾਈ ਖਦਸ਼ੇ ਆ, ਓਵਰਆਲ ਵੈਕਸੀਨ ਦੇ ਉੱਤੇ ਵੀ ਖਦਸ਼ੇ ਆ। ਬਹੁਤ ਸਾਰੇ ਲੋਕ ਲਈ ਇਸ ਵੇਲੇ ਵੀ ਜਾਣ ਤੋਂ, ਕਿਉਂਕਿ ਕੁਝ ਘਟਨਾਵਾਂ ਜਦੋਂ ਵਾਪਰ ਜਾਂਦੀਆਂ ਇਹਨਾਂ ਦਿਨਾਂ ਦੇ ਵਿੱਚ, ਕੁਝ ਘਟਨਾਵਾਂ ਇਦਾਂ ਦੀਆਂ ਵੀ ਵਾਪਰੀਆਂ ਵੀ ਕੁਝ ਲੋਕਾਂ ਨੇ ਵੈਕਸੀਨ ਕਰਾਈ ਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਭਾਵੇਂ ਉਹ ਗਿਣਤੀ ਬਹੁਤ ਨਿਗੂਣੀ ਆ, ਘੱਟ ਹੈ, ਪਰ ਜਦੋਂ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ 'ਚ ਗੱਲਾਂ ਫੈਲਦੀਆਂ ਤੇ ਸਧਾਰਨ ਲੋਕਾਂ ਦੇ ਵਿੱਚ ਖਤਰਾ, ਇੱਕ ਡਰ ਉਹ ਫੈਲ ਜਾਂਦਾ। ਇਸ ਕਰਕੇ ਹੁਣ ਵੀ ਅਵੇਅਰਨੈਸ ਦੇ ਮਾਮਲੇ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਆ, ਵੈਸੇ ਵੈਕਸੀਨ ਦੀ ਬੜੀ ਘਾਟ ਹੈ ਤੇ ਵੈਕਸੀਨ ਦੇ ਵਿੱਚ ਵੈਕਸੀਨ ਲਗਾਉਣ ਜਿਹੜੇ ਲੋਕ ਜਾ ਰਹੇ ਆ ਉਹਨਾਂ ਨੂੰ ਬੜੀਆਂ ਲੰਮੀਆਂ ਲਾਈਨਾਂ 'ਚ ਵੀ ਲੱਗਣਾ ਪੈ ਰਿਹਾ। ਸਹੀ ਕਿਸਮ ਦੇ ਪ੍ਰਬੰਧ ਨਹੀਂ ਹੈ, ਨਾ ਸਰਕਾਰੀ ਪੱਧਰ ਦੇ ਉੱਤੇ ਹੈ, ਨਾ ਕੋਈ ਜਿਹੜੇ ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਾ ਕੇ ਇੱਦਾਂ ਦੀ ਵੈਕਸੀਨ ਜਿਹੜੀ ਕੀਤੀ ਜਾ ਰਹੀ ਹੈ ਉੱਥੇ ਵੀ ਪ੍ਰਬੰਧ ਕੋਈ ਬਹੁਤੇ ਵਧੀਆ ਨਹੀਂ ਹੈ। ਪਰ ਇੱਕ ਤਾਂ ਘਾਟ ਹੈ, ਦੂਜਾ ਲੋਕਾਂ ਦੇ ਵਿੱਚ ਜਾਗਰੂਕਤਾ ਨਹੀਂ ਹੈ, ਅਵੇਅਰਨੈਸ ਨਹੀਂ ਹੈ, ਤੀਜਾ ਇੰਤਜ਼ਾਮ ਵੀ ਜਿਹੜੇ ਆ ਉਹ ਸਹੀ ਤਰੀਕੇ ਨਾਲ ਨਹੀਂ ਕੀਤੇ ਗਏ। ਕਿਸੇ ਨੂੰ
ਸਹੀ ਤਰੀਕੇ ਦੇ ਨਾਲ ਬਹੁਤੀਆਂ ਗੱਲਾਂ ਦੱਸੀਆਂ ਹੀ ਨਹੀਂ ਜਾਂਦੀਆਂ ਵੀ ਇਹਦੇ ਰਿਐਕਸ਼ਨ ਕੀ ਹੋ ਸਕਦੇ ਆ, ਜਾਂ ਵੈਕਸੀਨ ਜਿਹੜਾ ਬੰਦਾ ਲਵਾਉਣ ਜਾ ਰਿਹਾ ਉਹ ਕਿਹੜਾ ਬੰਦਾ ਆ ਜਿਹੜਾ ਇਹਨੂੰ ਲਵਾ ਸਕਦਾ ਬਿਨਾਂ ਡਰ ਤੋਂ, ਬਿਨਾਂ ਭੈ ਤੋਂ, ਜਾਂ ਕਿਸੇ ਵਿਅਕਤੀ ਨੂੰ ਉਮਰਦਰਾਜ਼ ਵਿਅਕਤੀ ਹੈ ਉਹਨੂੰ ਕਿਹੜੀ ਕਿਹੜੀ ਬਿਮਾਰੀ ਹੈ, ਜਾਂ ਕਿਹੜੇ ਕਿਹੜੇ ਹਾਲਤਾਂ ਦੇ ਵਿੱਚ ਤੁਸੀਂ ਇਹ ਵੈਕਸੀਨ ਨਹੀਂ ਲਵਾਉਣੀ। ਇਦਾਂ ਦੀਆਂ ਗੱਲਾਂ ਵੀ ਜਿਹੜੀਆਂ ਕੈਂਪਿੰਗ ਦੇ ਵਿੱਚ ਨਹੀਂ ਦੱਸੀਆਂ ਜਾਂਦੀਆਂ, ਕੁਝ ਸਮਝ ਤੇ ਦੱਸੀਆਂ ਜਾਂਦੀਆਂ। ਬਹੁਤੇ ਜਿਹੜੇ ਵੈਕਸੀਨ ਲਵਾ ਕੇ ਆਏ ਨੇ, ਕੁਝ ਮਿੱਤਰ ਮਿਲੇ ਨੇ, ਕੁਝ ਦੋਸਤ ਜਿਹੜੇ ਆ ਉਹ ਦੱਸਦੇ ਨੇ, ਫੋਨ ਦੇ ਉੱਤੇ ਗੱਲ ਕਰਦੇ ਨੇ ਤਾਂ ਦੱਸਦੇ ਆ ਵੀ ਸਾਨੂੰ ਕਿਸੇ ਕਿਸਮ ਦੀ ਹਦਾਇਤ ਨਹੀਂ ਦਿੱਤੀ ਗਈ। ਤੇ ਇਹ ਜਿਹੜੇ ਕੁਝ ਲੈਕ ਆਫ ਇਨਫੋਰਮੇਸ਼ਨ ਹੈ, ਜਾਂ ਸਾਡੀ ਜਿਹੜੀ ਇੰਤਜ਼ਾਮ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈ, ਉਹਦੇ ਕਰਕੇ ਜਿਹੜੀ ਕੋਈ ਨਵੀਂ ਦਵਾਈ ਵੀ ਆਉਂਦੀ ਹੈ ਉਹਦੀ ਵਰਤੋਂ ਲਈ ਇੱਕ ਆਮ ਬੰਦਾ ਤਾਂ ਤਿਆਰ ਹੋਣਾ ਬਹੁਤ ਦੂਰ ਦੀ ਗੱਲ ਹੈ। ਸਰਕਾਰਾਂ 'ਚ ਬੈਠੇ ਲੋਕ ਵੀ, ਐਡਮਿਨਿਸਟ੍ਰੇਸ਼ਨ 'ਚ ਬੈਠੇ ਲੋਕ ਵੀ ਕਈ ਵਾਰੀ ਭਰਮ ਭੁਲੇਖੇ 'ਚ ਰਹਿੰਦੇ ਆ ਜੀ। ਕਾਲੂ ਸਾਹਿਬ, ਇੱਕ ਖਬਰ ਆ ਰਹੀ ਜੀ ਰਸ਼ੀਆ ਤੋਂ, ਉੱਥੇ ਸਕੂਲ ਦੇ ਵਿੱਚ ਦੋ ਛੋਟੀ ਉਮਰ ਦੇ ਹੀ ਸ਼ਾਇਦ ਉਹ ਸਟੂਡੈਂਟ ਹੀ ਹੋਣ, ਕੋਈ 19 ਸਾਲ ਦੇ, ਉਹਨਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਹੈ ਜਿਹਦੇ ਨਾਲ 13 ਸਕੂਲ ਦੇ ਬੱਚੇ ਜਾਂ ਕੁਝ ਲੋਕ ਮਾਰੇ ਗਏ ਨੇ। ਉਹਨਾਂ 'ਚੋਂ ਇੱਕ ਹਮਲਾਵਰ ਜਿਹੜਾ ਉਹ ਜਿੰਦਾ ਫੜਿਆ ਗਿਆ ਔਰ ਦੂਜਾ ਜਿਹੜਾ ਉਹ ਸਕੂਲ ਦੀ ਛੱਤ ਤੇ ਮੁਰਦਾ ਪਾਇਆ ਗਿਆ। ਇਸ ਤਰ੍ਹਾਂ ਦੀ ਖਬਰ ਆ ਰਹੀ ਆ। ਪਹਿਲਾਂ ਇਹ ਨਾਰਥ ਅਮਰੀਕਾ 'ਚ ਜਾਂ ਯੂਰਪ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸੀ, ਰਸ਼ੀਆ 'ਚ ਵੀ ਦੂਜੀ ਤੀਜੀ ਵੱਡੀ ਘਟਨਾ ਜਿਹੜੀ ਆ ਇਹ ਹੋ ਗਈ ਆ। ਇਹ ਮਾਨਸਿਕਤਾ ਜਿਹੜੀ ਆ ਇਹ ਸਮਝ ਤੋਂ ਬਾਹਰ ਆ। ਇਹ ਕੀ ਹੋ ਰਿਹਾ ਹੈ? ਕਿਹਾ ਜਾਂਦਾ ਹੈ ਕਿ ਰਸ਼ੀਆ ਵਿੱਚ ਵੀ ਜਿਹੜਾ ਐਕਸਟ੍ਰੀਮਿਜ਼ਮ ਹੈ ਉਹ ਕੁਝ ਇੱਕ ਜਿਹੜੀਆਂ ਸਟੇਟਾਂ ਨੇ ਉੱਥੇ ਜ਼ਿਆਦਾ ਫੈਲ ਰਿਹਾ, ਖਾਸ ਕਰਕੇ ਜਿਹੜੀਆਂ ਸਟੇਟਾਂ ਰਸ਼ੀਆ ਤੋਂ ਵੱਖ ਹੋਈਆਂ ਸੀ ਉਹਨਾਂ 'ਚ ਤੇ ਚੱਲ ਹੀ ਰਿਹਾ ਸੀ ਮੁਸਲਿਮ ਬਹੁਤ ਗਿਣਤੀ ਵਾਲੀਆਂ, ਪਰ ਹੁਣ ਰਸ਼ੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ। ਔਰ ਉੱਥੇ ਜਿਹੜੇ ਹਥਿਆਰ ਨੇ ਜਿਹਨੂੰ ਕਲਾਸ਼ਨੀਕੋਵ ਕਹਿੰਦੇ ਆ, ਅਸਾਲਟ ਰਾਈਫਲ ਨਾਲ ਜਾਣਿਆ ਜਾਂਦਾ, ਆਟੋਮੈਟਿਕ ਗਨਸ ਜਿਹੜੀਆਂ ਨੇ ਉਹ ਬਹੁਤ ਜਿਹੜੀਆਂ ਮਾਰੂ ਗਨਸ ਨੇ ਉੱਥੇ ਵੀ ਅਵੇਲੇਬਲ ਕਹਿੰਦੇ ਹੁੰਦੀਆਂ ਨੇ। ਹਾਲਾਂਕਿ ਸਰਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ। ਇਸ ਮਾਨਸਿਕਤਾ ਬਾਰੇ ਤੁਹਾਡੇ ਦੋਨਾਂ ਕੋਲ ਮੇਰਾ ਸਵਾਲ ਆ ਕਿ ਕੀ ਕਾਰਨ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਆ ਘਟਨਾਵਾਂ ਇਹਨਾਂ ਮੁਲਕਾਂ 'ਚ ਹੁੰਦੀਆਂ ਨੇ ਕਿ ਬਿਨਾਂ ਵਜ੍ਹਾ, ਜਦੋਂ ਤੁਹਾਡਾ ਕੋਈ ਦੁਸ਼ਮਣ ਵੀ ਨਹੀਂ ਆ ਸਾਹਮਣੇ, ਉਹਦੇ ਨਾਲ ਤੁਹਾਡੀ ਕੋਈ ਈਰਖਾ ਵੀ ਨਹੀਂ ਆ, ਤੇ ਤੁਸੀਂ ਬਿਨਾਂ ਵਜ੍ਹਾ ਜਾ ਕੇ ਉਹਨਾਂ ਤੇ ਕਿੱਦਾਂ ਫਾਇਰਿੰਗ ਕਰ ਸਕਦੇ ਹੋ? ਇਹ ਗਿੱਲ ਸਾਹਿਬ, ਇਹ ਹੋਣਾ ਹੀ ਸੀ, ਇਸੇ ਤਰ੍ਹਾਂ ਹੋਣਾ ਸੀਗਾ। ਉਹਦਾ ਕਾਰਨ ਇਹ ਆ ਕਿ ਜਦੋਂ ਸੋਵੀਅਤ ਸਿਸਟਮ ਟੁੱਟਿਆ ਜਾਂ ਗਰਬਾਚੋਵ ਰਾਹੀਂ ਉਹਨੂੰ ਤੋੜਿਆ ਗਿਆ, ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਣਾ ਕਿ ਜਿਹੜੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਥੋੜ੍ਹੀ ਦੇਰ ਪਹਿਲਾਂ ਹੀ ਸਾਬਕਾ ਹੋਏ ਆ, ਟਰੰਪ ਸਾਹਿਬ, ਉਹਨਾਂ ਦੀ ਪੂਤਨ ਸਾਹਿਬ ਨਾਲ ਦੋਸਤੀ ਦੇ ਚਰਚੇ ਜਿਹੜੇ ਆ ਉਹ ਆਮ ਹੁੰਦੇ ਰਹੇ ਆ, ਤੁਸੀਂ ਵੀ ਜਾਣਦੇ ਆ। ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਦਾ ਗਨ ਕਲਚਰ ਦਾ ਪ੍ਰਭਾਵ ਆ, ਇਹਦੇ 'ਚ ਜਿਹੜੀ ਸਾਈਕੋਲੋਜਿਸਟ ਮਹਿਸੂਸ ਕਰਦੇ ਆ ਉਹ ਇਹ ਆ ਕਿ ਇਹਨਾਂ ਲੋਕਾਂ ਦੇ ਸਾਹਮਣੇ ਜ਼ਿੰਦਗੀ ਦਾ ਕੋਈ ਆਦਰਸ਼ ਨਹੀਂ ਰਿਹਾ। ਮਤਲਬ ਜ਼ਿੰਦਗੀ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਇਹਨਾਂ ਨੂੰ ਨਹੀਂ ਸਿਖਾਈਆਂ ਗਈਆਂ। ਇਹ ਸਿਸਟਮ ਜਿਹੜਾ ਹੈਗਾ, ਜਿਹੜੇ ਗਨ ਪ੍ਰੋਡਿਊਸਿੰਗ ਇੰਡਸਟਰੀ ਹੈਗੀ ਆ ਅਮਰੀਕਾ ਦੀ, ਉਹ ਕਿਉਂਕਿ ਮੁਨਾਫਾ ਕਮਾਉਂਦੀ ਆ, ਮੁਨਾਫਾ ਕਮਾ ਕੇ ਉਹਨਾਂ ਦਾ ਕੰਮ ਆ ਵੀ ਉਹਨਾਂ ਨੇ ਮੁਨਾਫਾ ਕਮਾਉਣਾ, ਉਹਨਾਂ ਦਾ ਮਨੁੱਖੀ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ ਹੈ। ਤੇ ਹੁਣ ਕਿਉਂਕਿ ਇਹਦਾ ਜਿਹੜਾ ਇਸ ਕਿਸਮ ਦਾ ਜਿਹੜਾ ਕਲਚਰ ਹੈ, ਜਿਹੜਾ ਅਮਰੀਕਨ ਕਲਚਰ ਆ, ਉਹੀ ਕਲਚਰ ਜਿਹੜਾ ਆ ਉਹ ਹੁਣ ਰੂਸ ਦੇ ਵਿੱਚ ਵੀ ਪ੍ਰਵੇਸ਼ ਕਰ ਗਿਆ ਹੈਗਾ। ਜੇ ਪ੍ਰਧਾਨਾਂ ਦੀ ਦੋਸਤੀ ਹੋ ਸਕਦੀ ਹੈ ਤੇ ਹੇਠਲੇ ਪੱਧਰ ਦੇ ਉੱਤੇ ਲੋਕ ਵੀ ਇੱਕ ਦੂਜੇ ਕੋਲੋਂ ਸਿੱਖ ਸਕਦੇ ਆ, ਤੇ ਜਿਹੜੀ ਨੈਗੇਟਿਵ ਚੀਜ਼ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਛੇਤੀ ਸਿੱਖੀ ਜਾਂਦੀ ਆ। ਸੋ ਮੇਰਾ ਵਿਚਾਰ ਇਹ ਆ ਕਿ ਉਹਨਾਂ ਦੇ ਸਾਹਮਣੇ ਕੋਈ ਜ਼ਿੰਦਗੀ ਦਾ ਆਦਰਸ਼, ਕੋਈ ਮਨੁੱਖੀ ਕਦਰਾਂ ਕੀਮਤਾਂ ਨਾ ਰਹਿਣ ਕਰਕੇ, ਜਿਵੇਂ ਅਮਰੀਕਾ ਦੇ ਵਿੱਚ ਇੱਕ ਸ਼ੁਗਲ ਜਿਹਾ ਬਣ ਗਿਆ, ਬੰਦੇ ਨੂੰ ਮਾਰਨਾ ਇੱਕ ਸ਼ੁਗਲ ਬਣ ਗਿਆ। ਸੋ ਇਹ ਸ਼ੁਗਲ ਜਿਹੜਾ ਹੈਗਾ ਇਹ ਇਸ ਤਰੀਕੇ ਨਾਲ ਰੂਸ ਦੇ ਵਿੱਚ ਵੀ ਚਲਾ ਗਿਆ ਜੀ। ਰਸਾਲ ਸਾਹਿਬ, ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਜਿਵੇਂ ਕਾਲੂ ਸਾਹਿਬ ਨੇ ਦੱਸਿਆ ਹੀ ਆ ਕਿ ਮਾਨਸਿਕ ਤੌਰ ਤੇ ਲੋਕ ਜਿਹੜੇ ਆ ਕਾਫੀ ਅਪਸੈਟ ਨੇ ਇਹਨਾਂ ਮੁਲਕਾਂ 'ਚ, ਜਿਹਨੂੰ ਅਸੀਂ ਬੜੀ ਐਡਵਾਂਸ ਸੋਸਾਇਟੀ ਕਹਿੰਦੇ ਆ। ਹਾਲਾਂਕਿ ਰਸ਼ੀਆ ਬਾਰੇ ਤੇ ਕੁਝ ਹੋਰ ਤਰ੍ਹਾਂ ਦੀਆਂ ਕਿ ਉੱਥੇ ਡੈਮੋਕ੍ਰੇਸੀ ਨਹੀਂ ਆ। ਇਹ ਮੁਲਕ ਬੜੇ ਆਰਾਮ ਨਾਲ ਹੀ ਉਹਨਾਂ ਤੇ ਇਲਜ਼ਾਮ ਲਾ ਦਿੰਦੇ ਨੇ, ਰਸ਼ੀਆ ਤੇ ਚਾਈਨਾ ਤੇ, ਕਿ ਉੱਥੇ ਅਲੱਗ ਤਰ੍ਹਾਂ ਦਾ ਸਿਸਟਮ ਹੈ। ਇਸ ਕਰਕੇ ਉੱਥੇ ਕੁਝ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਹੜੀਆਂ ਲੋਕ ਜਿਹੜੀ ਵਿਰੋਧੀ ਹੁੰਦੀਆਂ ਨੇ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਇੱਥੇ ਯੂਰਪ 'ਚ ਤੇ ਨਾਰਥ ਅਮਰੀਕਾ 'ਚ ਵੀ ਕਾਫੀ ਹੁੰਦੀਆਂ ਨੇ। ਇਹਨਾਂ ਨੂੰ ਕੋਈ ਕੜੀ ਜੋੜ ਸਕਦੇ ਆ ਆਪਸ 'ਚ ਆਪਾਂ? ਗਿੱਲ ਸਾਹਿਬ, ਜਿਹੜੀ ਪ੍ਰੈਸ ਕਾਲੂ ਨੇ ਗੱਲਾਂ ਕੀਤੀਆਂ ਉਹ ਗੱਲਾਂ ਮੈਂ ਦੁਹਰਾਉਣੀਆਂ ਨਹੀਂ ਚਾਹੁੰਦਾ, ਪਰ ਉਹਦੇ 'ਚ ਜਿਹੜੀ ਇੱਕ ਗੱਲ ਬੜੀ ਇੰਪੋਰਟੈਂਟ ਹੈ, ਦੁਨੀਆ ਬਦਲ ਰਹੀ ਹੈ ਤੇ ਜਿਸ ਤੇਜ਼ੀ ਨਾਲ ਬਦਲ ਰਹੀ ਹੈ ਉਹਦੇ 'ਚ ਜਿਹੜਾ ਗਨ ਕਲਚਰ ਜਿਸ ਢੰਗ ਦੇ ਨਾਲ ਹਾਵੀ ਹੋ ਰਿਹਾ ਤੇ ਉਹਦੇ 'ਚ ਗਨ ਕਲਚਰ ਜਿਹੜਾ ਆ ਉਹਨੂੰ ਹਾਵੀ ਜੇ ਹੋ ਰਿਹਾ ਤੇ ਉਹਦੇ ਪਿੱਛੇ ਜਿਹੜੀਆਂ ਤਾਕਤਾਂ ਉਹਨਾਂ ਨੂੰ ਪਛਾਣਨ ਦੀ ਜ਼ਰੂਰਤ
ਕਿਉਂਕਿ ਇਹ ਬਹੁਤ ਵੱਡੇ ਪੱਧਰ ਤੇ ਉੱਤੇ ਵਪਾਰ ਹੈ ਇਹ, ਤੇ ਉਹਦਾ ਅਸਰ ਹੈ ਕਿ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਜਿੱਦਾਂ ਜ਼ਿਕਰ ਕਰ ਰਹੇ ਸੀ ਪ੍ਰੋਫੈਸਰ ਕਾਲੋ, ਕੋਈ ਵੀ ਬੰਦਾ ਕਿਤੋਂ ਵੀ ਕਿਸੇ ਵੇਲੇ ਵੀ ਹਥਿਆਰ ਖਰੀਦ ਸਕਦਾ, ਇੱਕ ਤੋਂ ਵੱਧ ਹਥਿਆਰ ਵੀ ਰੱਖ ਸਕਦਾ, ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਤੇ ਫਿਰ ਦੂਜੀ ਗੱਲ ਹੈ ਵੀ ਇਹਦੇ ਪਿੱਛੇ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਉਹ ਸਰਕਾਰਾਂ ਨੂੰ ਵੀ ਮਜਬੂਰ ਕਰ ਰਹੀਆਂ, ਕਿਉਂਕਿ ਉਹ ਲੌਬੀ ਬਹੁਤ ਵੱਡੀ ਹੈ। ਸਰਕਾਰਾਂ ਵੀ ਜਿਹੜੀਆਂ ਇਹ ਫੈਸਲਾ ਨਹੀਂ ਕਰ ਪਾਉਂਦੀਆਂ। ਪਿੱਛੇ ਕੋਸ਼ਿਸ਼ ਵੀ ਹੋਈ ਸੀ ਸ਼ਾਇਦ ਜਦੋਂ ਬਰਾਕ ਓਬਾਮਾ ਸਾਹਿਬ ਸੀ ਵੀ ਗਨ ਕਲਚਰ ਨੂੰ ਕਿਤੇ ਨਾ ਕਿਤੇ ਨੱਥ ਪਾਈ ਜਾਵੇ, ਪਰ ਗਨ ਲੌਬੀ ਜਿਹੜੀ ਹੈ ਹੋਣ ਨਹੀਂ ਦਿੰਦੀ ਤੇ ਸਰਕਾਰਾਂ ਤੇ ਪ੍ਰੈਸ਼ਰਾਈਜ਼ ਉਹਨਾਂ ਨੂੰ ਕਰਕੇ ਸਰਕਾਰਾਂ ਨੂੰ ਇਹਨੂੰ ਏਦਾਂ ਬਣਿਆ ਰਹਿਣ ਦਿੰਦੀ ਹੈ। ਤੇ ਹਰ ਬੰਦਾ ਅਮਰੀਕੀ, ਹਰ ਬੰਦਾ ਚਾਹੁੰਦਾ ਹੈ ਕਿ ਇਹਦਾ ਮਤਲਬ ਹਰ ਬੰਦਾ ਅਨਸੇਫ ਫੀਲ ਕਰਦਾ ਵੀ ਹਰ ਬੰਦਾ ਆਪਣੇ ਘਰ ਦੇ ਵਿੱਚ ਹਥਿਆਰ ਰੱਖਦਾ। ਇਹੀ ਕਲਚਰ ਦੁਨੀਆ ਦੇ ਵਿੱਚ ਵੀ ਫੈਲ ਰਿਹਾ, ਦੁਨੀਆ ਦੇ ਬਾਕੀ ਮੁਲਕਾਂ 'ਚ ਹੈ, ਕੱਲਾ ਰਸ਼ੀਆ ਨਹੀਂ, ਭਾਰਤ ਦੇ ਵਿੱਚ ਵੀ ਇਸ ਕਲਚਰ ਨੂੰ ਹਵਾ ਮਿਲ ਰਹੀ ਹੈ। ਸਾਡੇ ਪੰਜਾਬ ਦੇ ਵਿੱਚ ਮਤਲਬ ਇੱਕ ਸ਼ੌਕ ਜਿਹਾ ਪਾਲ ਲਿਆ ਲੋਕਾਂ ਨੇ, ਜਿਹੜੇ ਥੋੜੇ ਬਹੁਤ ਖਾਂਦੇ ਪੀਂਦੇ ਪਰਿਵਾਰ ਹੈ ਨਾ, ਹਰ ਬੰਦੇ ਆਪਣੇ ਕੋਲ ਕੋਈ ਨਾ ਕੋਈ ਗਨ ਰੱਖ ਰਿਹਾ ਇਸ ਵੇਲੇ, ਚਾਹੇ ਉਹ ਲਾਇਸੈਂਸੀ, ਬਹੁਤੀਆਂ ਲਾਇਸੈਂਸੀ ਹੈ ਵੈਸੇ ਸਾਡੇ ਇੱਥੇ, ਪਰ ਕੁਝ ਲੋਕ ਜਿਹੜੇ ਨਜਾਇਜ਼ ਅਸਲਾ ਵੀ ਇੱਥੇ ਰੱਖਦੇ ਆ। ਲੁਧਿਆਣੇ ਦੇ ਵਿੱਚ ਸ਼ਾਇਦ ਹੀ ਜਿਹੜਾ ਥੋੜਾ ਜਿਹਾ ਕਾਮਨ ਮੈਨ ਹੈ ਉਹ ਤੋਂ ਥੋੜਾ ਜਿਹਾ ਉੱਪਰਲੀ ਹੈਸੀਅਤ ਵਾਲਾ ਜਿਹੜਾ ਬੰਦਾ ਆ ਉਹ ਸ਼ਾਇਦ ਹੀ ਕੋਈ ਏਦਾਂ ਦਾ ਹੋਊਗਾ ਜਿਹਦੇ ਘਰ ਦੇ ਵਿੱਚ ਕੋਈ ਇੱਕ ਬੰਦੂਕ ਨਹੀਂ ਆ। ਕਈ ਘਰਾਂ ਦੇ ਵਿੱਚ ਤਾਂ ਮੈਂ ਦੇਖਿਆ 4-4 5-5 ਗੰਨਾਂ ਹੈਗੀਆਂ। ਸੋ ਇਹ ਸਾਰਾ ਕੁਝ ਸਾਡੇ ਪਿੰਡਾਂ ਦੇ ਵਿੱਚ ਜਿੱਦਾਂ ਵਿਆਹਾਂ ਬੂਹਾਂ ਦੇ ਵਿੱਚ ਬਹੁਤੇ ਮੈਰਿਜ ਪੈਲਸਾਂ ਦੇ ਵਿੱਚ ਕਈ ਵਾਰੀ ਗੋਲੀਆਂ ਚੱਲਦੀਆਂ ਰਹੀਆਂ, ਆਮ ਹੀ ਤੁਸੀਂ ਦੇਖਿਆ ਕੁਝ ਹਾਦਸੇ ਵੀ ਹੋਏ ਆ। ਸੋ ਇਹ ਸਾਰੀ ਦੁਨੀਆ ਦੇ ਵਿੱਚ ਫੈਲ ਰਿਹਾ ਤੇ ਇਹਦੇ ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਸਾਡਾ ਨਵਾਂ ਮੀਡੀਆ ਜਿਹੜਾ ਸੋ ਕਾਰਡ ਜਿਹਨੂੰ ਅਸੀਂ ਸੋਸ਼ਲ ਮੀਡੀਆ ਕਹਿੰਦੇ ਆ, ਜਿਹਦੇ ਚ ਸੋਸ਼ਲ ਕੁਝ ਨਹੀਂ ਹੈ। ਸੋਸ਼ਲ ਮੀਡੀਆ ਤੇ ਐਕਟਿਵ ਜਿਹੜੇ ਸਾਡੇ ਨਵੇਂ ਬੱਚੇ ਆ ਉਹ ਬਹੁਤ ਕੁਝ ਨੈਗੇਟਿਵ ਚੀਜ਼ਾਂ ਬੜੀ ਛੇਤੀ ਜਿਹੜੀ ਆ ਅਪਰੋਚ ਵੀ ਕਰਦੀਆਂ, ਉਹਨਾਂ ਨੂੰ ਅਟਰੈਕਟ ਵੀ ਕਰਦੀਆਂ ਤੇ ਬੜੀ ਛੇਤੀ ਉਹ ਜਜ਼ਬ ਵੀ ਕਰਦੇ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ। ਸੋ ਇਹ ਸਾਰਾ ਕੁਝ ਜੋ ਫੈਲ ਰਿਹਾ ਨੈਟ ਦਾ ਇੱਕ ਨਸ਼ਾ ਆ, ਮਤਲਬ ਇੱਕ ਨੈਟ ਜਿਹਦਾ ਡਰੱਗ ਹੁੰਦੀ ਹੈ, ਇਸ ਢੰਗ ਦੇ ਨਾਲ ਨੈਟ ਕੰਮ ਕਰਦਾ ਹੈ ਤੇ ਨਵਾਂ ਕਲਚਰ ਜਿਹੜਾ ਹੈ ਇਸ ਕਿਸਮ ਦਾ ਹਿੰਸਕ ਕਿਸਮ ਦਾ ਕਲਚਰ ਜਿਹੜਾ ਆ ਤੇ ਵਿਅਕਤੀ ਦਾ ਆਪਣੇ ਆਪ ਦੇ ਉੱਤੇ ਸਿਰਫ ਕੇਂਦਰਿਤ ਹੋ ਜਾਣਾ ਵੀ ਮੈਂ ਹੀ ਹਾਂ, ਬਸ ਮੈਂ ਹੀ ਹਾਂ, ਹੋਰ ਕੋਈ ਉਹਦੇ ਲਈ ਮਾਇਨੇ ਨਹੀਂ ਰੱਖਦਾ। ਤੇ ਜਿਹੜੀ ਚੀਜ਼ ਤੇ ਉਹਨਾਂ ਨੂੰ ਲੱਗਦਾ ਸੀ ਵੀ ਹਾਂ ਆਹ ਚੀਜ਼ ਮੇਰੀ ਆ, ਜੇ ਉਹਨੂੰ ਲੱਗਦਾ ਕਿ ਉਹਦੇ ਕੋਲ ਜਾ ਰਹੀ ਆ ਤੇ ਫਿਰ ਉਹਦੇ ਤੇ ਆਪਣੀ ਜਿਹੜੀ ਪੂਰੀ ਦੀ ਪੂਰੀ ਸਰਦਾਰੀ ਕਾਇਮ ਰੱਖਣ ਲਈ ਜਾਂ ਜਿਹੜੇ ਅੰਦਰ ਉਹਦੀ ਮੈਂ ਹੈ ਕਿ ਮੇਰੀ ਚੀਜ਼ ਕਿਤੇ ਹੋਰ ਪਾਸੇ ਕਿੱਦਾਂ ਜਾ ਸਕਦੀ ਹੈ, ਉੱਥੇ ਕਬਜ਼ੇ ਦੀ ਜਿਹੜੀ ਭਾਵਨਾ ਹੈ। ਸ਼ਾਇਦ ਮੈਨੂੰ ਲੱਗਦਾ ਰਸ਼ੀਆ ਦੀ ਘਟਨਾ ਦੇ ਪਿੱਛੇ ਵੀ ਕਬਜ਼ੇ ਦੀ ਭਾਵਨਾ ਕੰਮ ਕਰ ਰਹੀ ਸੀ। ਉਹਦੇ ਚੋਂ ਸ਼ਾਇਦ ਜਿਹੜੀ ਇੱਕ ਡੈਥ ਹੋਈ ਹੈ ਉੱਥੇ ਇੱਕ ਜਿਹੜਾ ਫਾਇਰਿੰਗ ਕਰਨ ਵਾਲਾ ਸੀ ਉਹਦੀ ਪ੍ਰੇਮਿਕਾ ਵੀ ਦੱਸੀ ਜਾ ਰਹੀ ਹੈ। ਸੋ ਇਹ ਕਬਜ਼ੇ ਦੀ ਭਾਵਨਾ ਵੀ ਇਹ ਦੁਨੀਆ ਭਰ ਦੇ ਵਿੱਚ ਗਨ ਕਲਚਰ ਤੇ ਗਨ ਲੌਬੀ ਜਿਹੜੀ ਕੰਮ ਕਰ ਰਹੀ ਹੈ। ਬੜੀ ਕਮਾਲ ਦੀ ਗੱਲ ਇਹ ਹੈ ਕਿ ਅਫੀਮ ਦਾ ਜਿਹੜਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ ਉਹ ਅਫਗਾਨਿਸਤਾਨ ਹੈ ਤੇ ਅਫੀਮ ਦੇ ਨਾਲ ਬਣਦੇ ਹੋਏ ਜਿਹੜੀ ਡਰੱਗ ਹੈ ਹੈਰੋਇਨ ਤੱਕ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਖਪਤ ਜਿਹੜੀ ਆ ਤੁਹਾਡੇ ਅਮਰੀਕਾ 'ਚ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਪ੍ਰੋਡਿਊਸ ਜਿਹੜਾ ਕਰਦਾ ਹਥਿਆਰ ਤੇ ਉਹ ਅਮਰੀਕਾ ਆ ਤੇ ਸਭ ਤੋਂ ਜ਼ਿਆਦਾ ਖਪਤ ਜਿਹੜੀ ਹੈ ਉਹ ਅਫਗਾਨਿਸਤਾਨ ਵਰਗੇ ਮੁਲਕਾਂ 'ਚ ਇਰਾਕ ਈਰਾਨ ਦੇ ਵਿੱਚ ਹੁੰਦੀ ਆਈ, ਆਪਾਂ ਦੇਖਿਆ ਅਰਬ ਕੰਟਰੀਆਂ 'ਚ ਹੁੰਦੀ ਆਈ ਹੈ ਤੇ ਬਾਕੀ ਘਰਾਂ ਤੱਕ ਪਹੁੰਚੀਆਂ ਹੋਈਆਂ ਬੰਦੂਕਾਂ ਵੀ ਇਸੇ ਪਾਸੇ ਸੰਕੇਤ ਕਰ ਰਹੀਆਂ ਵੀ ਇਹ ਕਲਚਰ ਇਸ ਕਰਕੇ ਹੈ ਵੀ ਦੁਨੀਆ ਤੇ ਇੱਕ ਵਪਾਰੀ ਬੈਠਾ ਹੈ ਜਿਹੜਾ ਇਸ ਦੁਨੀਆ ਨੂੰ ਇਸ ਢੰਗ ਨਾਲ ਚਲਾਉਣਾ ਚਾਹੁੰਦਾ ਹੈ ਤੇ ਇਹ ਢੰਗ ਕਿੰਨਾ ਖਤਰਨਾਕ ਹੈ ਕਿ ਕਦੋਂ ਕਿੱਥੇ ਕਿਹਨੇ ਕਿਹਨੂੰ ਮਾਰ ਦੇਣਾ ਕੁਝ ਪਤਾ ਨਹੀਂ ਲੱਗਦਾ। ਕਾਲੋ ਸਾਹਿਬ ਤੁਹਾਡੇ ਦੋਨਾਂ ਨਾਲ ਇੱਕ ਸਾਂਝੀ ਗੱਲ ਇਹਦੇ ਨਾਲ ਜੁੜਦੀ ਹੋਰ ਕਰ ਲੈਂਦੇ ਆ। ਮੈਂ ਜਦੋਂ ਭਾਰਤ ਵਿੱਚ ਹੁੰਦਾ ਸੀਗਾ ਤੇ ਕਾਫੀ ਸਾਰਾ ਫੀਲਡ ਵਿੱਚ ਸਾਡੀ ਜੌਬ ਹੁੰਦੀ ਹੈ ਤੇ ਜਾਣਾ ਪੈਂਦਾ ਸੀਗਾ ਕੁਝ ਬਾਰਡਰ ਬੈਲਟ ਦੇ ਉੱਤੇ ਪਿੰਡਾਂ 'ਚ ਜਾਂ ਆਮ ਤੌਰ ਤੇ ਵੀ ਸਾਡੇ ਸਾਰੇ ਪੰਜਾਬ ਦੇ ਪਿੰਡਾਂ 'ਚ ਜਦੋਂ ਮੈਂ ਦੇਖਦਾ ਸੀਗਾ ਕਿ ਮਿੰਨੀ ਬੱਸਾਂ ਦੇ ਵਿੱਚ ਲੋਕ ਤੂੜ ਕੇ ਭਰੇ ਹੋਏ ਆ ਔਰ ਕਿਸੇ ਦੇ ਚਿਹਰੇ ਤੇ ਕੋਈ ਰੌਣਕ ਜਾਂ ਜਿਹਨੂੰ ਨੂਰ ਸ਼ਬਦ ਵਰਤੇ ਉਹ ਨਹੀਂ ਸੀ ਹੁੰਦਾ। ਲੋਕ ਆਰਥਿਕ ਤੰਗੀਆਂ ਦੇ ਮਾਰੇ ਹੋਏ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹਮੇਸ਼ਾ ਸੋਚਾਂ 'ਚ ਰਹਿੰਦੇ ਸੀਗੇ ਤੇ ਇਸ ਕਰਕੇ ਹੀ ਸ਼ਾਇਦ ਆਰਥਿਕ ਤੰਗੀਆਂ ਤੋਂ ਸਤਾਏ ਹੋਏ ਸੀ ਦੌੜ ਕੇ ਪੱਛਮ ਵੱਲ ਨੂੰ ਭੱਜੇ ਕਿ ਸ਼ਾਇਦ ਸਾਡੇ ਇੱਥੇ ਆ ਕੇ ਕੁਝ ਸਾਹ ਸੌਖਾ ਹੋ ਜਾਏਗਾ। ਆਰਥਿਕ ਤੌਰ ਤੇ ਆਪਾਂ ਜ਼ਰੂਰ ਥੋੜੀ ਬਹੁਤੀ ਖੁਸ਼ਹਾਲੀ ਲੈ ਲਈ ਪਰ ਮਾਨਸਿਕ ਤੌਰ ਤੇ ਜਿਹੜਾ ਆ ਉਹ ਇੱਥੇ ਵੀ ਲੋਕ ਜਿਹੜੇ ਆ ਉਹ ਬੜਾ ਮਹਿਸੂਸ ਕਰਦੇ ਨੇ ਕਿ ਅਸੀਂ ਜਿਹੜਾ ਹੈਪੀਨੈਸ ਜਿਹੜਾ ਇੰਡੈਕਸ ਜਿੱਦਾਂ ਕਹਿੰਦੇ ਆ ਉਹ ਬਿਲਕੁਲ ਹੈ ਨਹੀਂ ਆ। ਹਰ ਵੇਲੇ ਵਿਅਕਤੀ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਆਪਾਂ ਚੁੱਕੇ ਹੋਏ ਕਰਜ਼ੇ ਨੇ ਮੌਰਗੇਜ ਆ ਉਹਨਾਂ ਤੋਂ ਅਸੀਂ ਟੈਨਸ਼ਨ ਵਿੱਚ ਨਾ ਕਿਸੇ ਨਾ ਕਿਤੇ ਰਹਿੰਦੇ ਆ ਕਿ ਔਰ ਲਗਾਤਾਰ ਸ਼ਿਫਟਾਂ ਲਾਉਂਦੇ ਰਹਿੰਦੇ ਆ। ਜਿਹੜੇ ਨਵੇਂ ਨੌਜਵਾਨ ਆ ਰਹੇ ਨੇ ਉਹਨਾਂ ਦੇ ਬਾਰੇ ਕੱਲ ਪਰਸੋਂ ਵੀ ਆਪਾਂ ਖਬਰ ਕੀਤੀ ਸੀ ਸਾਂਝੀ ਕਿ ਉਹਨਾਂ ਵਿੱਚ ਜਿਹੜੀ ਆ ਆਤਮਘਾਤ ਦੀ ਰੁਚੀ ਵੱਧ ਰਹੀ ਆ
ਪਰ ਕੁਝ ਇੱਕ ਜੰਗ ਬੱਚਿਆਂ ਨੂੰ ਵੀ ਹਾਰਟ ਅਟੈਕ ਦੀਆਂ ਪ੍ਰੋਬਲਮ ਆ ਰਹੀਆਂ। ਇੱਕ ਬੱਚੇ ਦੀ ਕੱਲ ਹੀ ਖਬਰ ਆ ਰਹੀ ਆ, ਸਾਡੇ ਇੱਥੇ ਨੇੜੇ ਸ਼ਹਿਰ ਐਬਸਫੋਰਡ ਵਿਖੇ ਉਹ ਬੱਚਾ ਰਾਤ ਨੂੰ ਕੰਮ ਤੋਂ ਆਇਆ, ਵਾਸ਼ਰੂਮ ਚਲਾਉਣ ਗਿਆ ਤੇ ਉਹਨੂੰ ਹਾਰਟ ਅਟੈਕ ਹੋ ਗਿਆ, ਜਿਹਦੀ ਉਮਰ ਸਿਰਫ 21 ਸਾਲ ਦੀ ਸੀਗੀ। ਇਹ ਜਿਹੜੀ ਸਟ੍ਰੈਸ ਭਰੀ ਜ਼ਿੰਦਗੀ ਹੈ ਇਹਨਾਂ ਮੁਲਕਾਂ ਦੀ, ਉਹ ਹੀ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਕਦੀ ਕਿਸੇ ਨੂੰ ਸੁਸਾਈਡ ਕਰਨ ਲਈ ਜਾਂ ਦੂਜਿਆਂ ਨੂੰ ਇਸ ਤਰ੍ਹਾਂ ਤੰਗ ਕਰਨ ਲਈ ਗੋਲੀਆਂ ਮਾਰ ਕੇ ਗੋਲੀਆਂ ਦਾ ਨਿਸ਼ਾਨਾ ਬਣਾਉਣ ਲਈ, ਜਾਂ ਖੁਦ ਆਪਣੇ ਆਪ ਤੇ ਸਾਰੇ ਦੁੱਖ ਸਹਿ ਕੇ ਤੇ ਮੁੜ ਕੇ ਉਹ ਇਸ ਤਰ੍ਹਾਂ ਦੀ ਜਿਹੜੀ ਮੌਤ ਹੋ ਜਾਣੀ ਆ, ਉਹ ਕਿਤੇ ਨਾ ਕਿਤੇ ਸਟ੍ਰੈਸ ਦਾ ਕਾਰਨ ਹੀ ਤੇ ਨਹੀਂ ਹੈ। ਜਿਹੜੀ ਤਾਂ ਜਨਰਲ ਸਟ੍ਰੈਸ ਹੈ ਨਾ ਜੀ, ਉਹ ਤਾਂ ਦੇਖੋ ਜਿਹੜਾ ਵੀ ਕੋਈ ਵੀ ਸਿਸਟਮ ਆਪਣੇ ਸ਼ਹਿਰੀਆਂ ਦੀ, ਨਾਗਰਿਕਾਂ ਦੀ ਰੋਟੀ ਰੋਜ਼ੀ ਦਾ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਨਹੀਂ ਕਰ ਸਕਦਾ। ਹਰ ਸਿਸਟਮ ਦੇ ਵਿੱਚ ਫਰਸਟ੍ਰੇਸ਼ਨ ਹੋਣੀ ਲਾਜ਼ਮੀ ਆ। ਔਰ ਕੈਪੀਟਲ ਸਿਸਟਮ ਜਿਹੜਾ ਹੈਗਾ, ਜਿਹੜਾ ਇਹਨਾਂ ਦੇਸ਼ਾਂ ਦੇ ਵਿੱਚ ਪ੍ਰੈਵਲੈਂਟ ਆ, ਉਹਦੇ ਵਿੱਚ ਕਿਉਂਕਿ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ, ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ। ਇਹ ਤਾਂ ਇੱਕ ਜਨਰਲ ਹੈ ਜੀ ਫਰਸਟ੍ਰੇਸ਼ਨ ਦਾ ਕਾਰਨ, ਜਿਹਦੇ ਵਿੱਚੋਂ ਸਟ੍ਰੈਸ ਨਿਕਲਦਾ। ਜਿਹੜੀ ਤੁਸੀਂ ਆਪਣੇ ਪੰਜਾਬੀ ਬੱਚਿਆਂ ਦੀ ਜਾਂ ਭਾਰਤੀ ਬੱਚਿਆਂ ਦੀ ਗੱਲ ਕਰਦੇ ਆ, ਇਹਨਾਂ ਦੇ ਵਿੱਚ ਗਿੱਲ ਸਾਹਿਬ ਮੁੱਖ ਕਾਰਨ ਇਹ ਆ ਕਿ ਥੋੜੇ ਜਿਹੇ ਤਾਂ ਉਹ ਆ ਕਿ ਜਿਨ੍ਹਾਂ ਨੇ 2 ਨੰਬਰ ਦਾ ਪੈਸਾ ਭਾਰਤ 'ਚ ਕਮਾ ਲਿਆ, ਜਿਨ੍ਹਾਂ ਦੇ ਕੋਲ ਇਸ ਕਿਸਮ ਦੇ ਧੰਦੇ ਆ, ਉਹ 2-4% 5% ਜਿਹੜੇ ਆ ਜੀ, ਉਹਨਾਂ ਨੂੰ ਤਾਂ ਕੋਈ ਸਮੱਸਿਆ ਨਹੀਂ ਹੈ। ਉਹਨਾਂ ਦੇ ਬੱਚੇ ਤਾਂ ਇੱਥੇ ਆਣ ਕੇ ਵੱਡੀਆਂ ਗੱਡੀਆਂ ਲੈ ਲੈਂਦੇ ਆ, ਨਵੀਆਂ ਗੱਡੀਆਂ ਲੈ ਲੈਂਦੇ ਆ, ਫਿਰ ਕਈ ਹੋਰ ਅਲਾਮਤਾਂ ਉਹਨਾਂ ਨੂੰ ਲੱਗ ਜਾਂਦੀਆਂ, ਕਈ ਡਰੱਗ 'ਚ ਵੀ ਫਸ ਜਾਂਦੇ ਆ। ਪਿੱਛੇ ਜੇ 8-8 ਜਣੇ ਜਿਹੜੇ ਆ ਜੀ, ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਉਹਦੇ 'ਚ 8 ਜਣੇ ਸੀਗੇ। ਸੋ ਇਸ ਤਰੀਕੇ ਨਾਲ ਉਹਨਾਂ ਦਾ ਹੁੰਦਾ। ਦੂਜੀ ਗੱਲ ਇਹ, ਜਿਹੜੇ ਆਮ ਘਰਾਂ ਦੇ ਬੱਚੇ ਹੈਗੇ ਆ, ਆਮ ਘਰਾਂ ਦੇ ਬੱਚੇ ਦਾ ਮਤਲਬ ਇਹ ਆ ਕਿ ਜਿਹੜੇ ਲੋਅਰ ਮਿਡਲ ਕਲਾਸ ਜਾਂ ਕਿਸਾਨੀ ਪਰਿਵਾਰ 'ਚੋਂ ਆਉਂਦੇ ਆ, ਉਹਨਾਂ ਦੇ ਮਾਪੇ ਉਹਨਾਂ ਨੂੰ ਉੱਥੋਂ ਕਰਜ਼ਾ ਲੈ ਕੇ 15-20 ਲੱਖ ਰੁਪਈਆ, ਘੱਟੋ ਘੱਟ 15 ਤੋਂ 25 ਲੱਖ ਰੁਪਈਆ ਜਿਹੜਾ ਉਹ ਇੱਕ ਵਿਦਿਆਰਥੀ ਨੂੰ ਲੈ ਕੇ ਆਉਣਾ ਪੈਂਦਾ ਆ। ਤੇ ਉਹ ਮਾਪੇ ਉਹਨੂੰ ਬੜੀ ਮੁਸ਼ਕਲ ਨਾਲ ਕੋਈ ਕਰਜ਼ਾ ਚੁੱਕਦਾ ਆ, ਕੋਈ ਜ਼ਮੀਨ ਗਹਿਣੇ ਧਰਦਾ ਆ, ਕੋਈ ਜ਼ਮੀਨ ਵੇਚਦਾ ਆ, ਕੋਈ ਜਾਇਦਾਦ ਵੇਚਦਾ ਆ, ਤੇ ਮਾਪੇ ਉਹਨੂੰ ਇੱਥੇ ਭੇਜਣ ਜੋਗਾ ਕਰ ਦਿੰਦੇ ਆ। ਤੇ ਨਾਲ ਦੀ ਨਾਲ ਉਹਨੂੰ ਕਹਿ ਦਿੰਦੇ ਆ ਵੀ ਪੁੱਤ ਗੱਲ ਇੱਦਾਂ ਆ, ਅਸੀਂ ਇਹੀ ਕਰ ਸਕਦੇ ਸੀਗੇ, ਇਹ ਕਰ ਦਿੱਤਾ, ਤੈਨੂੰ ਭੇਜ ਦਿੱਤਾ ਆ, ਤੇ ਤੂੰ ਹੁਣ ਆਪਣੀਆਂ ਫੀਸਾਂ ਦਾ ਪ੍ਰਬੰਧ ਵੀ ਕਰਨਾ ਆ। ਤੇ ਕਈ ਇਹ ਵੀ ਤਵੱਕੋ ਕਰਦੇ ਆ ਵੀ ਕੁਝ ਸਾਨੂੰ ਵੀ ਭੇਜੀ। ਸੋ ਉਹ ਜਿਹੜੇ ਬੱਚੇ ਇੱਥੇ ਆਉਂਦੇ ਹੈਗੇ ਆ, ਉਹਨਾਂ ਦੀ ਜਿਹੜੀ ਐਵਰੇਜ ਉਮਰ ਹੈਗੀ ਆ ਉਹ 20 ਸਾਲ ਦੇ ਕਰੀਬ ਆ, +2 ਕਰਕੇ ਜ਼ਿਆਦਾ ਆ ਜਾਂਦੇ ਆ। ਤੇ ਉਹ ਇੱਥੇ ਆ ਕੇ 15-15, 16-16 ਘੰਟੇ ਕੰਮ ਵੀ ਕਰਦੇ ਆ, ਆਪਣੀ ਪੜ੍ਹਾਈ ਵੀ ਕਰਦੇ ਆ। ਔਰ ਇਹ ਜਿਹੜਾ ਸਟ੍ਰੈਸ ਹੈਗਾ, ਉਹ ਮੈਂ ਸਮਝਦਾ ਬਈ ਉਹਨਾਂ ਨੂੰ ਇਸ ਗੱਲ ਲਈ ਮਜਬੂਰ ਕਰਦਾ, ਕੋਈ ਖੁਦਕਸ਼ੀ ਕਰਦਾ, ਕੋਈ ਡਰੱਗ 'ਚ ਪੈਂਦਾ, ਕੋਈ ਚੋਰੀ ਕਰਦਾ। ਸੋ ਮੇਰੀ ਤਾਂ ਇਹਦੇ ਬਾਰੇ ਇਹ ਰਾਏ ਹੈ ਜੀ। ਜੀ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ ਤੇ ਕਮੈਂਟ? ਦੇਖੋ, ਜਿਹੜੀਆਂ ਗੱਲਾਂ ਪ੍ਰੈਸ ਸਾਹਿਬ ਨੇ ਕੀਤੀਆਂ, ਇਹਨਾਂ ਗੱਲਾਂ ਦੀ ਜੜ ਦੇ ਵਿੱਚ ਜਿਹੜਾ ਨਾ, ਅਸਲ ਦੇ ਵਿੱਚ ਸਾਡਾ ਓਵਰਆਲ ਜਿਹੜਾ ਐਜੂਕੇਸ਼ਨ ਸਿਸਟਮ ਬੈਠਾ ਹੈ। ਸਾਡਾ ਐਜੂਕੇਸ਼ਨ ਸਿਸਟਮ ਕਿਸਮ ਦਾ ਹੈ ਕਿ ਉਹ ਕਿਤੇ ਵੀ ਰੁਜ਼ਗਾਰ ਨਾਲ ਨਹੀਂ ਜੁੜਿਆ ਹੋਇਆ। ਜੇ ਸਾਡਾ ਐਜੂਕੇਸ਼ਨ ਸਿਸਟਮ ਰੁਜ਼ਗਾਰ ਨਾਲ ਜੁੜਿਆ ਹੋਵੇ, ਮੈਂ ਭਾਰਤ ਦੇ ਹਵਾਲੇ ਨਾਲ ਗੱਲ ਕਰ ਰਿਹਾ, ਤੇ ਫਿਰ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਉਹ ਪ੍ਰੈਫਰ ਕਰੇਗਾ, ਬੱਚਾ ਜਿਹੜਾ ਆ ਉਹ ਪੜ੍ਹਨ ਤੋਂ ਬਾਅਦ ਜਦੋਂ ਰੁਜ਼ਗਾਰ ਉਡੀਕ ਕਰ ਰਿਹਾ ਹੋਵੇ, ਵੀ ਕਾਲਜ ਜਾਂ ਯੂਨੀਵਰਸਿਟੀ ਤੋਂ ਬਾਹਰ ਨਿਕਲ ਕੇ ਨੌਕਰੀ ਉਹਦੇ ਸਾਹਮਣੇ ਉਡੀਕ ਕਰ ਰਹੀ ਹੋਵੇ, ਤਾਂ ਲਾਜ਼ਮੀ ਤੌਰ ਤੇ ਉਹ ਆਪਣੇ ਮੁਲਕ ਨੂੰ, ਆਪਣੇ ਘਰ ਨੂੰ ਪ੍ਰੈਫਰ ਕਰੇਗਾ। ਪਰ ਕਿਉਂਕਿ ਸਾਡੇ ਜਿਹੜੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਬੇਰੁਜ਼ਗਾਰੀ ਦੇ ਕਾਰਖਾਨੇ ਬਣੇ ਹੋਏ ਆ, ਕਿਸੇ ਕਿਸਮ ਦੀ ਜਿਹੜੀ ਆ ਜੌਬ ਦੀ ਸਿਕਿਉਰਿਟੀ ਨਹੀਂ ਹੈ। ਇਸ ਕਰਕੇ ਜਿਹੜੇ ਬੱਚੇ ਵੀ ਤੇ ਬੱਚਿਆਂ ਦੇ ਪੇਰੈਂਟਸ ਵੀ ਇਹੀ ਸਮਝਦੇ ਆ ਕਿ ਜੇ ਇੱਥੇ ਸਿਕਿਉਰ ਹੀ ਨਹੀਂ ਆ ਸਾਡਾ ਫਿਊਚਰ ਜਿਹੜਾ ਸਾਡੇ ਬੱਚੇ ਦਾ, ਫਿਰ ਇੱਥੇ ਨੇ ਕੀ ਕਰਨਾ। ਫਿਰ ਔਖੇ ਸੌਖੇ ਹੋ ਕੇ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਜ਼ਿਕਰ ਕੀਤਾ ਪ੍ਰੋਫੈਸਰ ਜਗੀਰ ਕਾਹਲੋਂ ਨੇ। ਦੂਜੀ ਗੱਲ ਹੈ ਕਿ ਸਾਡੇ ਕੇਵਲ ਰੁਜ਼ਗਾਰ ਦਾ ਸੰਕਟ ਨਹੀਂ ਹੈ, ਜੇ ਸਿਕਿਉਰਿਟੀ ਦੀ ਇਸ਼ੂ ਤੇ ਗੱਲ ਕਰਨੀ ਹੋਵੇ ਤੇ ਕਿਸੇ ਵੀ ਪਾਸੋਂ ਜੀਵਨ ਹੀ ਸੁਰੱਖਿਅਤ ਨਹੀਂ ਹੈ ਭਾਰਤ ਦੇ ਵਿੱਚ। ਪੰਜਾਬ ਦੇ ਵਿੱਚ ਵੀ ਹਾਲਤ ਦੇਖ ਰਹੇ ਹਾਂ। ਜਿਸ ਮੁਲਕ ਦੇ ਵਿੱਚ, ਜਾਂ ਅਸੀਂ ਜੇ ਇਕੱਲੇ ਪੰਜਾਬ ਦੀ ਗੱਲ ਕਰੀਏ, ਤਾਂ ਔਸਤਨ ਰੋਜ਼ ਸਾਡੇ ਜਿਹੜੇ ਆ 15 ਦੇ ਕਰੀਬ ਲੋਕ ਜਿਹੜੇ ਆ ਸੜਕਾਂ ਤੇ ਜਾਨ ਆਪਣੀ ਗਵਾ ਦਿੰਦੇ ਆ। ਇੰਨੇ ਜ਼ਿਆਦਾ ਸੜਕ ਹਾਦਸੇ ਹੁੰਦੇ ਆ। ਤਾਂ ਓਵਰਆਲ ਵੀ ਨਾ ਜੌਬ ਦੀ ਸਿਕਿਉਰਿਟੀ ਹੈ, ਨਾ ਜੀਵਨ ਦੀ ਸਿਕਿਉਰਿਟੀ ਹੈ, ਨਾ ਸਮਾਜ ਦੇ ਵਿੱਚ ਇੱਜ਼ਤ ਜਾਂ ਸਮਾਜ ਦੇ ਵਿੱਚ ਇੱਕ ਰੁਤਬਾ ਜਾਂ ਇੱਕ ਜਿਹੜਾ
ਨਵਾਂ ਬੱਚਾ ਜਿਹੜਾ ਥੋੜਾ ਬੱਚੇ ਉਹਦੀਆਂ ਜਿਹੜੀਆਂ ਇੱਛਾਵਾਂ ਉਸ ਲੈਵਲ ਤੇ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ, ਚਾਹੇ ਉਹ ਐਜੂਕੇਸ਼ਨ ਦੇ ਲੈਵਲ ਤੇ ਹੋਣ ਜਾਂ ਸਮਾਜ ਦੇ ਵਿੱਚ ਵਿਚਰਨ ਦੇ ਲੈਵਲ ਤੇ ਹੋਣ, ਤਾਂ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਸਟ੍ਰੈਸ ਤਾਂ ਪੈਂਦੀਆਂ। 2025 ਤੱਕ ਤੁਸੀਂ ਦੇਖ ਸਕਦੇ ਹੋ ਬਈ ਇਕੱਲਾ ਭਾਰਤ ਨਹੀਂ, ਦੁਨੀਆ ਦੀ ਜਿਹੜੀ 45% ਜਿਹੜੀ ਆਬਾਦੀ ਹੈ ਉਹ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਡਿਪਰੈਸ਼ਨ ਦੀ ਸ਼ਿਕਾਰ ਹੋ ਜਾਏਗੀ। ਹੁਣ ਕਿੰਨੇ ਪਰਸੈਂਟੇਜ ਆ ਮੇਰੇ ਕੋਲ ਉਹਦੇ ਅੰਕੜੇ ਤਾਂ ਨਹੀਂ ਆ, ਪਰ ਮੈਂ ਪੜ੍ਹ ਰਿਹਾ ਸੀ ਵੀ 45% ਤੋਂ ਜ਼ਿਆਦਾ ਦੁਨੀਆ ਦੇ ਜਿਹੜੇ ਖਾਸ ਤੌਰ ਤੇ ਨਵੀਂ ਆਬਾਦੀ ਜਿਹੜੀ ਹੈ ਉਹ ਡਿਪਰੈਸ਼ਨ ਦੀ ਸ਼ਿਕਾਰ ਹੋਏਗੀ। ਇਸ ਕਰਕੇ ਜ਼ਿਆਦਾ ਮਨੋਵਿਗਿਆਨਕ ਡਾਕਟਰਾਂ ਦੀ ਲੋੜ ਹੋਏਗੀ। ਉਹ ਮਨੋਵਿਗਿਆਨਕ ਡਾਕਟਰ ਜਾਂ ਉਹ ਮਨੋਵਿਗਿਆਨ ਜਿਹਨੂੰ ਅਸੀਂ ਇੱਥੇ ਘੱਟੋ ਘੱਟ ਪੰਜਾਬ ਵਾਲੇ ਜਾਂ ਭਾਰਤ ਵਾਲੇ ਬਿਮਾਰੀ ਉਹ ਨਹੀਂ ਸਮਝਦੇ। ਜੇ ਕੋਈ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮਾਨਸਿਕ ਅਵਸਥਾ ਵਾਲਾ ਵਿਅਕਤੀ ਹੈ, ਪੇਸ਼ੈਂਟ ਹੈ, ਉਹ ਆਪਣੇ ਆਪ ਨੂੰ ਮਰੀਜ਼ ਹੀ ਨਹੀਂ ਸਮਝਦਾ ਤੇ ਉਹਦੇ ਨਾਲ ਪ੍ਰੋਬਲਮਸ ਹੋਰ ਵੱਧ ਜਾਂਦੀਆਂ। ਸੋ ਦੁਨੀਆ ਭਰ ਦੇ ਵਿੱਚ ਇੱਕ ਸਟ੍ਰੈਸ ਹੈ, ਉਸ ਸਟ੍ਰੈਸ ਦੇ ਕਾਰਨ ਇਕੱਲੇ ਆਰਥਿਕ ਨਹੀਂ ਹੈ, ਬਹੁਤ ਸਾਰਾ ਆਲਾ ਦੁਆਲਾ ਜਿਹੜਾ ਉਹਨਾਂ ਨੂੰ ਪ੍ਰੋਡਿਊਸ ਕਰਕੇ ਦੇ ਰਿਹਾ ਉਹ ਵੀ ਹੈ, ਤੇ ਆਪਣੇ ਆਪ ਦੇ ਉੱਤੇ ਯਕੀਨ ਨਾ ਕਰਨਾ ਵੀ ਹੈ। ਆਪਣੇ ਆਪ ਤੇ ਤੁਹਾਨੂੰ ਯਕੀਨ ਨਹੀਂ, ਬੰਦਾ ਏਦਾਂ ਸੋਚਣ ਲੱਗ ਪੈਂਦਾ ਵੀ ਮੈਂ ਇੱਥੇ ਹਾਂ ਕਿਉਂ, ਮੇਰੀ ਲੋੜ ਕੀ ਹੈ। ਜਦੋਂ ਬੰਦਾ ਇਹ ਸੋਚਣ ਲੱਗ ਪਵੇ ਮੇਰੀ ਲੋੜ ਹੀ ਕੀ ਹੈ, ਫਿਰ ਉਹ ਸੁਸਾਈਡ ਵੀ ਕਰ ਸਕਦਾ ਹੈ ਜਾਂ ਆਪਣੇ ਸਾਹਮਣੇ ਖੜੇ ਜਿਹੜੇ ਲੋਕ ਹੈ ਉਹਨਾਂ ਸਿਰੇ ਦਾ ਕਦਮ ਚੁੱਕਦੇ ਆ ਉਹਨਾਂ ਨੂੰ ਵੀ ਮਾਰ ਸਕਦਾ। ਇਸੇ ਕਰਕੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਕਈ ਵਾਰੀ ਸਾਡੇ ਸਾਹਮਣੇ ਆ ਜਾਂਦੀਆਂ। ਜੀ ਦਸਾਂਝ ਸਾਹਿਬ, ਜਿਹੜੀਆਂ ਸਟੇਟ ਗਵਰਨਮੈਂਟਸ ਨੇ, ਜਿਵੇਂ ਆਪਾਂ ਵੇਖਦੇ ਹਾਂ ਕਿ ਭਾਰਤ ਦਾ ਜਿਹੜਾ ਢਾਂਚਾ ਵਾ ਫੈਡਰਲ ਨਹੀਂ ਰਿਹਾ, ਲਗਭਗ ਸਾਰੀਆਂ ਪਾਵਰਾਂ ਸੈਂਟਰਲਾਈਜ਼ ਹੋ ਗਈਆਂ, ਪਰ ਹੁਣ ਸਿਸੋਦੀਆ ਦਾ ਜਿਹੜੇ ਡਿਪਟੀ ਸੀਐਮ ਨੇ ਦਿੱਲੀ ਦੇ, ਉਹਨਾਂ ਦਾ ਇੱਕ ਬਿਆਨ ਆਇਆ ਹੈ ਕਿ ਅਸੀਂ ਗਲੋਬਲ ਟੈਂਡਰ ਲਾ ਰਹੇ ਹਾਂ ਸਿੱਧੇ ਤੌਰ ਤੇ ਆਕਸੀਜਨ ਵਗੈਰਾ ਖਰੀਦਣ ਲਈ, ਖਾਸ ਕਰਕੇ ਫਰਾਂਸ ਤੋਂ ਜਾਂ ਬਾਹਰਲੇ ਮੁਲਕਾਂ ਤੋਂ। ਕੀ ਲੱਗਦਾ ਹੈ ਤੁਹਾਨੂੰ ਕਿ ਸੈਂਟਰ ਗਵਰਨਮੈਂਟ ਇਦਾਂ ਦੀ ਇਜਾਜ਼ਤ ਸਟੇਟਾਂ ਨੂੰ ਦੇਵੇਗੀ ਕਿ ਦੂਜੀਆਂ ਸਟੇਟਾਂ ਵੀ ਇਦਾਂ ਦੇ ਗਲੋਬਲ ਟੈਂਡਰ ਲਾ ਸਕਣਗੀਆਂ ਹੁਣ ਅੱਗੇ ਚੱਲ ਕੇ ਆਪਣੀ ਪੂਰਤੀ ਕਰਨ ਲਈ? ਕਿਉਂਕਿ ਕੇਂਦਰ ਸਰਕਾਰ ਤੇ ਪੂਰੀ ਤਰ੍ਹਾਂ ਇਸ ਮਾਮਲੇ 'ਚ ਫੇਲ ਹੋ ਗਈ ਆ, ਔਰ ਜੇ ਕੋਈ ਸਟੇਟ ਆਪਣੇ ਬਲਬੂਤੇ ਇਸ ਤਰ੍ਹਾਂ ਦੇ ਟੈਂਡਰ ਲਾ ਕੇ ਆਕਸੀਜਨ ਪਲਾਂਟ ਜਾਂ ਆਕਸੀਜਨ ਦੀ ਫੌਰੀ ਸਪਲਾਈ ਜਾਂ ਵੈਕਸੀਨ ਵੀ ਇਵਨ ਜੇ ਫਾਈਜ਼ਰ ਵਗੈਰਾ ਦੀ ਬਾਹਰੋਂ ਲੈਣੀ ਆ, ਉਹਨਾਂ ਨੇ ਫਾਈਜ਼ਰ ਜਿਹੜੀ ਆ ਵੈਕਸੀਨ ਦੀ ਗੱਲ ਕੀਤੀ ਆ ਵੈਸੇ ਸਿਸੋਦੀਆ ਨੇ ਕਿ ਅਸੀਂ ਜਿਹੜੀ ਆ ਪੂਰਤੀ ਜਿਹੜੀ ਆ ਜਿਸ ਤਰੀਕੇ ਨਾਲ ਤੁਸੀਂ ਕੱਲ ਦੱਸਿਆ ਸੀ ਕਿ ਜਿਹੜੀ ਸਪੀਡ 'ਚ ਲੱਗ ਰਹੀ ਆ, ਅਜੇ 2.5 ਸਾਲ ਸਾਡੇ ਲੋਕਾਂ ਸਾਰਿਆਂ ਦੀ ਵਾਰੀ, ਅੱਧੀ ਵਸੋਂ ਦੀ ਵਾਰੀ ਵੀ ਨਹੀਂ ਆ ਸਕਦੀ ਤੁਸੀਂ ਕਿਹਾ ਸੀਗਾ। ਸੋ ਜੇਕਰ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਗਲੋਬਲ ਮਤਲਬ ਟੈਂਡਰ ਕਰਕੇ ਸਟੇਟਾਂ ਸਿੱਧੇ ਤੌਰ ਤੇ ਜਿਹੜੀਆਂ ਦੂਜੀਆਂ ਕੰਪਨੀਆਂ ਬਣਾ ਰਹੀਆਂ ਉਹਨਾਂ ਕੋਲ ਖਰੀਦਦੀਆਂ ਨੇ, ਤਾਂ ਕੀ ਸੈਂਟਰ ਗਵਰਨਮੈਂਟ ਇਦਾਂ ਦੀ ਇਜਾਜ਼ਤ ਦੇਵੇਗੀ ਜਾਂ ਪੋਸੀਬਲ ਹੋ ਸਕਦਾ? ਦੇਖੋ, ਇੱਕ ਦਿੱਕਤ ਦੇ ਵਿੱਚੋਂ ਮਨੀਸ਼ ਸਿਸੋਦੀਆ ਨੇ ਇਹ ਗੱਲ, ਇੱਕ ਪ੍ਰੋਬਲਮ ਦਿਖਾਈ ਦੇ ਬਈ ਡਿਪਟੀ ਸੀਐਮ ਜਿਹੜੇ ਦਿੱਲੀ ਦੇ, ਉਹਨਾਂ ਨੂੰ ਇਹ ਕਹਿਣਾ ਪਿਆ ਵੀ ਸਾਨੂੰ ਸਰਕਾਰ ਮਜਬੂਰ ਕਰ ਰਹੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਮਤਲਬ ਇਹ ਨਹੀਂ ਕਿਹਾ ਕਿ ਜਾਰੀ ਕਰ ਦਾਂਗੇ ਗਲੋਬਲ ਟੈਂਡਰ, ਪਰ ਉਹਨਾਂ ਨੇ ਕਿਹਾ ਵੀ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਮਜਬੂਰ ਕਰ ਰਹੀ ਹੈ ਵੀ ਅਸੀਂ ਕੋਈ ਗਲੋਬਲ ਟੈਂਡਰ ਜਾਰੀ ਕਰੀਏ। ਕਿਉਂਕਿ ਉਹਨਾਂ ਨੇ ਨਾਲ ਇੱਕ ਗੱਲ ਇਹ ਕਹੀ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਨਰਿੰਦਰ ਮੋਦੀ ਹੋਰਾਂ ਦੀ, ਉਹ ਸ਼ਾਇਦ ਇਸ ਪਾਸੇ ਵੱਲ ਨੂੰ ਵੱਧ ਰਹੀ ਹੈ ਕਿ ਜਿਹੜੀਆਂ ਸਟੇਟਸ ਹੈਗੀਆਂ, ਸੂਬੇ ਇੱਕ ਦੂਜੇ ਨਾਲ ਲੜਨ, ਇੱਕ ਦੂਜੇ ਨਾਲ ਮੁਕਾਬਲਾ ਕਰਨ ਜਾਂ ਲੜਨ, ਵੀ ਇੱਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਗਏ। ਇਸ ਕਰਕੇ ਗਲੋਬਲ ਟੈਂਡਰ ਜਾਰੀ ਕਰਨਾ ਪੈ ਸਕਦਾ। ਪਰ ਤੁਹਾਡਾ ਸਵਾਲ ਬੜਾ ਅਹਿਮ ਹੈ ਵੀ ਕੀ ਕੇਂਦਰ ਦੀ ਸਰਕਾਰ ਇਹਨੂੰ ਅਲਾਉ ਕਰ ਸਕਦੀ ਹੈ? ਉਸ ਦੌਰ ਦੇ ਵਿੱਚ ਜਦੋਂ ਸਟੇਟਸ ਜਿਹੜੀਆਂ ਆ, ਸੂਬੇ ਜਿਹੜੇ ਆ, ਉਹਨਾਂ ਨੂੰ ਬਿਲਕੁਲ ਹੀ ਇੱਕ ਕਿਸਮ ਦਾ ਉਹਨਾਂ ਦੇ ਅਧਿਕਾਰ ਜਿਹੜੇ ਆ ਉਹਨਾਂ ਤੇ ਇੱਧਰੋਂ ਉੱਧਰੋਂ ਜਾਂ ਸੰਵਿਧਾਨਕ ਤੌਰ ਦੇ ਉੱਤੇ ਤੋੜ ਮਰੋੜ ਕੇ ਜਿਹੜਾ ਆ ਉਹ ਐਡੇ ਤਕੜੇ ਹਮਲੇ ਕਰ ਦਿੱਤੇ ਗਏ ਤੇ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣ ਦਿੱਤਾ ਗਿਆ। ਦਿੱਲੀ ਵਾਲਿਆਂ ਦੇ ਪੱਲੇ ਤਾਂ ਹੁਣ ਬਿਲਕੁਲ ਹੀ ਕੱਖ ਨਹੀਂ ਰਿਹਾ। ਅਰਵਿੰਦ ਕੇਜਰੀਵਾਲ ਤਾਂ ਹੁਣ ਮੁੱਖ ਮੰਤਰੀ ਰਹਿ ਗਿਆ ਕਿਉਂਕਿ ਸਾਰੀਆਂ ਜਿਹੜੀਆਂ ਅਧਿਕਾਰ ਨੇ, ਸਾਰੀਆਂ ਤਾਕਤਾਂ ਤਾਂ ਇਸ ਵੇਲੇ ਜਿਹੜੀਆਂ ਉਹ ਉਪ ਰਾਜਪਾਲ ਦੇ ਕੋਲ ਦੇ ਦਿੱਤੀਆਂ ਗਈਆਂ। ਤੁਸੀਂ ਕੋਈ ਆਪਣਾ ਸਧਾਰਨ ਫੈਸਲਾ ਵੀ ਕਰਨ ਤੋਂ ਪਹਿਲਾਂ ਤੁਹਾਨੂੰ ਫਾਈਲ ਦੇਣੀ ਪੈਣੀ ਉਪ ਰਾਜਪਾਲ ਨੂੰ। ਸੋ ਜਿਹੜਾ ਰਾਜਾਂ ਨੂੰ ਵਧੇਰੇ ਅਧਿਕਾਰ ਦਾ ਮਸਲਾ ਆ, ਦਿੱਲੀ ਜਿਹੜੀ ਆਪਣੇ ਆਪ ਨੂੰ ਪੂਰਨ ਸਟੇਟ ਦੀ ਡਿਮਾਂਡ ਕਰ ਰਹੀ ਸੀ ਲੰਮੇ ਸਮੇਂ ਤੋਂ, ਉਹ ਪੂਰਨ ਰਾਜ ਦਾ ਰੁਤਬਾ ਤਾਂ ਕੀ ਦੇਣਾ ਸੀ, ਸਗੋਂ ਜਿਹੜੀ ਮਾੜੀਆਂ ਮੋਟਾਂ ਸੀ ਉਹ ਵੀ ਖੋਲ ਰਹੀਆਂ। ਇੱਥੇ ਬਾਕੀ ਸੂਬੇ ਜਿਹੜੇ ਆ ਉਹਨਾਂ ਨੂੰ ਇਸੇ ਢੰਗ ਦੇ ਨਾਲ ਮੈਨੇਜ ਕੀਤਾ ਜਾ ਰਿਹਾ। ਹੁਣ ਜਿਹੜੇ 3 ਖੇਤੀ ਕਾਨੂੰਨ ਹੈ, ਉਹ 3 ਖੇਤੀ ਕਾਨੂੰਨ ਸਿੱਧੇ ਤੌਰ ਤੇ ਸਾਡਾ ਜਿਹੜਾ ਫੈਡਰਲ ਢਾਂਚਾ ਉਹਦੇ ਉੱਤੇ ਹਮਲਾ ਹੈ, ਕਿਉਂਕਿ ਸੰਵਿਧਾਨਕ ਤੌਰ ਤੇ ਅਧਿਕਾਰ ਨਹੀਂ ਸਰਕਾਰ ਨੂੰ। ਇਹ ਤਾਂ ਸੂਬਿਆਂ ਦਾ ਮਾਮਲਾ ਸੀ, ਸਟੇਟ ਇਸ਼ੂ ਸੀ, ਪਰ ਸਟੇਟ ਇਸ਼ੂ ਹੋਣ ਦੇ ਬਾਵਜੂਦ ਵੀ ਐਡਾ ਵੱਡਾ ਧੱਕਾ ਹੋ ਰਿਹਾ ਵੀ ਸਾਰਾ ਸੈਂਟਰਲਾਈਜ਼ ਜਿਹੜਾ ਕਰ ਲਿਆ ਗਿਆ ਤੇ ਭਾਰਤੀ ਜਨਤਾ ਪਾਰਟੀ
ਆ ਕਾਂਗਰਸ ਪਾਰਟੀ ਨਾਲੋਂ ਇਸ ਮਾਮਲੇ ਦੇ ਜ਼ਿਆਦਾ ਤੇਜ਼ ਹੈ। ਇਹ ਨਹੀਂ ਕਿ ਕਾਂਗਰਸ ਪਾਰਟੀ ਨੇ ਕੋਈ ਸੂਬਿਆਂ ਨੂੰ ਘਾੜ ਦਿੱਤੇ ਸੀ, ਪਰ ਅਧਿਕਾਰ ਖੋਹ ਵਰਤੀ ਹੈ ਉਹ ਜਿੰਨੀ ਜ਼ਿਆਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਹੈ ਜਾਂ ਨਰਿੰਦਰ ਮੋਦੀ ਦੇ ਵਿੱਚ ਹੈ, ਉਨੀ ਪਿਛਲੀਆਂ ਸਰਕਾਰਾਂ 'ਚ ਨਹੀਂ ਰਹੀ। ਇਸੇ ਕਰਕੇ ਚਾਹੇ ਕਸ਼ਮੀਰ ਦੀ ਭੰਨ ਤੋੜ ਗਈ ਹੈ, ਪੰਜਾਬ ਦੇ ਹਵਾਲੇ ਨਾਲ ਜਦੋਂ ਗੱਲ ਕਰਦੇ ਆ, ਜਾਂ ਦੇਸ਼ ਪੱਧਰ ਦੇ ਉੱਤੇ ਜਿਹੜੇ ਅਸਰ ਕਰਨਗੇ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਆ, ਤੇ ਇਹ ਸਿੱਧੇ ਤੌਰ ਤੇ ਰਾਜਾਂ ਦੇ ਅਧਿਕਾਰਾਂ ਦੇ ਉੱਤੇ। ਤੇ ਇਸ ਦੌਰ ਦੇ ਵਿੱਚ ਕਿਵੇਂ ਕੋਈ ਗਲੋਬਲ ਟੈਂਡਰ ਜਾਰੀ ਕਰਨ ਦਾ ਅਲਾਉ ਕਰ ਸਕਦੀ ਹੈ ਸੈਂਟਰ ਗਵਰਨਮੈਂਟ, ਇਹਦੀ ਤੇ ਸ਼ੱਕ ਰਹੇਗੀ। ਹਾਲੇ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਦੇ ਕਿਸੇ ਫਰਮਾਨ ਨੇ ਇਹਦੇ ਤੇ ਕੋਈ ਰਿਐਕਟ ਨਹੀਂ ਕੀਤਾ। ਉਹਨਾਂ ਦਾ ਰਿਐਕਟ ਆਏਗਾ, ਉਹਨਾਂ ਦਾ ਪ੍ਰਤੀਕਰਮ ਆਏਗਾ ਤਾਂ ਪਤਾ ਲੱਗੇਗਾ। ਪਰ ਮਨੀਸ਼ ਸਿਸੋਦੀਆ ਦੇ ਇਸ ਬਿਆਨ ਨੇ ਇਹ ਜ਼ਰੂਰ ਸਾਫ਼ ਕਰ ਦਿੱਤਾ ਜਾਂ ਇਹ ਜ਼ਰੂਰ ਦੱਸ ਦਿੱਤਾ ਹੈ ਕਿ ਸਾਡੀ ਹਾਲਤ ਕੀ ਹੈ। ਵੀ ਇੱਕ ਛੋਟਾ ਜਿਹਾ ਸੂਬਾ ਆ, ਮਤਲਬ ਸੂਬਾ ਵੀ ਨਹੀਂ ਹੈਗਾ, ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਕਹੋ ਹੁਣ ਤਾਂ ਉਹ, ਮਤਲਬ ਪੂਰਨ ਰਾਜ ਨਹੀਂ ਦਿੱਲੀ, ਉਹਦੀ ਜਿਹੜੀ ਲੋੜ ਆ ਉਹ ਹਾਲੇ ਤੱਕ ਨਹੀਂ ਪੂਰੀ ਕੀਤੀ ਜਾ ਰਹੀ। ਜਦਕਿ ਸੁਪਰੀਮ ਕੋਰਟ ਨੇ ਬਾਰ-ਬਾਰ ਦਖਲ ਦਿੱਤਾ। ਸੁਪਰੀਮ ਕੋਰਟ ਨੇ ਬਾਰ-ਬਾਰ ਕਿਹਾ ਕਿ ਆਕਸੀਜਨ ਦੇ ਮਾਮਲੇ ਤੇ ਕਿਹਾ ਕਿ 7 ਟਨ ਜਿਹੜੀ ਹੈ ਰੋਜ਼ ਜਿਹੜੀ ਚਾਹੀਦੀ, ਉਹ ਵੀ ਹਾਲੇ ਤੱਕ ਪੂਰੀ ਨਹੀਂ ਹੋ ਪਾ ਰਹੀ, ਤੇ ਬਾਕੀ ਸੂਬਿਆਂ ਦੀਆਂ ਜ਼ਰੂਰਤਾਂ ਕਿੱਦਾਂ ਪੂਰੀਆਂ ਕਰ ਜੀ। ਦਸਾਂਝ ਸਾਹਿਬ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸਾਰੇ ਉਹਨਾਂ ਦੀਆਂ ਪਾਵਰਸ ਕੇਜਰੀਵਾਲ ਦੀਆਂ ਖੋਹ ਲਈਆਂ ਗਈਆਂ ਨੇ, ਇਸ ਤੋਂ ਪਹਿਲਾਂ ਜਿਵੇਂ ਕੇਂਦਰ ਦੀ ਸਰਕਾਰ ਨੇ CAA ਲਾਗੂ ਕੀਤਾ, ਵੈਸਟ ਬੰਗਾਲ ਵਿੱਚ ਉਹ ਰਜਿਸਟਰ ਲਾਗੂ ਕੀਤਾ ਸੀ ਇੱਕ, ਤੇ ਸਾਰੀ ਦੁਨੀਆ ਸਾਰੀਆਂ ਸਟੇਟਾਂ ਚੁੱਪ ਰਹੀਆਂ। ਉਸ ਤੋਂ ਬਾਅਦ ਧਾਰਾ 370 ਕੀਤੀ, ਤਾਂ ਵੀ ਥੋੜਾ ਬਹੁਤਾ ਰਿਐਕਸ਼ਨ ਕਸ਼ਮੀਰ ਤੋਂ ਇਲਾਵਾ ਪੰਜਾਬ ਵਿੱਚ ਹੋਇਆ, ਤੇ ਹੌਲੀ ਹੌਲੀ ਉਹਨਾਂ ਨੇ ਇਹ ਦੇਖਿਆ ਕਿ ਸਾਡੇ ਅੱਗੇ ਕੋਈ ਕੁਸਕਣ ਵਾਲਾ ਨਹੀਂ ਆ, ਤੇ ਉਹਨਾਂ ਨੇ ਖੇਤੀ ਬਿੱਲ ਜਾਂ ਇਸ ਤਰ੍ਹਾਂ ਦੇ ਹੋਰ ਮਾਰੂ ਕਾਨੂੰਨ ਜਿਹੜੇ ਆ, ਲੇਬਰ ਲਾ, ਉਹ ਲਿਆਉਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਦਾ ਐਕਸਪੈਰੀਮੈਂਟ ਦਿੱਲੀ ਤੇ ਨਹੀਂ ਕਿਤੇ ਕੀਤਾ ਗਿਆ ਕਿ ਦੇਖਦੇ ਆ ਕਿ ਬਾਕੀ ਸਟੇਟਾਂ ਇਹਦੇ ਲਈ ਕਿੰਨਾ ਰਿਐਕਟ ਕਰਦੀਆਂ, ਤੇ ਹੌਲੀ ਹੌਲੀ ਬਾਕੀ ਸਟੇਟਾਂ ਨਾਲ ਵੀ ਉਹ ਵਿਵਹਾਰ ਕੀਤਾ ਜਾਵੇ। ਕੱਲ ਨੂੰ ਕੀ ਪੰਜਾਬ ਨਾਲ ਇਸ ਤਰ੍ਹਾਂ ਨਹੀਂ ਹੋ ਸਕਦਾ, ਹਰਿਆਣੇ ਨਾਲ ਨਹੀਂ ਹੋ ਸਕਦਾ, ਦੂਜੀਆਂ ਸਟੇਟਾਂ ਤੇ ਵੀ ਇਸ ਤਰ੍ਹਾਂ ਦਾ ਹਾਲਾਤ ਨਹੀਂ ਹੋ ਜਾਣਗੇ ਕਿ ਸਾਰਾ ਕੁਝ ਖੋਹ ਕੇ ਤੇ ਨਵਾਂ ਲਾਅ ਬਣਾ ਕੇ ਗਵਰਨਰ ਨੂੰ ਪਾਵਰਾਂ ਦੇ ਦੇਣ, ਤੇ ਸਿੱਧੇ ਤੌਰ ਤੇ ਸੈਂਟਰ ਆਪਣੀ ਹਕੂਮਤ ਸਥਾਪਿਤ ਕਰ ਲਏ, ਜਿਹੜੇ ਫੈਡਰਲਿਜ਼ਮ ਦਾ ਆਪਾਂ ਰੋਜ਼ ਗੱਲ ਕਰਦੇ ਆ। ਇਹ ਜਿਹੜੀ ਸਾਰੀ ਘਟਨਾਕ੍ਰਮ ਆ, ਕਾਲੋ ਸਾਹਿਬ ਤੁਸੀਂ ਵੀ ਵਿੱਚ ਕਰੋ ਇਨਪੁਟ ਤੇ ਸ਼ਸ਼ੀ ਦੀ ਰਿਵਿਊ ਕਰਨ ਗੱਲ ਇਹਦੇ ਤੇ। ਕਾਲੋ ਸਾਹਿਬ ਕਰਦੇ ਕੀ ਗੱਲ? ਜੀ ਜੀ ਕਾਲੋ ਸਾਹਿਬ, ਤੁਹਾਡੇ ਸਵਾਲ ਦੇ ਦੋ ਹਿੱਸੇ ਆ ਗਿੱਲ ਸਾਹਿਬ। ਇੱਕ ਤਾਂ ਇਹ ਆ ਬਈ ਕੀ ਜਿਹੜੀ ਕੋਈ ਸੂਬਾ ਸਰਕਾਰ ਆ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਸਿੱਧਾ ਸਮਝੌਤਾ, ਕੋਈ ਲੈਣ ਦੇਣ ਕਰ ਸਕਦੀ ਆ? ਇਹਦਾ ਜਵਾਬ ਨਾ ਵਿੱਚ ਮੈਂ ਦਿੰਦਾ ਜੀ। ਉਹਦਾ ਕਾਰਨ ਇਹ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਇਹ ਨੀਤੀ ਆ ਬਈ ਉਹਨਾਂ ਨੇ ਇੱਕ ਦੇਸ਼ ਬਣਾਉਣਾ ਆ, ਔਰ ਹੁਣੇ ਜਿੱਦਾਂ ਸੁਸ਼ੀਲ ਉਹਨਾਂ ਨੇ ਗੱਲ ਕੀਤੀ ਆ ਵੀ ਜਿਹੜੇ ਖੇਤੀਬਾੜੀ ਕਾਨੂੰਨ ਆ, ਉਹਨਾਂ ਨੇ ਜਿਹੜੀਆਂ ਫੈਡਰਲ ਤਾਕਤਾਂ ਹੈਗੀਆਂ ਉਹਨਾਂ ਨੂੰ ਇਹ ਰਾਜਾਂ ਦਾ ਅਧਿਕਾਰ ਆ ਕਿ ਐਜੂਕੇਸ਼ਨ ਤੇ ਔਰ ਐਗਰੀਕਲਚਰ ਦੇ ਉੱਤੇ ਕੋਈ ਵੀ ਉਹਨਾਂ ਨੇ ਕਾਨੂੰਨ ਬਣਾਉਣਾ ਆ, ਕੋਈ ਕਾਨੂੰਨ 'ਚ ਸੋਧ ਕਰਨੀ ਆ, ਤਾਂ ਇਹ ਉਹਨਾਂ ਨੇ ਕਰ ਦਿੱਤਾ। ਉਹ ਤੇ ਫੈਡਰਲ ਢਾਂਚੇ ਨੂੰ ਤੇ ਉਹ ਕਿਤੇ ਵੇਖ ਕੇ ਸਿਖਾਉਂਦੇ ਹੀ ਨਹੀਂਗੇ। ਉਹਨਾਂ ਦਾ ਨਿਸ਼ਾਨਾ ਜਿਹੜਾ ਹੁਣ ਦੇਖੋ, ਜਦੋਂ ਹੜ੍ਹ ਆਏ ਸੀ ਨਾ 2018 ਦੇ ਵਿੱਚ, ਤੇ ਸਾਊਦੀ ਅਰਬੀਆ ਨੇ ਕੇਰਲਾ ਨੂੰ ਮਦਦ ਦੇਣ ਦੀ ਗੱਲ ਕੀਤੀ ਸੀਗੀ, ਤੇ ਉਹ ਸਰਕਾਰ ਨੇ ਰੋਕ ਦਿੱਤਾ ਸੀਗਾ ਕਿ ਤੁਸੀਂ ਸਿੱਧੀ ਇਹਨਾਂ ਨੂੰ ਮਦਦ ਨਹੀਂ ਦੇ ਸਕਦੇ। ਹਾਲਾਂਕਿ ਉਹ ਸੰਕਟ ਦੇ ਵਿੱਚ ਸੀਗੇ, ਹੜ੍ਹ ਆਏ ਸੀਗੇ ਉੱਥੇ। ਤੇ ਹੁਣ ਵੀ ਕਿਉਂਕਿ ਇਹ ਇੱਕ ਦੇਸ਼ ਦੀ ਗੱਲ ਕਰਦੇ ਆ, ਉਹ ਤੇ ਰਾਜਾਂ ਦੀ ਗੱਲ ਹੀ ਨਹੀਂ ਰਹਿਣ ਦੇਣਾ ਚਾਹੁੰਦੇ। ਉਹ ਤੇ ਇੱਕ ਨਿਸ਼ਾਨ, ਇੱਕ ਹਿੰਦੁਸਤਾਨ ਦੀ ਗੱਲ ਕਰਦੇ ਆ। ਸੋ ਉਹਨਾਂ ਨੇ ਕੋਈ ਫੈਡਰਲ ਜਿਹੜੇ ਸੂਬੇ ਆ ਉਹਨਾਂ ਨੂੰ ਕਰਨ ਦਾ ਕਿਸੇ ਅੰਤਰਰਾਸ਼ਟਰੀ ਪੱਧਰ ਤੇ ਟੈਂਡਰ ਦੇਣ ਦੀ ਤਾਂ ਗਾਂਹ ਦੀ ਗੱਲ ਹੈ। ਮੇਰਾ ਖਿਆਲ ਉਹ ਕਹਿੰਦੇ ਹੋਣੇ ਆ ਵੀ ਇਹ ਤੁਸੀਂ ਗੈਰ ਕਾਨੂੰਨੀ ਗੱਲ ਕਰ ਰਹੇ ਆ। ਕੋਈ ਜਿੱਦਾਂ ਸੁਸ਼ੀਲ ਹੋਣਾ ਕਿਹਾ ਵੀ ਪਤਾ ਨਹੀਂ ਕੀ ਉਹਨਾਂ ਦਾ ਰਿਐਕਸ਼ਨ ਆਉਣਾ ਹੈਗਾ। ਤੇ ਬਾਕੀ ਅਗਲੀ ਗੱਲ ਇਹ ਆ ਜੀ, ਜਿਹੜੀ ਪੰਜਾਬ ਦੀ ਗੱਲ ਆ, ਜਾਂ ਤੁਸੀਂ ਜਿਹੜੀ ਆਪਣੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਆ, ਜਾਂ ਦਿੱਲੀ, ਇਹ ਬਿਲਕੁਲ ਦਰੁਸਤ ਆ ਕਿ ਦਿੱਲੀ ਦਾ ਜਦੋਂ ਹੱਕ ਖੋਇਆ ਗਿਆ, ਪੂਰਨ ਰਾਜ ਦਾ ਜਿਹੜਾ ਦਰਜਾ ਆ ਉਹ BJP ਵੀ ਮੰਗਦੀ ਰਹੀ ਆ ਜਦੋਂ ਕਾਂਗਰਸ ਰਾਜ ਕਰਦੀ ਸੀ। ਤੇ ਦੂਜੇ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੂੰ ਇਸ ਗੱਲ ਤੇ ਜ਼ਰੂਰ ਬੋਲਣਾ ਚਾਹੀਦਾ। ਉਹਨਾਂ ਨੂੰ ਜਦੋਂ J&K ਤੋੜਿਆ ਉਦੋਂ ਵੀ ਬੋਲਣਾ ਚਾਹੀਦਾ ਸੀਗਾ। ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ। ਔਰ ਜਿਹੜਾ ਟ੍ਰੈਂਡ ਹੈਗਾ ਉਹ ਠੀਕ ਹੈ ਵੀ ਕਾਂਗਰਸ ਦਾ ਰੂਪ ਇਹਨਾਂ ਕਰੂਡ ਨਹੀਂ ਸੀਗਾ, ਪਰ ਉਹ ਵੀ
ਲਗਭਗ ਸੈਂਟਰਲਾਈਜ਼ਡ ਸੀਗੀ ਪਾਰਟੀ, ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਇਹ ਆਈਡੀਆ ਜਿਹੜਾ ਇਹ ਵਿਚਾਰ ਸਾਹਮਣੇ ਲੈ ਕੇ ਆਈ ਆ। ਸੋ ਮੈਂ ਸਮਝਣਾ ਵੀ ਇਹਦੇ ਰਾਜ ਦੇ ਵਿੱਚ ਕੋਈ ਫੈਡਰਲ ਤਾਕਤ ਮਿਲਣ ਦੀ ਸੰਭਾਵਨਾ ਨਹੀਂ ਜੀ। ਜੀ ਦਸਾਂਝ ਸਾਹਿਬ, ਤੁਸੀਂ ਵੀ ਇੱਥੇ ਕਮੈਂਟ ਕਰ ਦਿਓ ਕਿ ਜਿਹੜੇ ਪੂਰਨ ਰਾਜ ਜਾਂ ਅਧੂਰੇ ਰਾਜਾਂ ਦੀ ਗੱਲ ਕਰਦੇ ਆ, ਇਸ ਗੱਲ ਦੀ ਕੀ ਗਰੰਟੀ ਲਈ ਜਾ ਸਕਦੀ ਆ ਕਿ ਜਿਹੜੀਆਂ ਪੂਰਨ ਰਾਜ ਵਾਲੇ ਨੇ ਜਿਵੇਂ ਪੰਜਾਬ ਹੈ ਜਾਂ ਦੂਜੀਆਂ ਸਟੇਟਾਂ ਨੇ, ਕੱਲ ਨੂੰ ਉਹਨਾਂ ਦੇ ਵੀ ਇਖਤਿਆਰ ਖੋ ਕੇ ਉਹਨਾਂ ਨੂੰ ਬੌਣੇ ਨਹੀਂ ਬਣਾਤਾ ਜਾਊਗਾ, ਉਹਨਾਂ ਨੂੰ ਵੀ ਇਸ ਤਰ੍ਹਾਂ ਨਹੀਂ ਕਰਤਾ ਜਾਊਗਾ ਕਿ ਉਹ ਬਿਲਕੁਲ ਪਹਿਲਾਂ ਹੀ ਹੈਗੇ ਆ ਸੈਂਟਰ ਦੇ ਰਹਿਮੋ ਕਰਮ ਤੇ ਮੁੜ ਕੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਗਵਰਨਰ ਕੋਈ ਪਰਮਿਸ਼ਨ ਲੈਣ ਜੀ। ਬਿਲਕੁਲ ਪੋਸੀਬਿਲਿਟੀ ਤਾਂ ਇਹ ਬਣੀ ਹੋਈ ਹੈ, ਕਿਉਂਕਿ ਜਿਵੇਂ ਇਸ ਮੁਲਕ ਨੂੰ ਚਲਾਉਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਸਰਕਾਰ ਕਰ ਰਹੀ ਹੈ, ਉਹਦੇ 'ਚ ਇਸ ਤਰ੍ਹਾਂ ਦੇ ਕਿਤੇ ਨਾ ਕਿਤੇ ਨਕਸ਼ ਜਿਹੜੇ ਉੱਭਰਨੇ ਸ਼ੁਰੂ ਹੋ ਗਏ ਆ। ਪਰ ਮਸਲਾ ਇਹ ਹੈ ਵੀ ਇਹਦੇ ਖਿਲਾਫ ਇੱਕ ਵੱਜਵੀਂ ਕਿਸਮ ਦੀ ਜਿਹੜੀ ਮੁਹਿੰਮ ਕਿਉਂ ਨਹੀਂ ਹੈ। ਮਿਸਾਲ ਦੇ ਤੌਰ ਤੇ ਤੁਸੀਂ ਦਿੱਲੀ ਦਾ ਜ਼ਿਕਰ ਕੀਤਾ, ਜਦੋਂ ਕਸ਼ਮੀਰ ਤੋੜਿਆ ਜਾ ਰਿਹਾ ਸੀ ਤਾਂ ਅਰਵਿੰਦ ਕੇਜਰੀਵਾਲ ਉਹਦੇ ਹੱਕ 'ਚ ਸੀ। ਧਾਰਾ 370 ਦੇ ਇਸ਼ੂਜ਼ ਦੇ ਉੱਤੇ ਕੇਂਦਰ ਸਰਕਾਰ ਦੀ ਜਿਹੜੀਆਂ ਜਿਸ ਕਿਸਮ ਦੀ ਜਿਹੜੀ ਉਹਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ, ਉਹਦੇ 'ਚ ਅਰਵਿੰਦ ਕੇਜਰੀਵਾਲ ਕੋਈ ਉਹਨਾਂ ਦੇ ਵਿਰੋਧ 'ਚ ਨਹੀਂ ਸੀ ਖੜੇ। ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਇੱਕ ਇਸ਼ੂ ਦੇ ਉੱਤੇ ਪ੍ਰਸ਼ਾਂਤ ਭੂਸ਼ਣ ਨੇ ਕੋਈ ਬਿਆਨ ਦੇ ਦਿੱਤਾ ਸੀ, ਜਦੋਂ ਆਮ ਆਦਮੀ ਪਾਰਟੀ 'ਚ ਹੁੰਦੇ ਸੀ, ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਤੇ ਐਕਸ਼ਨ ਲੈ ਲਿਆ ਸੀ ਵੀ ਤੁਸੀਂ ਕਸ਼ਮੀਰ ਦੇ ਇਸ਼ੂ ਦੇ ਉੱਤੇ ਕਸ਼ਮੀਰ ਦੇ ਹੱਕ 'ਚ ਕੋਈ ਉਹਨਾਂ ਨੇ ਗੱਲ ਕੀਤੀ ਸੀ, ਮੈਨੂੰ ਐਗਜ਼ੈਕਟ ਉਹਨਾਂ ਦਾ ਬਿਆਨ ਯਾਦ ਨਹੀਂ। ਸੋ ਜਦੋਂ ਦਿੱਲੀ ਨੂੰ ਤੋੜਿਆ ਜਾ ਰਿਹਾ ਸੀ ਜਾਂ ਦਿੱਲੀ ਦੇ ਅਧਿਕਾਰ ਹੁਣ ਖੋਏ ਜਾ ਰਹੇ ਸੀ, ਜਿਹੜੇ ਮਾੜੇ ਮੋਟੇ ਵੀ ਸੀਗੇ, ਤਾਂ ਫਾਰੂਕ ਅਬਦੁੱਲਾ ਬੋਲ ਰਹੇ ਸੀ, ਉਮਰ ਅਬਦੁੱਲਾ ਬੋਲ ਰਹੇ ਸੀ। ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਨੇ ਬਕਾਇਦਾ ਉਮਰ ਅਬਦੁੱਲਾ ਨੇ ਟਵੀਟ ਕੀਤਾ ਵੀ ਤੁਸੀਂ ਤਾਂ ਉਦੋਂ ਸਾਡੇ ਨਾਲ ਖੜੇ ਨਹੀਂ, ਪਰ ਅਸੀਂ ਅੱਜ ਤੁਹਾਡੇ ਨਾਲ ਖੜੇ ਹਾਂ, ਕਿਉਂਕਿ ਇਹ ਖੜਨ ਦੀ ਜ਼ਰੂਰਤ ਹੈ। ਤੇ ਇਸੇ ਤਰ੍ਹਾਂ ਜਦੋਂ ਅਸੀਂ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਤਾਂ ਹੀ ਬਾਰ-ਬਾਰ ਅਸੀਂ ਗੱਲ ਉਭਾਰਦੇ ਹਾਂ, ਪੰਜਾਬ ਦਾ ਮਸਲਾ ਨਹੀਂ ਹੈ। 3 ਖੇਤੀ ਕਾਨੂੰਨ ਪੰਜਾਬ ਦਾ ਮਸਲਾ ਹੀ ਨਹੀਂ ਹੈ। ਇਹ 3 ਖੇਤੀ ਕਾਨੂੰਨ ਸਾਰੇ ਮੁਲਕ ਨੂੰ ਵੇਚਣ ਦੀ ਪੂਰੀ ਇੱਕ ਨੀਤੀ ਦਾ ਜਿਹੜਾ ਇੱਕ ਖਰੜਾ ਤਿਆਰ ਕਰਕੇ ਸਾਡੇ ਉੱਤੇ ਥੋਪ ਦਿੱਤਾ ਗਿਆ, ਜਿਹਨੂੰ ਕਾਨੂੰਨ ਬਣਾ ਦਿੱਤਾ ਗਿਆ। ਇਸ ਕਰਕੇ ਸਾਰਿਆਂ ਨੂੰ ਲੜਨਾ ਚਾਹੀਦਾ। ਸਰਕਾਰ ਇਹਨੂੰ ਬਾਰ-ਬਾਰ ਇਸ ਕਰਕੇ ਪੇਸ਼ ਕਰਦੀ ਹੈ ਵੀ ਇਹਨੂੰ ਇੱਕ ਖਿੱਤੇ ਦੀ ਲੜਾਈ ਬਣਾ ਦਿੱਤੀ ਜਾਏ, ਜਿਹੜੀ ਕਿਸਾਨਾਂ ਦੀ ਲੜਾਈ ਹੈ, ਜਾਂ ਉਹਨੂੰ ਧਰਮ ਦੇ ਆਧਾਰ ਤੇ ਲੜਾਈ ਬਣਾ ਦਿੱਤੀ ਜਾਏ। ਪੰਜਾਬ ਨੂੰ ਫੇਰ ਤੋਂ ਤਬਾਹੀ ਵੱਲ ਜਿਹੜੀ ਭੇਜਣ ਦੀ ਉਹਦੀ ਕੋਸ਼ਿਸ਼ ਸੀ ਵੀ ਇਹਨੂੰ ਖਾਲਿਸਤਾਨ ਦੇ ਨਾਂ ਦੇ ਉੱਤੇ ਜਾਂ ਮੁਲਕ ਤੋਂ ਵੱਖ ਹੋਣ ਦੀ ਲੜਾਈ ਦੇ ਰੂਪ ਦੇ ਵਿੱਚ ਪਰਿਭਾਸ਼ਿਤ ਕਰ ਰਹੀ ਸੀ ਸਰਕਾਰ। ਜਦ ਕਿ ਕਿਸਾਨ ਜਥੇਬੰਦੀਆਂ ਵੀ ਤੇ ਤੁਹਾਡੇ ਵਰਗੇ ਸਹਿਰ ਦੇ ਜਿਹੜੇ ਪੱਤਰਕਾਰ ਹੈ, ਉਹਨਾਂ ਨੇ ਵੀ ਇਹ ਗੱਲ ਸਾਬਤ ਕੀਤੀ ਵੀ ਇਹ ਜਿਹੜੀ ਲੜਾਈ ਆ ਇਹ ਪੰਜਾਬ ਦੀ ਨਹੀਂ ਹੈ, ਨਾ ਸਿੱਖਾਂ ਦੀ ਲੜਾਈ ਹੈ, ਨਾ ਇਕੱਲੇ ਪੰਜਾਬੀਆਂ ਦੀ ਲੜਾਈ ਹੈ, ਨਾ ਇਕੱਲੇ ਕਿਸਾਨਾਂ ਦੀ ਲੜਾਈ ਹੈ। ਇਹ ਭਾਰਤ ਦੇ ਇੱਕ ਆਮ ਸ਼ਹਿਰੀ ਦੀ ਲੜਾਈ ਹੈ, ਆਮ ਨਾਗਰਿਕ ਦੀ ਲੜਾਈ ਹੈ। ਸੋ ਇਸ ਲੜਾਈ ਨੂੰ ਹਰ ਧਿਰ ਨੂੰ ਆਪਣੀ ਬਣਾਉਣਾ ਪਏਗਾ, ਇਸ ਹਵਾਲੇ ਨਾਲ ਵੀ ਇਹ ਸਾਡੇ ਫੈਡਰਲ ਢਾਂਚੇ ਤੇ ਹਮਲਾ ਹੈ, ਸਾਡੇ ਸੂਬਿਆਂ ਦੇ ਉੱਤੇ ਹਮਲਾ ਹੈ, ਓਵਰਆਲ ਸਾਡੇ ਦੇਸ਼ ਦੇ ਹਰ ਆਮ ਨਾਗਰਿਕ ਦੇ ਉੱਤੇ ਹਮਲਾ ਹੈ। ਪਰ ਇੱਥੇ ਹੁਣ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਖੇਤਰੀ ਪਾਰਟੀਆਂ, ਜਿਹੜੀਆਂ ਰੀਜਨਲ ਪਾਰਟੀਆਂ, ਉਹਨਾਂ ਨੂੰ ਆਪਣੇ ਇੱਕ ਏਜੰਡੇ ਤੇ ਕੰਮ ਕਰਨਾ ਚਾਹੀਦਾ। ਖਾਸ ਤੌਰ ਦੇ ਉੱਤੇ ਹੁਣ ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਿਸ਼ਤਾ ਜਿਸ ਢੰਗ ਦਾ ਰਿਹਾ, ਜਿਹਨੂੰ ਬਾਦਲ ਸਾਹਿਬ ਪਤੀ ਪਤਨੀ ਦਾ ਰਿਸ਼ਤਾ ਵੀ ਕਹਿੰਦੇ ਰਹੇ, ਤੁਸੀਂ ਅੰਦਾਜ਼ਾ ਕਰ ਸਕਦੇ ਹੋ ਵੀ 30-35 ਸਾਲ ਜਿੱਦਾਂ ਇਸ ਪੰਜਾਬੀਆਂ ਨੂੰ ਜਿੱਦਾਂ ਇਹਨਾਂ ਨੇ ਮੂਰਖ ਬਣਾਇਆ ਹਿੰਦੂ ਸਿੱਖ ਏਕਤਾ ਦੇ ਨਾਂ ਦੇ ਉੱਤੇ, ਤੇ ਕਾਗਜ਼ਾਂ ਦੇ ਵਿੱਚ ਕੁਝ ਹੋਰ ਹੈ। ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਉਹ ਤਾਂ ਸੂਬਿਆਂ ਨੂੰ ਵਧੇਰੇ ਅਧਿਕਾਰਾਂ ਦੀ ਲੜਾਈ ਲੜਦੀ ਆਈ ਹੈ, ਤੇ ਉਹਦਾ ਜਿਹੜਾ ਪਾਰਟੀ ਪ੍ਰੋਗਰਾਮ ਵੀ ਇਹੀ ਕਹਿੰਦਾ ਵੀ ਸੂਬਿਆਂ ਨੂੰ ਵਧੇਰੇ ਅਧਿਕਾਰ ਮਿਲਣੇ ਚਾਹੀਦੇ ਆ ਜਾਂ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਹੈ। ਤੇ ਭਾਰਤੀ ਜਨਤਾ ਪਾਰਟੀ ਕੀ ਚਾਹੁੰਦੀ ਹੈ ਉਹ ਦੱਸਣ ਦੀ ਲੋੜ ਨਹੀਂ, ਅੱਜ ਦੇਖ ਰਹੇ ਆਪਾਂ। ਉਹਦੇ ਬਾਵਜੂਦ ਬਿਨਾਂ ਕੋਈ ਸਿਧਾਂਤਕ ਉਹਨਾਂ ਦਾ ਕਹਿ ਲਓ ਵੀ ਆਪਸੀ ਮੇਲ ਹੋਣ ਦੇ ਬਾਵਜੂਦ ਵੀ ਐਡਾ ਘਟੀਆ ਕਿਸਮ ਦਾ ਜਿਹੜਾ ਇੱਕ ਮੇਲ 30 ਸਾਲ 35 ਸਾਲ ਤੱਕ ਭੋਗਿਆ ਪੰਜਾਬ ਨੇ। ਪੰਜਾਬ 'ਚ ਜੇ ਭਾਰਤੀ ਜਨਤਾ ਪਾਰਟੀ ਨੂੰ ਪੈਰ ਰੱਖਣ ਦੀ ਜਗ੍ਹਾ ਬਣਾ ਕੇ ਦਿੱਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ, ਜਿਹੜਾ ਸੂਬਿਆਂ ਨੂੰ ਵਧੇਰੇ ਅਧਿਕਾਰਾਂ ਦਾ ਸਭ ਤੋਂ ਵੱਡਾ ਝੰਡਾ ਬਰਦਾਰ ਰਿਹਾ। ਤੇ ਅੱਜ ਉਹ ਕਿਉਂ ਨਹੀਂ ਬੋਲਦਾ ਦਿੱਲੀ ਦੇ ਮਾਮਲੇ ਤੇ, ਕਿਉਂ ਨਹੀਂ ਬੋਲਦਾ ਸ਼੍ਰੋਮਣੀ ਅਕਾਲੀ ਦਲ? ਜਾਂ ਦੇਸ਼ ਨੂੰ ਜਿੱਦਾਂ ਤੋੜਨ ਦੀ ਗੱਲ ਹੋ ਰਹੀ ਹੈ, ਮਤਲਬ ਜੋੜਨ ਦੇ ਨਾਂ ਦੇ ਉੱਤੇ ਦੇਸ਼ ਤੋੜਿਆ ਜਾ ਰਿਹਾ, ਉਦੋਂ ਸ਼੍ਰੋਮਣੀ ਅਕਾਲੀ ਦਲ ਕਿੱਥੇ ਹੈ? ਸਿਰਫ ਤੇ ਸਿਰਫ ਕਿਸਾਨ ਅੰਦੋਲਨ ਕਰਕੇ ਜਿਹੜੀ ਵੋਟ ਪੋਲਿਟਿਕਸ ਹੈ, ਜਾਂ ਵੋਟਾਂ ਨਾਲ ਪ੍ਰਭਾਵਿਤ ਹੋ ਜਾਣ ਤੇ ਜਾਂਦੇ ਨਾਲ ਲੱਗੀ ਹੈ ਪੰਜਾਬ 'ਚੋਂ ਬਿਲਕੁਲ। ਇਸ ਕਰਕੇ ਮਰਦੀ ਮੈਂ ਨਾ ਕੀ ਕਰਦੀ, ਉਹਨਾਂ ਨੇ ਉਹਦੇ ਨਾਲ ਬੀਜੇਪੀ ਨਾਲ ਰਿਸ਼ਤਾ ਤੋੜਿਆ। ਕਦੋਂ ਮੁੜ ਕੇ ਰਿਸ਼ਤਾ ਜੋੜ ਲੈਣਾ ਕੋਈ ਨਹੀਂ ਪਤਾ। ਸੋ ਇਸ ਵੇਲੇ ਲੋੜ ਸਾਰੀਆਂ ਖੇਤਰੀ ਪਾਰਟੀਆਂ ਦੀ ਆਪਣਾ ਜਿਹੜਾ ਪਾਰਟੀ ਪ੍ਰੋਗਰਾਮ ਸਪਸ਼ਟ ਕਰਨ ਦੀ ਹੈ ਵੀ ਤੁਸੀਂ ਆਪਣੇ ਸੂਬਿਆਂ ਲਈ ਚਾਹੁੰਦੇ ਹੋ ਜਾਂ ਸਾਰੇ ਦੇਸ਼ ਦੇ ਸੂਬਿਆਂ ਲਈ ਚਾਹੁੰਦੇ ਹੋ।
ਸੋ ਲੜਾਈ ਇਕੱਲੇ ਪੰਜਾਬ ਦੀ, ਦਿੱਲੀ ਦੀ, ਪੱਛਮੀ ਬੰਗਾਲ ਦੀ, ਤਾਮਿਲਨਾਡੂ ਦੀ ਨਹੀਂ ਹੈ, ਲੜਾਈ ਸਾਰੇ ਸੂਬਿਆਂ ਦੀ ਹੈ ਤੇ ਉਹਨਾਂ ਦਾ ਇੱਕ ਸਾਂਝਾ ਪਲੇਟਫਾਰਮ ਬਣਾਉਣ ਦੀ ਮੈਨੂੰ ਲੱਗਦਾ ਹੈ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਦਸਾਂਝ ਸਾਹਿਬ, ਥੋੜੀ ਜਿਹੀ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਤੇ ਫਿਰ ਪੰਜਾਬ ਪੋਲਿਟਿਕਸ ਵੱਲ ਵੀ ਪਰਤਾਂਗੇ। ਕਿਸਾਨ ਮੋਰਚੇ ਤੇ ਜਿਹੜੀਆਂ ਰੌਣਕਾਂ ਫਿਰ ਪਰਤ ਰਹੀਆਂ ਨੇ, ਵਾਢੀ ਤੋਂ ਵਿਹਲੇ ਹੋ ਕੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਾਫੀ ਸਾਰੇ ਲੋਕ ਦੁਬਾਰਾ ਜਿਹੜੇ ਆ ਦਿੱਲੀ ਵੱਲ ਵੀਰਾ ਘੱਤ ਕੇ ਜਾ ਰਹੇ ਨੇ, ਹਾਲਾਂਕਿ ਕਰੋਨਾ ਦਾ ਡਰ ਜਿਹੜਾ ਪਾਇਆ ਜਾ ਰਿਹਾ ਵਾ ਲਗਾਤਾਰ। ਔਰ ਦੂਸਰੀ ਨਾਲ ਲੱਗਦੀ ਗੱਲ ਮੈਂ ਤੁਹਾਡੇ ਨਾਲ ਇਹ ਵੀ ਕਰਨੀ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਹੈ ਟਿਕਰੀ ਬਾਰਡਰ ਤੇ ਜਿਨ੍ਹਾਂ ਨੇ ਮੋਰਚਾ ਲਾਇਆ ਹੋਇਆ, ਔਰ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਹਦੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਵੀ ਬਹੁਤ ਜ਼ਿਆਦਾ ਆ, ਉਹਨਾਂ ਨੇ ਇੱਕ ਹੋਰ ਬਿਆਨ ਆਇਆ। ਪਹਿਲਾਂ ਉਹਨਾਂ ਦਾ ਬਿਆਨ ਕੁਝ ਦਿਨ ਖੁੱਲ੍ਹ ਕੇ ਉਹਨਾਂ ਕਿਹਾ ਸੀ ਕਿ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਸਾਡੇ ਇਸ ਮੋਰਚੇ ਨੂੰ ਜਿਹੜਾ ਹੋਲੀਆਂ ਲਾਉਣੀਆਂ ਚਾਹੁੰਦੀਆਂ ਨੇ, ਸਾਬੋਤਾਜ ਕਰਨ 'ਚ ਲੱਗੀਆਂ ਹੋਈਆਂ ਨੇ। ਉਹਨਾਂ ਨੇ ਕਲੀਅਰ ਨਾਂ ਲੈ ਕੇ ਵੀ ਕੁਝ ਗੱਲਾਂ ਕੀਤੀਆਂ ਸੀ। ਹੁਣ ਉਹਨਾਂ ਦਾ ਇੱਕ ਬਿਆਨ ਆਇਆ ਕਿ ਜਿਹੜੀ ਵੋਟ ਰਾਜ ਆ, ਜਿਹੜਾ ਵੋਟਾਂ ਵਾਲੀ ਪੋਲਿਟਿਕਸ ਹੈ, ਇਹਨੂੰ ਰੱਦ ਕਰਕੇ ਜਿਹੜੇ ਸਾਡੇ ਮਸਲੇ ਨੇ ਉਹਨਾਂ ਪ੍ਰਤੀ ਸਾਰੇ ਜਣੇ ਜਥੇਬੰਦ ਹੋਈਏ। ਮੈਨੂੰ ਲੱਗਦਾ ਹੈ ਕਿ ਉਹਨਾਂ ਕਿਸਾਨ ਜਥੇਬੰਦੀਆਂ 'ਚ ਇੱਕ ਤਰ੍ਹਾਂ ਦਾ ਭਰਮ ਵੀ ਹੈ ਕਿ ਸ਼ਾਇਦ ਜਿਵੇਂ ਆਪਾਂ ਰੋਜ਼ ਗੱਲ ਕਰਦੇ ਆ ਕਿ ਕਿਸਾਨਾਂ ਵਿੱਚੋਂ ਕੋਈ ਲੀਡਰਸ਼ਿਪ ਉੱਭਰੇਗੀ ਤੇ 22 ਵਿੱਚ ਸਰਕਾਰ ਬਣਾਉਣ ਦੀ ਕੋਈ ਗੱਲ ਕਰੀ ਜਾਊਗੀ, ਪਰ ਉਗਰਾਹਾਂ ਨੇ ਮੂਲੋਂ ਹੀ ਇਸ ਗੱਲ ਨੂੰ ਰੱਦ ਕੀਤਾ ਹੈ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸ਼ਸ਼ੀਰ ਦਾ ਵੀ ਲੈ ਲੈਣੇ ਆ ਤੇ ਪ੍ਰਤੀਕਰਨ ਤੇ ਕਾਲੋ ਸਾਹਿਬ ਦਾ ਵੀ। ਜੀ ਕਾਲੋ ਸਾਹਿਬ ਪਹਿਲਾਂ ਗੱਲ ਕਰ ਲੈਣ। ਹਾਂਜੀ ਜੀ ਕਾਲੋ ਸਾਹਿਬ, ਮੈਂ ਇਹ ਮਹਿਸੂਸ ਕਰਦਾ ਹਾਂ ਜੀ ਕਿ ਜਿਹੜੀ ਉਗਰਾਹਾਂ ਹੋਰਾਂ ਦੀ ਪੋਲਿਟਿਕਸ ਹੈਗੇ ਆ, ਉਹਦੇ ਵਿੱਚ ਜਾਣ ਤੋਂ ਪਹਿਲਾਂ ਇਹ ਆ ਬਈ ਕਿਸਾਨ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ, ਉਹ ਤਿੰਨ ਗੱਲਾਂ ਦੇ ਉੱਤੇ, ਜਿਹੜੇ ਤਿੰਨ ਖੇਤੀ ਕਾਨੂੰਨ ਹੈਗੇ ਆ, ਉਹਨਾਂ ਦੇ ਉੱਤੇ ਉਸਰਿਆ ਸੀਗਾ। ਔਰ ਇਹਦੀ ਜਿਹੜੀ ਬਰੋਡੈਸਟ ਪੋਸੀਬਲ ਮੋਬਿਲਾਈਜੇਸ਼ਨ ਆ ਉਹ ਇਹਨਾਂ ਮੰਗਾਂ ਕਰਕੇ ਹੋਈ ਸੀਗੀ। ਔਰ ਦੋ ਜਿਹੜੇ ਸੀਗੇ ਬਿੱਲ, ਪਰਾਲੀ ਵਾਲਾ ਤੇ ਬਿਜਲੀ ਵਾਲਾ, ਉਹ ਵੀ ਇਹਦੇ 'ਚ ਸ਼ਾਮਲ ਸੀਗੇ। ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਹੜੀਆਂ ਆ ਉਗਰਾਹਾਂ ਸਮੇਤ, ਉਹਨਾਂ ਦਾ ਜਿਹੜਾ ਮਿਨੀਮਮ ਪ੍ਰੋਗਰਾਮ ਆ ਉਹ ਇਹੀ ਆ ਕਿ ਇਹ ਅਸੀਂ ਕਾਨੂੰਨ ਜਿਹੜੇ ਆ ਉਹ ਵਾਪਸ ਕਰਾਉਣੇ ਆ। ਤੇ ਨਾਲ ਦੀ ਨਾਲ ਇਹ ਜਿਹੜੀ ਗੱਲ ਆਈ ਹੈਗੀ ਆ, ਉਹਨਾਂ ਨੇ ਨਖੇੜਾ ਜਿਹੜਾ ਕੀਤਾ ਸੀਗਾ, ਉਹ ਨਖੇੜਾ ਵੀ ਉਹਨਾਂ ਨੇ ਵਧੀਆ ਕੀਤਾ ਸੀਗਾ ਕਿ ਜਿਹੜੇ ਹੁੱਲੜਬਾਜ਼ ਆ ਜਾਂ ਜਿਨ੍ਹਾਂ ਦਾ ਕੋਈ ਜਥੇਬੰਦੀਆਂ ਦੇ ਵਿੱਚ ਦਖਲ ਨਹੀਂ ਹੈ ਜਾਂ ਜਥੇਬੰਦੀਆਂ 'ਚ ਵਿਸ਼ਵਾਸ ਨਹੀਂ ਹੈ ਜਾਂ ਜਥੇਬੰਦੀਆਂ ਉਹਨਾਂ ਦੀਆਂ ਹੈ ਹੀ ਨਹੀਂ ਗੀਆਂ, ਤੇ ਉਹ ਹੁਣ ਸਾਡੇ ਮੋਰਚੇ ਨੂੰ ਦੇਖ ਕੇ ਤੇ ਉਹਦੇ 'ਚ ਸ਼ਾਮਲ ਹੋਣਾ ਚਾਹੁੰਦੇ ਆ। ਉਹ ਬੜਾ ਵਧੀਆ ਸੀਗਾ। ਹੁਣ ਜਿਹੜਾ ਉਹਨਾਂ ਨੇ ਇਹ ਕਹਿ ਦਿੱਤਾ ਹੈਗਾ, ਇਹ ਮੇਰਾ ਖਿਆਲ ਆ ਕਿ ਜਿਹੜੀਆਂ 32 ਜਥੇਬੰਦੀਆਂ ਆ ਜਾਂ ਜਿਹੜੀਆਂ ਹੁਣ 40 ਹੋ ਗਈਆਂ ਆ, ਉਹਨਾਂ 'ਚੋਂ ਕਿਸੇ ਦਾ ਵੀ ਵਿਚਾਰ ਮੇਰੇ ਖਿਆਲ ਦੇ ਵਿੱਚ, ਮੇਰੀ ਨਿੱਜੀ ਰਾਏ ਹੋ ਸਕਦੀ ਆ, ਇਹ ਨਹੀਂਗਾ ਕਿ ਬਈ ਅਸੀਂ ਇਹਦੇ 'ਚੋਂ ਕੋਈ ਪਾਰਟੀ ਬਣਾਉਣੀ ਆ। ਉਹ ਵੱਖਰੇ ਲੋਕ ਆ ਜਿਹੜੇ ਬਾਹਰੋਂ ਆਣ ਕੇ, ਉਹ ਗੁੱਗੂ ਗਿੱਲ ਵਰਗੇ ਜਾਂ ਹੋਰ ਐਕਟਰ ਵਗੈਰਾ ਜਿਹੜੇ ਆ, ਉਹ ਇਦਾਂ ਦੀਆਂ ਗੱਲਾਂ ਕਰਦੇ ਆ। ਕਿਸਾਨ ਮੋਰਚੇ ਦੀ ਜਿਹੜੀ ਸਾਂਝੀ ਰਾਏ ਹੈਗੀ ਆ ਉਹ ਇਹ ਆ ਬਈ ਅਸੀਂ ਕਿਸਾਨੀ ਬਿੱਲ ਜਿਹੜੇ ਹੈਗੇ ਆ, ਜਿਹੜੇ ਕਿਸਾਨ ਵਿਰੋਧੀ ਆ, ਉਹ ਅਸੀਂ ਵਾਪਸ ਕਰਾਉਣੇ ਆ। ਨਾ ਕੇਵਲ ਕਿਸਾਨ ਵਿਰੋਧੀ ਆ, ਉਹ ਮਜ਼ਦੂਰ ਵਿਰੋਧੀ ਵੀ ਆ, ਲੋਕ ਵਿਰੋਧੀ ਵੀ ਆ, ਦੇਸ਼ ਵਿਰੋਧੀ ਵੀ ਆ। ਸੋ ਮੇਰੀ ਤਾਂ ਰਾਏ ਇਹਦੇ ਬਾਰੇ ਇਹ ਹੈਗੀ ਆ ਕਿ ਉਹਨਾਂ ਨੇ ਕੋਈ ਜ਼ਿਆਦਾ ਸਪਸ਼ਟ ਕਰਨ ਵਾਲੀ ਨਵੀਂ ਗੱਲ ਨਹੀਂ ਕੀਤੀ। ਇਹ ਮੈਂ ਮਹਿਸੂਸ ਕਰਦਾ ਵੀ ਕਿਸਾਨ ਮੋਰਚੇ ਦੀ ਪਹਿਲਾਂ ਹੀ ਇਹ ਨੀਤੀ ਆ ਕਿ ਅਸੀਂ ਕੋਈ ਪਾਰਟੀ ਨਹੀਂ ਬਣਾਉਣੀ, ਕੋਈ ਚੋਣਾਂ ਨਹੀਂ ਲੜਨੀਆਂ। ਇਹ ਠੀਕ ਆ ਕਿ ਉਹਨਾਂ ਦਾ ਪ੍ਰਭਾਵ ਜਿਹੜਾ ਹੈਗਾ ਉਹ ਚੰਗੀ ਰਾਜਨੀਤੀ ਵੱਲ ਨੂੰ ਸੇਧ ਦੇਣ ਦੇ ਵਿੱਚ ਕੋਈ ਰੋਲ ਅਦਾ ਕਰ ਸਕਦਾ। ਜੀ ਜੀ ਦਸਾਂਝ ਸਾਹਿਬ। ਜੀ ਪੈਸ ਸਾਹਿਬ ਨੇ ਠੀਕ ਗੱਲਾਂ ਕੀਤੀਆਂ। ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਇਹ ਠੀਕ ਹੈ ਕਿ ਚਾਹੇ ਸੰਯੁਕਤ ਕਿਸਾਨ ਮੋਰਚਾ ਹੈ, ਚਾਹੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਤਾਲਮੇਲ ਕਰਕੇ ਚੱਲਦੇ ਨੇ ਜੋਗਿੰਦਰ ਉਗਰਾਹਾਂ, ਭਾਵੇਂ ਉਹ ਸ਼ਾਮਲ ਨਹੀਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ, ਪਰ ਉਹਦੇ ਬਾਵਜੂਦ ਜੋਗਿੰਦਰ ਸਿੰਘ ਉਗਰਾਹਾਂ ਜਿਹੜੀ ਉਹ ਤਾਲਮੇਲ ਕਮੇਟੀ ਬਣੀ ਹੋਈ ਹੈ ਨੈਸ਼ਨਲ ਲੈਵਲ ਤੇ, ਉਹਦੇ 'ਚ ਵੀ ਸ਼ਾਮਲ ਨੇ। ਤੇ ਜਿਹੜੀ ਡਾਇਲੋਗ ਵੀ ਹੁੰਦਾ ਰਿਹਾ 12 ਵਾਰ ਜਿਹੜਾ ਡਾਇਲੋਗ ਹੋਇਆ ਸਰਕਾਰ ਨਾਲ, ਉਹਦੇ 'ਚ ਵੀ ਸ਼ਾਮਲ ਰਹੇ ਨੇ। ਉਹਨਾਂ ਨੇ ਖੁੱਲ੍ਹ ਕੇ ਬੜੀਆਂ ਗੱਲਾਂ ਪਹਿਲਾਂ ਵੀ ਕੀਤੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਸਪਸ਼ਟ ਵੀ ਕੀਤੀਆਂ ਕਿ ਇਸ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਹੜੇ-ਕਿਹੜੇ ਤੱਤ ਹੈ, ਤੇ ਉਹਦੇ 'ਤੇ ਬਹੁਤ ਸਾਰੀ ਡਿਬੇਟ ਵੀ ਹੋਈ ਹੈ। ਤੇ ਬਹੁਤ ਸਾਰੇ ਕੁਝ ਜਿਹੜੇ ਖੌਰੂ ਪਾਊ ਜਿਹੜੇ ਲੋਕ ਹੈ, ਉਹ ਕਈ ਵਾਰ ਜੋਗਿੰਦਰ ਉਗਰਾਹਾਂ ਵੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਆ, ਉਹਨਾਂ ਨੂੰ ਵੀ ਕ੍ਰਿਟੀਸਾਈਜ਼ ਕਰਨ ਲਈ ਇੱਦਾਂ ਦੀ ਜਿਹੜੀ ਉਹਨਾਂ ਦੀਆਂ ਗੱਲਾਂ ਹੁੰਦੀਆਂ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਭਰਮ ਵੀ ਫੈਲਾਉਣ ਦੀ ਕੋਸ਼ਿਸ਼ ਕਰਦੇ ਆ।
ਪਰ ਜਿਹੜਾ ਬੇਸਿਕ ਕੁਐਸਚਨ ਹੈ ਵੀ ਕੀ ਸੰਯੁਕਤ ਕਿਸਾਨ ਮੋਰਚਾ ਜਾਂ ਸਾਂਝੇ ਜਿਹੜਾ ਮੋਰਚਾ ਆ ਜਿਸ 'ਚ ਸਾਰੇ ਲੋਕ ਸ਼ਾਮਲ ਨੇ, ਵੀ ਇਹਦੇ ਚੋਂ ਕੀ ਕੋਈ ਪੋਲੀਟੀਕਲ ਪਾਰਟੀ ਨਿਕਲਣ ਵਾਲੀ ਹੈ? ਕੀ ਸਿਆਸਤ ਜਿਹੜੀ ਆ ਪੰਜਾਬ ਦੀ ਉਹਨੂੰ ਇਸ ਢੰਗ ਦੇ ਨਾਲ ਵੀ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ, ਜਾਂ ਜਿਹੜਾ ਸਾਂਝਾ ਕਿਸਾਨ ਮੋਰਚਾ ਆ ਉਹ ਇਸ ਤਰ੍ਹਾਂ ਪ੍ਰਭਾਵਿਤ ਵੀ ਕਰ ਸਕਦਾ ਹੈ? ਤਾਂ ਮੇਰਾ ਮੰਨਣਾ ਵੀ ਇਹੀ ਹੈ ਜੋ ਪ੍ਰੋਫੈਸਰ ਕਾਹਲੋਂ ਕਹਿੰਦੇ ਹੈ ਕਿ ਉਹਨਾਂ ਦਾ ਪਹਿਲਾ ਨਿਸ਼ਾਨਾ ਤਾਂ ਜਿਹੜੇ 3 ਖੇਤੀ ਕਾਨੂੰਨ ਵਾਪਸ ਕਰਾਉਣਾ ਹੈ, ਦੂਜਾ ਜਿਹੜਾ ਪਰਾਲੀ ਦਾ ਇਸ਼ੂ ਵੀ ਆ, ਜਿਹੜਾ ਬਿਜਲੀ ਵਾਲਾ ਸੋਧ ਬਿੱਲ ਹੈ ਉਹ ਵੀ ਮਸਲਾ ਹੈ, ਤੇ ਨਾਲ ਦੀ ਨਾਲ MSP ਦੇ ਉੱਤੇ ਜਿਹੜਾ ਗਰੰਟੀ ਕਾਨੂੰਨ ਹੈ, ਇਹੀ ਮੰਗਾਂ ਨੇ, ਇਹਦੇ ਉੱਤੇ ਕੇਂਦਰਿਤ ਹੈ ਸਾਰਾ ਕੁਝ। ਇਹੀ ਲੜਾਈ ਅਸਲ ਦੇ ਵਿੱਚ ਲੜਾਈ ਤਿਲਕਣੀ ਨਹੀਂ ਚਾਹੀਦੀ। ਇਸ ਗੱਲ ਲਈ ਸੰਯੁਕਤ ਕਿਸਾਨ ਮੋਰਚਾ ਵੀ ਬਿਲਕੁਲ ਸਪਸ਼ਟ ਹੈ ਤੇ ਜੋਗਿੰਦਰ ਅਗਰਾਹਾਂ ਵੀ ਸਪਸ਼ਟ ਹੈ। ਥੋੜੇ ਬਹੁਤ ਮਤਭੇਦ ਉਹਨਾਂ ਦੇ ਆਪਸੀ ਕੰਮ ਕਰਨ ਦੇ ਤਰੀਕੇ 'ਚ ਹੋ ਸਕਦੇ ਆ, ਕੰਮ ਕਰਨ ਦੀ ਜਿਹੜੀ ਕਾਰਜਸ਼ੈਲੀ ਆ ਥੋੜੀ ਵੱਖਰੀ ਹੋ ਸਕਦੀ ਹੈ ਜੋਗਿੰਦਰ ਅਗਰਾਹਾਂ ਦੀ, ਪਰ ਹੁਣ ਤੱਕ ਪਿਛਲੇ 5.5 ਮਹੀਨਿਆਂ ਤੱਕ ਜਦੋਂ ਤੋਂ ਦਿੱਲੀ ਬਾਰਡਰ ਤੇ ਬੈਠੇ ਆ ਉਦੋਂ ਤੱਕ ਲਗਭਗ ਤਾਲਮੇਲ ਦੇ ਨਾਲ ਹੀ ਉਹ ਚੱਲ ਰਹੇ ਆ। ਹਾਂ, ਇਹ ਜ਼ਰੂਰ ਹੈ ਕਿ ਜਿਹੜੀ ਇਹ ਕਿਸਾਨ ਮੂਵਮੈਂਟ ਹੈ ਇਹਨੇ ਪੰਜਾਬ ਦੀ ਪੋਲਿਟਿਕਸ ਨੂੰ ਪਹਿਲੇ ਦਿਨ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲੇ ਦਿਨ ਤੋਂ ਹੀ ਤੁਸੀਂ ਦੇਖ ਲਓ ਵੀ ਪੰਜਾਬ ਦਾ ਪੋਲੀਟੀਕਲ ਸੀਨ ਚੇਂਜ ਹੋ ਗਿਆ। ਪਹਿਲੇ ਦਿਨ ਤੋਂ ਹੀ ਕੈਪਟਨ ਅਮਰਿੰਦਰ ਨੂੰ, ਭਾਵੇਂ ਉਹ ਸਿਆਸੀ ਤੌਰ ਦੇ ਉੱਤੇ ਨਟੰਕੀ ਸਮਝਦਾ ਮੈਂ, ਉਹਨਾਂ ਨੂੰ ਜਾਣਾ ਤਾਂ ਪਿਆ ਨਾ ਵਿਧਾਨ ਸਭਾ ਦੇ ਵਿੱਚ, ਤੇ ਵਿਧਾਨ ਸਭਾ ਦੇ ਵਿੱਚ ਜਾ ਕੇ 3 ਜਿਹੜੇ ਖੇਤੀ ਕਾਨੂੰਨ ਹੈ ਕੇਂਦਰੀ, ਉਹਨਾਂ ਦਾ ਅਸਰ ਘੱਟ ਕਰਨ ਦੇ ਨਾਂ ਦੇ ਉੱਤੇ 3-4 ਆਪਣੇ ਨਵੇਂ ਬਿੱਲ ਲੈ ਕੇ ਆਉਣੇ ਪਏ ਮਜਬੂਰੀ 'ਚ। ਸਿਆਸੀ ਮਜਬੂਰੀ ਸੀ ਇਹ। ਸਿਆਸੀ ਮਜਬੂਰੀ ਹੈ ਕਿ ਪਟਿਆਲੇ ਦੇ ਵਿੱਚ ਜਿਹੜੇ ਟੀਚਰ ਜਾਂਦੇ ਨੇ, ਮੁਜ਼ਾਹਰੇ ਕਰਨ ਜਾਂਦੇ ਨੇ, ਉਹਨਾਂ ਤੇ ਰੋਜ਼ ਹੀ ਡਾਂਗ ਵੜਦੀ ਹੈ, ਪਰ ਕਿਸਾਨਾਂ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਟੱਚ ਤੱਕ ਨਹੀਂ ਕੀਤਾ ਗਿਆ ਹਾਲੇ ਤੱਕ। ਪਹਿਲੀ ਵਾਰ ਟਰੈਕਟਰ ਮਾਰਚ ਲੈ ਕੇ ਕਿਸਾਨ ਮੋਤੀ ਮਹਿਲ ਨੂੰ ਘੇਰਨ ਤੱਕ ਪਹੁੰਚ ਗਏ ਸੀ, ਪਰ ਉਹਨਾਂ ਤੇ ਕਿਸੇ ਕਿਸਮ ਦਾ ਕੋਈ ਪੁਲਿਸ ਦਾ ਐਕਸ਼ਨ ਨਹੀਂ ਕਰਵਾਇਆ ਗਿਆ। ਇਹ ਸਿਆਸੀ ਮਜਬੂਰੀ ਹੈ। ਜੇ ਉਹਨਾਂ ਦੇ ਵਿੱਚ 4 ਸਾਲ ਪਏ ਹੁੰਦੇ, ਹੁਣ ਤਾਂ 1 ਸਾਲ ਵੀ ਨਹੀਂ ਰਿਹਾ, 10 ਮਹੀਨੇ ਰਹਿ ਗਏ, ਪੰਜਾਬ ਦੀ ਇਲੈਕਸ਼ਨ 'ਚ 4 ਸਾਲ ਪਏ ਹੁੰਦੇ ਤਾਂ ਕਿਸਾਨ ਦਾ ਬਿਹੇਵ ਹੋਰ ਹੋਣਾ ਸੀ ਕਿਸਾਨ ਅੰਦੋਲਨ ਦੇ ਪ੍ਰਤੀ। ਇਸ ਗੱਲ ਨੂੰ ਸਮਝਣਾ ਚਾਹੀਦਾ। ਤੇ ਇਸੇ ਕਰਕੇ ਮੈਂ ਕਹਿ ਰਿਹਾ ਵੀ ਜਿਹੜੇ ਸਮੀਕਰਨ ਬਦਲੇ ਪਹਿਲੇ ਦਿਨ ਤੋਂ, ਅਕਾਲੀ ਦਲ BJP ਦਾ ਗਠਜੋੜ ਟੁੱਟਾ, ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੁਰਸੀ ਛੱਡਣੀ ਪਈ ਮਜਬੂਰੀ ਦੇ ਵਿੱਚ, ਮਜਬੂਰੀ 'ਚ ਹੈ। ਇਹ ਮਗਰਮੱਛ ਦੇ ਹੰਝੂ ਆ ਸਾਰਿਆਂ ਦੇ। ਕੋਈ ਵੀ ਜਿਹੜੀ ਮੁੱਖ ਧਾਰਾ ਆਪਣੇ ਆਪ ਨੂੰ ਕਹਿੰਦੀ ਹੈ ਸਿਆਸੀ ਧਿਰ, ਵੀ ਅਸੀਂ ਮੁੱਖ ਧਾਰਾ ਦੀ ਸਿਆਸੀ ਧਿਰ ਹੈ, ਉਹ ਕੋਈ ਵੀ ਧਿਰ ਨਹੀਂ ਚਾਹੁੰਦੀ ਕਿ ਕਿਸਾਨਾਂ ਦਾ ਅੰਦੋਲਨ ਸਫਲ ਹੋਵੇ। ਇਹ ਸਾਰੇ ਇਸ ਅੰਦੋਲਨ ਦੇ ਖਿਲਾਫ ਨੇ। ਸਿਰਫ ਵੋਟ ਪੋਲਿਟਿਕਸ ਕਰਕੇ ਜਿਹੜਾ ਆ ਇਹ ਵੱਖਰੇ ਵੱਖਰੇ ਕੋਈ ਨਾ ਕੋਈ ਚਿਹਰੇ ਇਹਨਾਂ ਦੇ ਦਿਖਾਈ ਦੇ ਰਹੇ ਆ। ਪਰ ਫਿਰ ਵਾਪਸ ਆਉਣਾ ਮੈਂ ਤੇ ਵੀ ਕਿਸਾਨਾਂ ਦੀ ਲੜਾਈ, ਖੇਤੀ ਕਾਨੂੰਨ ਵਾਪਸ ਕਰਾਉਣਾ, ਆਪਣੀਆਂ ਮੰਗਾਂ ਮਨਵਾਉਣਾ, ਪੋਲੀਟੀਕਲ ਪਾਰਟੀ ਬਣਾਉਣ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ। ਪਰ ਉਹਦੇ ਬਾਵਜੂਦ ਵੋਟ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ ਕਿਸਾਨ ਅੰਦੋਲਨ। ਵੋਟ ਏਦਾਂ ਪ੍ਰਭਾਵਿਤ ਕਰੇਗੀ, ਪੱਛਮੀ ਬੰਗਾਲ 'ਚ ਕਿੰਨਾ ਅਸਰ ਪਿਆ ਕਿੰਨਾ ਨਹੀਂ ਮੈਂ ਨਹੀਂ ਕਹਿ ਸਕਦਾ, 1-1.5% ਦਾ ਅਸਰ ਪਿਆ ਹੋ ਸਕਦਾ, ਪਰ ਪੰਜਾਬ ਦੇ ਵਿੱਚ ਤਾਂ ਮੁਕੰਮਲ ਅਸਰ ਪੈਣਾ ਹੈ। ਉਹਨਾਂ ਦੇ ਕਹਿਣ ਤੇ, ਕਿਸਾਨਾਂ ਦੇ ਆਗੂਆਂ ਦੇ ਕਹਿਣ ਤੇ, ਆਮ ਕਿਸਾਨ ਦੇ ਕਹਿਣ, ਜਿਹੜਾ ਕਾਮਨ ਵੋਟਰ ਹੈ, ਜਿਹੜਾ ਕਿਸਾਨ ਦੇ ਨਾਲ ਜੁੜਿਆ, ਆਮ ਬੰਦੇ ਨਾਲ ਜੁੜਿਆ, ਉਹ ਘੱਟੋ ਘੱਟ BJP ਨੂੰ, ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਵੋਟ ਨਹੀਂ ਕਰੇਗਾ। ਤੇ ਉਹਨਾਂ ਨੇ ਕਹਿਣਾ ਵੀ ਇਹੀ ਹੈ ਵੀ ਭਾਈ ਇਹਨਾਂ ਨੂੰ ਵੋਟ ਨਾ ਕਰੋ, ਹੋਰ ਜਿਹਨੂੰ ਮਰਜ਼ੀ ਪਾ ਲਓ, ਅਸੀਂ ਨਹੀਂ ਕਹਿੰਦੇ ਤੁਸੀਂ ਫਲਾਣੇ ਨੂੰ ਵੋਟ ਪਾਓ। ਇੱਥੋਂ ਤੱਕ ਦੀ ਪੋਲਿਟਿਕਸ ਕਿਸਾਨਾਂ ਦੀ ਹੈ, ਕੋਈ ਪਾਰਟੀ ਬਣਾਉਣ ਦੀ ਪੋਲਿਟਿਕਸ ਨਹੀਂ ਹੈ। ਇਹ ਵੀ ਜ਼ਰੂਰ ਹੈ, ਇੱਕ ਗੱਲ ਹੋਰ ਦੱਸਦਾ ਤੁਹਾਨੂੰ, ਇਹ ਨਹੀਂ ਕਿ ਇਹ ਕੋਈ ਗੈਰ ਸਿਆਸੀ ਲੋਕ ਨੇ, ਕਿਸਾਨ ਲੀਡਰਸ਼ਿਪ ਕੋਈ ਗੈਰ ਸਿਆਸੀ ਨਹੀਂ ਹੈ, ਇਹ ਸਾਰੇ ਸਿਆਸੀ ਲੋਕ ਨੇ। ਪਰ ਜਿਹੜੀ ਮੁੱਖ ਧਾਰਾ ਦੀ ਪੋਲਿਟਿਕਸ ਉਹਨੂੰ ਇਹਨਾਂ ਨੇ ਦੂਰ ਰੱਖਿਆ, ਉਹਦਾ ਕਾਰਨ ਸੀ ਵੀ ਨਹੀਂ ਤਾਂ ਹੁਣ ਤੱਕ ਇਹ ਅੰਦੋਲਨ ਅਗਵਾ ਹੋ ਜਾਣਾ ਸੀ। ਸਾਰੀਆਂ ਸਿਆਸੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਆ, ਕੋਈ ਨਾ ਕੋਈ ਪੋਲੀਟਿਕਲ ਐਫੀਲੀਏਸ਼ਨ ਹੈ, ਆਪਣੀ ਧਿਰ ਚੋਣਾਂ ਦੇ ਵਿੱਚ ਵੀ ਨਿਭਣਗੇ, ਪਰ ਕਿਸਾਨ ਅੰਦੋਲਨ ਦੇ ਨਾਂ ਤੇ ਨਹੀਂ ਨਿਭਣਗੇ। ਉਹ ਆਪਣੀ ਧਿਰ ਨਾਲ ਨਿਭਣਗੇ ਜ਼ਰੂਰ, ਪਰ ਕਿਸਾਨ ਅੰਦੋਲਨ ਨੂੰ ਨਹੀਂ ਵੇਚਣਗੇ ਜਿੱਦਾਂ ਬਾਕੀ ਲੋਕ ਕਰਦੇ ਰਹੇ। ਇਹ ਗੱਲਾਂ ਧਿਆਨ ਮੰਗ। ਦਸਾਲ ਸਾਹਿਬ, ਇੱਕ ਆਖਰੀ ਖਬਰ ਹੈ ਔਰ ਬੜੀ ਇੰਪੋਰਟੈਂਟ ਖਬਰ ਜਿਸ ਤੇ ਮੈਂ ਤੁਹਾਡੇ ਨਾਲ ਥੋੜੀ ਜਿਹੀ ਚਰਚਾ ਕਰਨੀ ਚਾਹੁੰਦਾ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਵਸੋਂ ਰੇਸ਼ੋ ਦੇ ਹਿਸਾਬ ਨਾਲ ਸਾਰੇ ਭਾਰਤ ਵਿੱਚ ਨਾਲੋਂ ਜ਼ਿਆਦਾ ਆ। ਕਿਹਾ ਜਾਂਦਾ ਹੈ ਕਿ 32 ਤੋਂ 34% ਦੇ ਕਰੀਬ ਦਲਿਤ ਭਾਈਚਾਰਾ ਜਿਹੜਾ ਦੁਆਬੇ 'ਚ ਜਿਹੜਾ ਗੜ੍ਹ ਉਹਦਾ ਮੰਨਿਆ ਜਾਂਦਾ, ਖਾਸ ਕਰਕੇ। ਵੈਸੇ ਤਾਂ ਸਕੈਟਰਡ ਹੈ ਸਾਰੇ ਪੰਜਾਬ ਵਿੱਚ ਹੀ ਦਲਿਤ ਭਾਈਚਾਰੇ ਦੀ ਹੋਂਦ ਹਰ ਕੰਸਟੀਚੁਐਂਸੀ 'ਚ ਹੈ। ਇਹਦੇ ਉੱਤੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦੀ ਨਜ਼ਰ ਹੈ। ਤੇ ਸਭ ਤੋਂ ਹਾਸੋਹੀਣੀ ਤੇ ਅਜੀਬ ਗੱਲ ਇਹ ਨਜ਼ਰ ਆ ਰਹੀ ਆ ਕਿ ਜਿਹੜੀ RSS ਦੀ ਪਾਲਿਸੀ ਆ, ਮਨੂਵਾਦੀ ਪਾਲਿਸੀ ਆ, ਉਹਦੇ ਵਿੱਚ ਜਿਹੜਾ ਸਮਾਜਿਕ ਤੌਰ ਤੇ
ਸ਼ੂਦਰ ਦੀ ਵੰਡ ਕੀਤੀ ਗਈ, ਦਲਿਤ ਕਿਹਾ ਗਿਆ, ਹਰੀਜਨ ਕਿਹਾ ਗਿਆ ਗਾਂਧੀ ਹੋਰਾਂ ਨੇ ਬਾਅਦ ਚ ਜਿਸ ਤਰੀਕੇ ਨਾਲ ਉਹਨਾਂ ਨੇ ਪਾੜ ਕੇ ਸਮਾਜ ਨੂੰ ਰੱਖਿਆ ਹੋਇਆ ਤੇ ਉੱਤੇ ਉਹ ਅਜੇ ਵੀ ਬੜੇ ਪੂਰੀ ਤਰ੍ਹਾਂ ਕੌਨਫੀਡੈਂਸ ਨਾਲ ਸਟ੍ਰਿਕਟਲੀ ਉਹਨੂੰ ਫਾਲੋ ਕਰਦੇ ਨੇ ਮੰਨੂ ਦੀ ਨੀਤੀ ਨੂੰ। ਤੇ ਉਹ ਜੇ ਉਹਨਾਂ ਦੀ ਦੁਸ਼ਮਣੀ ਵੇਖੀਏ ਤੇ ਸਭ ਤੋਂ ਪਹਿਲਾਂ ਜਿਹੜੀਆਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮ ਭਾਈਚਾਰਾ ਤੇ ਉਸ ਤੋਂ ਬਾਅਦ ਜੇ ਉਹਨਾਂ ਦੇ ਟਾਰਗੇਟ ਤੇ ਨੇ ਉਹ ਦਲਿਤ ਨੇ। ਪਰ ਜਿਹੜੀ ਵੋਟ ਰਾਜਨੀਤੀ 'ਚ ਦਲਿਤਾਂ ਨੂੰ ਭਰਮਾਉਣ ਦਾ ਕੰਮ ਸ਼ੁਰੂ ਕੀਤਾ ਉਹ ਸਭ ਤੋਂ ਪਹਿਲਾਂ ਬੀਜੇਪੀ ਨੇ ਕੀਤਾ, ਜਿਹਦੇ ਤੋਂ ਪ੍ਰਭਾਵਿਤ ਹੋ ਕੇ ਜਾਂ ਕਹਿ ਲਓ ਸ਼ਿਕਾਰ ਹੋ ਕੇ ਜਿਹੜੇ ਕੇਜਰੀਵਾਲ ਰੀ ਬੜੇ ਆਪਣੇ ਆਪ ਨੂੰ ਵਧੀਆ ਪੋਲੀਟੀਸ਼ੀਅਨ ਸਾਬਤ ਕਰਨ ਲਈ ਅੱਗੇ ਆਏ ਸੀਗੇ, ਉਹਨਾਂ ਨੇ ਪੰਜਾਬ ਵਿੱਚ ਜਦੋਂ ਖਹਿਰਾ ਸਾਹਿਬ ਨੂੰ ਹਟਾ ਕੇ ਚੀਮਾ ਨੂੰ ਲੈ ਕੇ ਆਂਦਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਦਲਿਤ ਭਾਈਚਾਰੇ ਨੂੰ ਅਸੀਂ ਜਗ੍ਹਾ ਦੇਣੀ ਚਾਹੁੰਦੇ ਆ। ਤੇ ਹੁਣ ਸੁਖਬੀਰ ਬਾਦਲ ਨੇ ਕਹਿਤਾ ਕਿ ਡਿਪਟੀ ਸੀਐਮ ਦਲਿਤ ਕਰਾਂਗੇ ਤੇ ਕਾਂਗਰਸ ਵਿੱਚ ਵੀ ਇਹਨੂੰ ਲੈ ਕੇ ਹਲਚਲ ਆ। ਇੱਕ ਮੀਟਿੰਗ ਹੋਈ ਦੱਸੀ ਜਾਂਦੀ ਆ, ਚੰਨੀ ਹੋਰਾਂ ਨੇ ਸੱਦੀ ਸੀ ਮੀਟਿੰਗ, ਜਿਹਦੇ ਵਿੱਚ 10 ਐਮਐਲਏ ਤੇ 2 ਮੰਤਰੀ ਜਿਹੜੇ ਆ ਉਹ ਸ਼ਾਮਲ ਹੋਏ ਆ ਤੇ ਇੱਕ ਨਵੀਂ ਤਰ੍ਹਾਂ ਦੀ ਪੋਲਿਟਿਕਸ ਦਲਿਤਾਂ ਦੇ ਹੱਕਾਂ ਦੀ ਗੱਲ ਕਰਨ ਦੀ ਕਾਂਗਰਸ ਵਿੱਚ ਵੀ ਛਿੜੀ ਹੋਈ ਆ। ਯਾਨੀ ਕਿ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਜਿਹੜਾ ਦਲਿਤ ਭਾਈਚਾਰਾ ਆ ਉਹਦੀ ਵੋਟ ਨੂੰ ਕਿਸੇ ਤਰ੍ਹਾਂ ਆਪਣੀ ਝੋਲੀ 'ਚ ਪਾਉਣ ਲਈ ਤਰਲੋ ਮੱਛੀ ਹੋ ਰਹੀਆਂ ਨੇ। ਇਹ ਜਿਹੜੀ ਸਿਆਸਤ ਚੱਲੀ ਆ ਪੰਜਾਬ ਦੇ ਵਿੱਚ ਕਿ ਹੋਰ ਵੰਡੀਆਂ ਪਾ ਕੇ ਜੱਟ ਵਰਸਸ ਦਲਿਤ, ਹਿੰਦੂ ਵਰਸਸ ਸਿੱਖ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਵੰਡੀਆਂ ਵੀ ਹੋ ਸਕਦੀਆਂ ਨੇ। ਅੱਗੇ ਜਾਤਾਂ ਗੋਤਾਂ ਤੇ ਧਰਮਾਂ ਦੇ ਨਾਂ ਤੇ ਸਭ ਕੁਝ ਹਿੰਦੁਸਤਾਨ 'ਚ ਹੋ ਰਿਹਾ ਤੇ ਪੰਜਾਬ ਇਹ ਤੋਂ ਕਿਸੇ ਹੱਦ ਤੱਕ ਬਚਿਆ ਹੋਇਆ ਸੀਗਾ। ਤੇ ਜਿਹੜੀ ਇਹ ਦਲਦਲ 'ਚ ਹੁਣ ਧੱਕਣ ਦੀ ਕੋਸ਼ਿਸ਼ ਸਾਰੀਆਂ ਹੀ ਪਾਰਟੀਆਂ, ਕੋਈ ਇੱਕ ਪਾਰਟੀ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਦੇ ਤੋਂ ਬਚੀ ਹੋਈ ਨਹੀਂ ਆ। ਇਹ ਕੀ ਪੋਲਿਟਿਕਸ ਹੈ ਤੇ ਇਹਦੇ ਕੀ ਸਿੱਟੇ ਨਿਕਲਣ ਦੀ ਸੰਭਾਵਨਾ ਹੈ? ਦੇਖੋ ਗਿੱਲ ਸਾਹਿਬ, ਗੱਲ ਇਹ ਆ, ਤੁਸੀਂ ਠੀਕ ਕਿਹਾ ਕਿ 32% ਦੇ ਨੇੜੇ ਤੇੜੇ ਜਿਹੜੀ ਵੋਟ ਸ਼ੇਅਰ ਜਿਹੜਾ ਜਿਹਨੂੰ ਅਸੀਂ ਦਲਿਤ ਭਾਈਚਾਰੇ ਦੀ ਵੋਟ ਕਹਿੰਦੇ ਆ। ਪਰ ਜੇ ਤੁਸੀਂ ਤੁਸੀਂ ਦੇਖਣਾ ਹੋਵੇ, ਇਹਦਾ ਇਤਿਹਾਸ ਦੇਖਣਾ ਹੋਵੇ ਇਸ ਵੋਟ ਦਾ, ਜੇ ਅਸੀਂ 32% ਵੋਟ ਦਾ ਜ਼ਿਕਰ ਵੀ ਕਰੀਏ ਤੇ ਵੋਟ ਦਾ ਵੱਡਾ ਹਿੱਸਾ ਕਿਸੇ ਵੇਲੇ ਕਾਂਗਰਸ ਪਾਰਟੀ ਕੋ ਹੁੰਦਾ ਸੀ। ਕਾਂਸ਼ੀ ਰਾਮ ਦੀ ਅਗਵਾਈ ਦੇ ਵਿੱਚ ਜਦੋਂ ਬਹੁਜਨ ਸਮਾਜ ਪਾਰਟੀ ਜਾਂ ਪਹਿਲਾਂ DS4 ਫਿਰ ਬਹੁਜਨ ਸਮਾਜ ਪਾਰਟੀ ਆਉਂਦੀ ਹੈ ਤਾਂ ਇੱਕ ਦੌਰ ਸੀ ਜਦੋਂ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਖਾਸ ਤੌਰ ਤੇ ਜਿੱਦਾਂ ਤੁਸੀਂ ਦੁਆਬੇ ਦਾ ਜ਼ਿਕਰ ਕੀਤਾ ਬਹੁਤ ਵੱਡਾ ਅਸਰ ਪਾਇਆ ਤੇ ਵੱਡਾ ਹਿੱਸਾ ਜਿਹੜਾ ਵੋਟ ਦਾ ਆ ਉਹ BSP ਲੈ ਕੇ ਖਿੱਚ ਕੇ। ਕਾਂਗਰਸ ਪਾਰਟੀ ਜਿਹੜੀ ਹੈ ਉਹਦਾ ਜਿਹੜਾ ਇੱਕ ਕਿਸਮ ਦਾ ਇੱਕ ਆਪਣਾ ਅਧਿਕਾਰ ਸਮਝਦੀ ਸੀ ਇਸ ਵੋਟ ਤੇ, ਉਹਨੂੰ ਵੋਟ ਬੈਂਕ ਦੇ ਤੌਰ ਤੇ ਲਿਆ ਜਾਂਦਾ ਸੀ ਵੀ ਇਹ ਵੋਟ ਬੈਂਕ ਸਾਡਾ ਹੈ। ਉਹ ਪਹਿਲੀ ਵਾਰ ਪੰਜਾਬ ਦੇ ਵਿੱਚ ਝਿੜਕਿਆ ਹੋ ਤੇ 9 ਸੀਟਾਂ ਤੁਹਾਨੂੰ ਯਾਦ ਹੋਣਾ ਕਿ ਬਹੁਜਨ ਸਮਾਜ ਪਾਰਟੀ ਨੇ ਉਦੋਂ ਜਿੱਤੀਆਂ ਸੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ। ਹਾਲੇ ਵੀ ਜਿਹੜਾ ਵੋਟ ਪਰਸੈਂਟ ਜਿਹੜਾ 32% ਆਪਾਂ ਕਹਿ ਰਹੇ ਉਹਦਾ ਵੱਡਾ ਹਿੱਸਾ ਜਿਹੜਾ ਆ ਉਹ 2 ਹਿੱਸਿਆਂ 'ਚ ਹੀ ਵੰਡਿਆ ਹੋਇਆ। ਉਹ 'ਚ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਹੈ। 50% ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ 50% ਕਿ 60% ਤੱਕ ਜਿਹੜਾ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹਦੇ ਕੋਲੇ ਵੋਟ ਸ਼ੇਅਰ ਹੈ। ਬਾਕੀ ਜਿਹੜਾ 40-42% ਵੋਟ ਸ਼ੇਅਰ ਬਚਦਾ ਹੈ ਉਹਦੇ ਤੇ ਵੱਖ-ਵੱਖ ਧਿਰਾਂ ਜਿਹੜੀਆਂ ਦਾਅਵਾ ਕਰ ਸਕਦੀਆਂ ਜਾਂ ਉਹਨੂੰ ਜਿਹੜਾ ਕਾਮਨ ਵੋਟਰ ਹੈ ਜਿਹੜਾ ਕਮਿਟਡ ਨਹੀਂ ਹੈ, ਜਿਹੜਾ ਦਲਿਤ ਭਾਈਚਾਰੇ ਦੇ ਵਿੱਚੋਂ ਵੀ ਜਿਹੜਾ ਪੱਕੇ ਤੌਰ ਤੇ ਕਾਂਗਰਸ ਨੂੰ ਵੋਟ ਨਹੀਂ ਕਰਦਾ, ਪੱਕੇ ਤੌਰ ਤੇ BSP ਨੂੰ ਵੋਟ ਨਹੀਂ ਕਰਦਾ, ਉਹਦਾ ਕੁਝ ਹਿੱਸਾ ਜਿਹੜਾ ਆ ਕਾਮਿਊਨਿਸਟਾਂ ਨੂੰ ਵੋਟ ਕਰਦਾ ਹੋ ਸਕਦਾ ਹੈ, ਕੁਝ ਅਕਾਲੀ ਦਲ ਨਾਲ ਜਿਹੜੀਆਂ ਮਾੜੀਆਂ ਮੋਟੀਆਂ ਜੁੜੀਆਂ ਹੋਈਆਂ ਉਹਨਾਂ ਗਰਜਾਂ ਜੁੜੀਆਂ ਹੁੰਦੀਆਂ। ਇਹ ਵੋਟਰ ਹੁੰਦੇ ਨੇ ਜਿਹੜੇ ਗਰਜਾਂ ਨਾਲ ਜੁੜੇ ਹੋਏ ਵੋਟਰ ਹੈ। ਇਸੇ ਕਰਕੇ ਜਦੋਂ ਅਸੀਂ ਵੋਟਾਂ ਦੇ ਵਿੱਚ ਗੱਲ ਕਰਦੇ ਹਾਂ ਵੀ ਵੋਟਾਂ ਵਿਕਦੀਆਂ ਜੀ, ਵੋਟਾਂ ਦੇ ਦੌਰਾਨ ਨਸ਼ਾ ਆਇਆ ਜੀ, ਪੈਸਾ ਵੰਡਿਆ ਜਾਂਦਾ, ਇਸ ਤਰ੍ਹਾਂ ਦੇ ਵੋਟ ਹੁੰਦੇ ਆ ਉਹ ਜਿਹੜੇ ਕਿਸੇ ਇੱਕ ਨਾਲ ਨਹੀਂ ਪੱਕੇ ਤੌਰ ਤੇ ਬੱਝੇ ਹੁੰਦੇ ਤੇ ਉਹਦੇ ਤੇ ਕੋਈ ਵੀ ਦਾਅਵਾ ਕਰ ਸਕਦਾ ਹੈ ਤੇ ਉਹਦੀ ਪੋਲਿਟਿਕਸ ਵੀ ਕੀਤੀ ਜਾ ਰਹੀ ਹੈ। ਉਹ ਪੋਲਿਟਿਕਸ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਤਾਂ ਪੰਜਾਬ 'ਚ ਸੂਟ ਨਹੀਂ ਕਰੇਗੀ। ਭਾਰਤੀ ਜਨਤਾ ਪਾਰਟੀ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਕਹਿ ਦੇਵੇ ਅਸੀਂ ਦਲਿਤ ਭਾਈਚਾਰੇ 'ਚੋਂ ਲੈ ਕੇ ਆਉਣਾ, ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪੈਂਦੀ। ਕਿਤੇ ਹੋ ਸਕਦਾ ਮਾੜੀ ਮੋਟੀ ਜਿਹੜੀ ਆ ਕੋਈ 1.5% ਪੈ ਜਾਂਦੀ ਹੋਊਗੀ, ਓਵਰਆਲ ਕੋਈ ਵੋਟ ਜਿਹੜੀ ਆ ਦਲਿਤਾਂ ਦੇ ਵਿੱਚ ਉਸ ਲੈਵਲ ਤੇ, ਕਿਉਂਕਿ ਇਹਦਾ ਵੋਟ ਦਾ ਆਧਾਰ ਵੀ ਬਹੁਤਾ ਪੇਂਡੂ ਆ। ਇਸ ਵੋਟ ਦਾ ਆਧਾਰ ਵੀ ਬਹੁਤਾ ਪੇਂਡੂ ਹੈ। ਵੈਸੇ ਸ਼ਹਿਰੀ ਕਲੋਨੀਆਂ ਦੇ ਵਿੱਚ ਵੀ ਇਹ ਭਾਈਚਾਰਾ ਹੈ ਪਰ ਉਹਦੇ ਬਾਵਜੂਦ ਬਹੁਤਾ ਪੇਂਡੂ ਆਧਾਰ ਹੈ ਤੇ ਪਿੰਡਾਂ ਦੇ ਵਿੱਚ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਕਿਤੇ ਨਹੀਂ ਦਿਖਾਈ ਦੇ ਰਹੀ। ਭਾਵੇਂ ਸ਼ਾਖਾਵਾਂ ਵਧਾ ਦਿੱਤੀਆਂ RSS ਨੇ, ਕਿਸੇ ਵੇਲੇ 200 ਸ਼ਾਖਾਵਾਂ ਲੱਗਦੀਆਂ ਸੀ ਪੰਜਾਬ ਦੇ ਵਿੱਚ, ਪਰ ਮਿਹਰਬਾਨੀ ਬਾਦਲਾਂ ਦੀ ਵੀ ਉਹਨਾਂ ਨੇ 1200 ਦੇ ਕਰੀਬ ਸ਼ਾਖਾਵਾਂ ਜਿਹੜੀਆਂ ਉਹਨਾਂ ਦੀ ਕਰਾਤੀਆਂ ਪੰਜਾਬ ਦੇ ਪਿੰਡਾਂ ਦੇ ਵਿੱਚ। ਪਰ ਪੰਜਾਬ ਦੇ ਵਿੱਚ 12,000 ਤੋਂ ਜ਼ਿਆਦਾ ਪਿੰਡ ਨੇ। ਸੋ ਪਿੰਡਾਂ ਵੱਲ ਮੂੰਹ ਕਰਨਾ ਭਾਰਤੀ ਜਨਤਾ ਪਾਰਟੀ ਲਈ ਉਦਾਂ ਹੀ ਔਖਾ ਹੈ
ਅੱਜ ਦੇ ਤਰੀਕ ਦੇ ਵਿੱਚ ਉਦਾਂ ਹੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਮਾਈਨਸ 'ਚ ਜਾ ਰਹੀ ਆ ਬਹੁਤ ਬੁਰੀ ਤਰ੍ਹਾਂ। ਪਾਰਟੀ ਨੂੰ ਤਾਂ ਛੱਡੋ, ਤੁਸੀਂ ਜਿਹੜੇ ਇਹਨਾਂ ਦਾ ਚਿਹਰਾ ਆ ਨਰਿੰਦਰ ਮੋਦੀ, ਉਹ ਪਿਛਲੇ ਸਾਲ ਜਦੋਂ ਕਰੋਨਾ ਸ਼ੁਰੂ ਹੋਇਆ, ਜਦੋਂ ਕਿਸਾਨ ਅੰਦੋਲਨ ਵੀ ਸ਼ੁਰੂ ਹੋਇਆ, ਉਦੋਂ -24 ਤੇ ਸੀ ਉਹਨਾਂ ਦੀ ਪੋਪੂਲੈਰਿਟੀ ਪੰਜਾਬ ਦੇ ਵਿੱਚ। ਸੋ ਇਸ ਕਰਕੇ ਬੀਜੇਪੀ, ਬਾਕੀ ਕਾਂਗਰਸ ਪਾਰਟੀ ਦੀ ਦਲਿਤ ਪੋਲਿਟਿਕਸ ਹਮੇਸ਼ਾ ਚੱਲਦੀ ਰਹੀ ਹੈ। ਸ਼ਮਸ਼ੇਰ ਸਿੰਘ ਦੂਲੋਂ ਹਾਲੇ ਵੀ ਕਈ ਵਾਰੀ ਆਪਣੀ ਵੱਖਰੀ ਸੁਰ ਅਲਾਪਦੇ ਰਹਿੰਦੇ ਆ। ਚਰਨਜੀਤ ਸਿੰਘ ਚੰਨੀ ਐਕਟਿਵ ਨੇ ਕਿਉਂਕਿ ਮੰਤਰੀ ਨੇ, ਉਹ ਕੋਸ਼ਿਸ਼ ਕਰਦੇ ਨੇ ਵੀ ਕੋਈ ਨਾ ਕੋਈ ਗੱਲ ਬਣਦੀ ਰਹੇ। ਕੈਪਟਨ ਅਮਰਿੰਦਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ। ਈਵਨ ਜਿਹੜਾ ਹੁਣ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਤੇ ਵੀ ਜਿਹੜੀ ਮੀਟਿੰਗ ਹੋਈ, ਉਹ 'ਚ ਵੀ ਚਰਨਜੀਤ ਸਿੰਘ ਚੰਨੀ ਸੀਗੇ। ਸੋ ਕਾਂਗਰਸ ਦੀ ਇਹ ਪੋਲਿਟਿਕਸ ਵੀ ਏਦਾਂ ਚੱਲਦੀ ਰਹਿਣੀ ਹੈ। ਪਰ ਬਾਕੀ ਲੋਕ ਜਿਹੜੇ ਨੇ ਉਹ ਕੋਈ ਬਹੁਤ ਵੱਡੀ ਹਾਸਲੀਅਤ ਚੋਂ ਕਰ ਲੈਣਗੇ, ਪਰ ਪੱਤਾ ਖੇਡਣ ਦੀ ਜ਼ਰੂਰ ਕੋਸ਼ਿਸ਼ ਹੈ। ਐਕਸਪਲਾਇਟ ਕਰਨਾ ਹੁੰਦਾ ਤੁਸੀਂ ਕਿਸੇ ਗੱਲ ਨੂੰ। ਦੂਜੀ ਗੱਲ ਜਿਹੜੀ ਵੱਡੀ ਆ ਵੀ ਚਰਨਜੀਤ ਸਿੰਘ ਚੰਨੀ ਕਿਹੜੇ ਦਲਿਤ ਨੇ, ਮੈਂ ਕਹਿੰਦਾ ਵੀ ਮਾਇਆਵਤੀ ਕਿਹੜੀ ਦਲਿਤ ਹੈ। ਇਹ ਲੋਕ ਦਲਿਤਾਂ ਦੇ ਨਾਂ ਤੇ ਰਾਜਨੀਤੀ ਕਰਦੇ। ਸ਼ਮਸ਼ੇਰ ਸਿੰਘ ਦੂਲੋਂ ਵੀ ਕਿਹੜਾ ਦਲਿਤ ਹੈ, ਜਿਨ੍ਹਾਂ ਨੇ ਆਰਥਿਕ ਤੌਰ ਦੇ ਉੱਤੇ ਇੰਨੀ ਤਰੱਕੀ ਕਰ ਲਈ ਹੋਵੇ। ਦਲਿਤ ਨੂੰ ਜਾਤ ਦੇ ਤੌਰ ਤੇ ਦੇਖਣ ਦੀ ਥਾਂ ਦੇ ਉੱਤੇ ਆਪਾਂ ਜਾਤ ਦੇ ਤੌਰ ਤੇ ਦੇਖ ਰਹੇ ਹਾਂ 32% ਦੀ ਜਿਹੜੀ ਆਪਾਂ ਗੱਲ ਕਰਦੇ ਹਾਂ। ਪਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਫੋਰਫਰੰਟ ਤੇ ਆ ਜਾਂਦੇ ਨੇ, ਵੱਡੀਆਂ ਕਹਿ ਲਓ ਅਹੁਦਿਆਂ ਤੇ ਪਹੁੰਚ ਜਾਂਦੇ ਨੇ, ਰਾਜਨੀਤੀ 'ਚ ਪਹੁੰਚ ਜਾਂਦੇ, ਉਹ ਫਿਰ ਦਲਿਤ ਨਹੀਂ ਰਹਿੰਦੇ, ਉਹ ਦਲਿਤ ਦੇ ਨਾਂ ਤੇ ਸਿਰਫ ਰਾਜਨੀਤੀ ਕਰਦੇ। ਪਰ ਦਸਾਂਝ ਸਾਹਿਬ, ਜਿਹੜਾ ਮੇਰਾ ਸਵਾਲ ਸੀਗਾ ਉਹਦਾ ਜਵਾਬ ਮੈਨੂੰ ਨਹੀਂ ਮਿਲਿਆ ਕਿ ਜਿਹੜੀ ਮਨੂਵਾਦੀ ਸੋਚ ਨੂੰ ਪਰਨਾਈ ਹੋਈ ਪਾਰਟੀ ਆ, ਉਹਦਾ ਨੈਤਿਕ ਤੌਰ ਤੇ ਇਹ ਕਲੇਮ ਕਰਨਾ ਹੀ ਕਿੰਨਾ ਹਾਸੋਹੀਣਾ ਤੇ ਕਿੰਨਾ ਅਟਪਟਾ ਹੈ ਕਿ ਜਿਹੜੀ ਦਲਿਤ ਵਿਰੋਧੀ ਸੁਰ ਹਰ ਵੇਲੇ ਰੱਖਦੀ ਆ ਤੇ ਦਲਿਤਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਆ, ਅਗਰ ਉਹਦੀ ਨਿਗਾਹ ਵੀ ਦਲਿਤ ਵੋਟ ਦੇ ਉੱਤੇ ਆ ਕਿਸੇ ਨਾ ਕਿਸੇ ਤਰ੍ਹਾਂ, ਤੇ ਇਹ ਆਪਸ ਚ ਮੇਲ ਖਾਣ ਦੀ ਗੱਲ ਨਹੀਂ ਹੈ। ਬੜਾ ਅਜੀਬ ਜਿਹਾ ਵਰਤਾਰਾ ਨਹੀਂ ਲੱਗਦਾ ਤੁਹਾਨੂੰ? ਨਹੀਂ ਦੇਖੋ, ਇਹ ਤਾਂ ਵੋਟ ਪੋਲਿਟਿਕਸ ਹੈ, ਉਹ ਤਾਂ ਕੁਝ ਵੀ ਕਰਨਗੇ। ਅੰਬੇਡਕਰ ਦੀ ਜਯੰਤੀ ਨਹੀਂ ਮਨਾਈ ਹੋਣੀ ਭਾਰਤੀ ਜਨਤਾ ਪਾਰਟੀ ਨੇ, ਅੰਬੇਡਕਰ ਕੀਤੀ ਪਈ ਸੀ, ਉਹ ਤਾਂ ਕਰਨਾ ਉਹਨਾਂ ਨੇ। ਉਹ ਤਾਂ ਸਾਡੇ ਭਗਤ ਸਿੰਘ ਨੂੰ, ਸਾਡੇ ਜਿਹੜਾ ਅਸੀਂ ਦਾਅਵਾ ਕਰਦੇ ਵੀ ਲੋਕਾਂ ਦਾ ਭਗਤ ਸਿੰਘ ਹੈ, ਉਹ ਤਾਂ ਭਗਤ ਸਿੰਘ ਨੂੰ ਵੀ ਯੂਜ਼ ਕਰਦੇ ਆ। ਉਹਨਾਂ ਨੂੰ ਤਾਂ ਸਿੰਬਲ ਚਾਹੀਦੇ ਆ, ਉਹ ਪੋਲਿਟਿਕਸ ਕਰਨਗੇ। ਉਹ ਤਾਂ ਕਹਿਣਗੇ ਅਸੀਂ ਸਭ, ਤੁਸੀਂ ਦੱਸੋ ਵੀ ਕੀ ਉਹ ਘੱਟ ਗਿਣਤੀਆਂ ਦੇ ਪੱਖ 'ਚ ਹੈ? ਪਰ ਉਹਨਾਂ ਨੇ ਆਪਣੀ ਜਥੇਬੰਦੀ ਬਣਾਈ ਹੈ ਨਾ ਸਿੱਖਾਂ ਦੇ ਵਿੱਚ, ਜਿਹਨੂੰ RSS ਹੀ ਕਿਹਾ ਜਾਂਦਾ, ਰਾਸ਼ਟਰੀ ਸਿੱਖ ਸੰਗਤ। ਸਿੱਖਾਂ ਨੂੰ ਤਾਂ ਹਰ ਵਕਤ ਸਮਝਦੇ ਨਹੀਂ ਨਾ ਜੀ। ਉਹ ਤਾਂ ਸਮਝਦੇ ਆ ਕਿ ਸਾਡਾ ਪਾਰਟੀ ਹੈ, ਸਾਡੀ ਰੱਖਿਆ ਲਈ ਬਣਾਈ ਹੋਈ ਇੱਕ ਫੌਜ ਆ, ਜੇ ਅਸੀਂ ਆਪਣੀ ਬੁੱਕਲ 'ਚ ਹੀ ਲੈਨੇ ਆ, ਉਹਨਾਂ ਨੂੰ ਵੱਖਰਾ ਧਰਮ ਦੇ ਮੰਨਦੇ ਨਹੀਂ ਨਾ ਜੀ ਉਹ। ਨਹੀਂ, ਦਲਿਤ ਭਾਈਚਾਰਾ ਵੀ ਵੱਡੇ ਪੱਧਰ ਤੇ ਹਿੰਦੂ ਧਰਮ ਨੂੰ ਰਿਪਰੈਜ਼ੈਂਟ ਕਰਦਾ। ਦਲਿਤਾਂ ਦੇ ਵਿੱਚ ਵੀ ਬਹੁਤਾ ਜਿਹੜਾ ਹਿੰਦੂ ਭਾਈਚਾਰਾ ਹੀ ਹੈ, ਮਤਲਬ ਨਹੀਂ। ਇਸ ਕਰਕੇ ਇਹਨੂੰ ਇਹ ਕਹਿਣਾ ਵੀ ਹਾਂ ਵੀ ਪਤਾ ਨਹੀਂ ਵੀ ਉਹ ਕੋਈ ਪਤਾ ਨਹੀਂ, ਅਸਲ ਦੇ ਵਿੱਚ ਉਹਨਾਂ ਦੀ ਗੇਮ ਹੈ, ਉਹ ਗੇਮ ਦਾ ਪਾਰਟ ਹੈ। ਕਿਤੇ ਵੀ ਉਹ ਪਾਪੂਲਿਜ਼ਮ ਦੀ ਗੇਮ ਬਣਾ ਕੇ ਇਸ ਤਰੀਕੇ ਦੇ ਨਾਲ ਹਰੇਕ ਇਲਾਕੇ ਦੇ ਵਿੱਚ, ਹਰੇਕ ਫਿਰਕੇ ਦੇ ਵਿੱਚ, ਹਰੇਕ ਭਾਈਚਾਰੇ ਦੇ ਵਿੱਚ ਉਹਨਾਂ ਨੇ ਕੁਝ ਨਾ ਕੁਝ ਤਾਂ ਆਪਣੇ ਬੰਦੇ ਪਾਉਣੇ ਹੁੰਦੇ ਆ। ਮਤਲਬ ਹੁਣ ਉਹਨਾਂ ਦੇ ਮੁਖਤਾਰ ਅਬਾਸ ਨਕਵੀ ਹੈ, ਹੁਣ ਮੁਸਲਿਮ ਭਾਈਚਾਰੇ ਦੇ ਵਿੱਚੋਂ ਆ, ਜਾਂ ਉਹ ਸ਼ਾਹਨਵਾਜ਼ ਹੈ। ਈਵਨ ਮੈਂ ਬੰਬੇ ਗਿਆ, ਜਿਹੜਾ ਝੋਪੜਪੱਟੀ ਵਾਲਾ ਇਲਾਕਾ ਜਿਹੜਾ ਆ, ਜਿਹਨੂੰ ਧਾਰਵੀ ਕਿਹਾ ਜਾਂਦਾ, ਉੱਥੇ ਮੈਂ ਦੇਖਿਆ ਉਹ ਦਲਿਤਾਂ ਦੇ ਬਹੁਤ ਸਾਰੇ ਉੱਥੇ ਇਲਾਕੇ ਆ। ਉੱਥੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਸੈੱਲ ਕੰਮ ਕਰ ਰਹੇ ਆ, ਯੂਨਿਟਸ ਕੰਮ ਕਰ ਰਹੇ ਆ। ਹਰ ਥਾਂ ਤੇ ਉਹਨਾਂ ਨੇ ਬੰਦੇ ਤਾਂ ਆਪਣੇ ਲਿਜਾਣੇ ਹੀ ਆ, ਤੇ ਉਹਨੂੰ ਪੋਲੀਟੀਸਾਈਜ਼ ਕਰਕੇ ਤੇ ਆਪਣੇ ਆਪ ਨੂੰ ਸਾਰਿਆਂ ਦਾ ਬਹੁਤ ਕਹਿ ਲਓ ਵੀ ਖੈਰ ਖੁਆਹ ਪੇਸ਼ ਕਰਕੇ ਵੋਟ ਪੋਲਿਟਿਕਸ ਤਾਂ ਉਹਨਾਂ ਨੇ ਕਰਨੀ ਹੈ, ਕਰਨਗੇ। ਉਹ ਅੰਬੇਡਕਰ ਨੂੰ ਵਰਤ ਕੇ ਮੈਂ ਗਿੱਲ ਸਾਹਿਬ ਇਹ ਕਹਿਣਾ ਚਾਹੁੰਦਾ ਆ, ਜਿਹੜਾ ਤੁਹਾਡਾ ਸਵਾਲ ਆ ਉਹ ਸੁਸ਼ੀਲ ਹੁਣਾਂ ਨੇ ਕਾਫੀ ਹੱਦ ਤੱਕ ਸਪਸ਼ਟ ਕਰਤਾ। ਤੁਸੀਂ ਮੈਨੂੰ ਇਹ ਦੱਸੋ, ਅੱਗੇ ਵੀ ਗੱਲ ਹੋਈ ਆ ਵੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਬੀਜੇਪੀ ਦਾ ਕੀ ਸਾਂਝਾ? ਉਹਨਾਂ ਦੀ ਵੋਟ ਪੋਲਿਟਿਕਸ ਹੀ ਆ ਨਾ, ਸੱਤਾ ਦੀ ਜਿਹੜੀ ਪ੍ਰਾਪਤੀ ਆ ਉਹੀ ਉਹਨਾਂ ਦਾ ਸਾਂਝ ਆ। ਸ਼੍ਰੋਮਣੀ ਅਕਾਲੀ ਦਲ ਰਾਜਾਂ ਲਈ ਵੱਧ ਅਧਿਕਾਰ ਮੰਗਣ ਵਾਲੀ ਪਾਰਟੀ ਆ, ਤੇ ਬੀਜੇਪੀ ਜਿਹੜੀ ਆ ਉਹ ਕੇਂਦਰਵਾਦੀ ਆ। ਤੇ ਜਦੋਂ ਮਾਇਆਵਤੀ ਨੇ ਬੀਜੇਪੀ ਨਾਲ ਸਮਝੌਤਾ ਕੀਤਾ ਸੀਗਾ ਕਿ ਅੱਧਾ ਟਾਈਮ ਅਸੀਂ ਮੁੱਖ ਮੰਤਰੀ ਰਹਿ ਲਾਂਗੇ, ਉਦੋਂ ਇਹਨਾਂ ਦੀ ਮਤਲਬ ਜਿਹੜੀ ਆ ਮਨੂਵਾਦੀ ਸੋਚ ਕਿਹੜੀ ਉਹਦੇ 'ਚ ਹੈ ਨਹੀਂ ਸੀਗੀ। ਇਹ ਇਹਨਾਂ ਦੀ ਯਾਨੀ ਜਿਹੜੇ ਪੋਲੀਟੀਕਲ ਗੇਮਸ ਹੈਗੇ ਆ, ਪੋਲੀਟੀਕਲ, ਇਹਨੂੰ ਅਸੀਂ ਮੌਕਾ ਪ੍ਰਸਤੀ ਵੀ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਦੀ ਕਿਤੇ ਕੋਈ ਕਮਿਟਮੈਂਟ, ਜਿੱਦਾਂ ਸੁਸ਼ੀਲ ਹੋਣਾ ਨੇ ਕਿਹਾ, ਉਹ ਦਲਿਤਾਂ ਨਾਲ ਤਾਂ ਹੈ ਨਹੀਂ ਗੀ। ਜਿਹੜੀ ਬੀਬੀ ਕਰੋੜਾਂ ਰੁਪਈਏ ਨਾਲ ਆਪਣਾ ਜਨਮ ਦਿਨ ਮਨਾਉਂਦੀ ਆ ਤੇ ਆਪਣੇ ਜੀਂਦੇ ਜੀ ਬੁੱਤ ਲਵਾਉਂਦੀ ਆ, ਹਾਥੀਆਂ ਪਾਰਕਾਂ ਦੇ ਵਿੱਚ ਹਾਥੀ ਲਵਾਉਂਦੀ ਆ, ਉਹ ਕਾਹਦੇ ਦਲਿਤ ਹੈਗੇ ਆ? ਇਹ ਤੇ ਅੱਗੇ ਵੀ ਗੱਲ ਕੀਤੀ ਆਪਾਂ ਕਈ ਵਾਰੀ ਕਿ VP ਸਿੰਘ ਨੇ ਕਹਿਤਾ ਸੀਗਾ ਕਿ ਇਹ ਜਿਹੜੀ ਕਰੀਮੀ ਲੇਅਰ ਆ ਨਾ, ਇਹਨੂੰ ਲਾਂਭੇ ਕਰੋ। ਇਹ ਬੜਾ ਉਹਦਾ ਤਰਕਸ਼ੀਲ ਨਤੀਜਾ ਸੀ, ਯਾਨੀ ਵਿਚਾਰ ਸੀਗਾ। ਤੇ ਉਹਦੇ ਤੇ ਕਿੰਨਾ ਰੌਲਾ ਪੈ ਗਿਆ ਸੀਗਾ। ਰੌਲਾ ਪਾਉਣ ਵਾਲੇ ਕੌਣ ਸੀਗੇ?
ਇਹੀ ਲੋਕ ਸੀਗੇ ਜਿਹੜੇ ਮੱਖਣ ਮਲਾਈ ਲਾ ਕੇ ਖਾ ਰਹੇ ਆ। ਸੋ ਮੈਂ ਇੰਨਾ ਕੀ ਕਹਿਣਾ ਸੀਗਾ ਜੀ। ਜੀ ਦਸਾਂਝ ਸਾਹਿਬ, ਕੋਈ ਐਸੀ ਖਬਰ ਜਿਹੜੀ ਆਪਾਂ ਅੱਜ ਮਿਸ ਕਰ ਗਏ ਹੋਈਏ ਤੇ ਕਰਨੀ ਜ਼ਰੂਰੀ ਤੁਸੀਂ ਸਮਝਦੇ ਹੋ, ਉਹ ਆਪਾਂ ਕਰ ਲਈਏ ਤੇ ਫਿਰ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਕਰੀਏ ਜੀ। ਕਾਫੀ ਗੱਲਾਂ ਆਪਾਂ ਕਰ ਲਈਆਂ ਤੇ ਪੋਲੀਟੀਕਲੀ ਮੈਨੂੰ ਲੱਗਦਾ ਕਿ ਲਾਸਟ ਹੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀ ਇੱਕ ਨਵੀਂ ਮੈਨੂੰ ਲੱਗਦਾ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ। ਉਹ ਹੈ ਕਿ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਨ ਹੈ ਤੇ ਉਹਦੇ ਤੱਕ ਜਿੱਦਾਂ ਅਪਰੋਚ ਕੀਤੀ ਹੈ 3 ਮੰਤਰੀਆਂ ਨੇ, ਕੈਪਟਨ ਅਮਰਿੰਦਰ ਦੇ ਹੱਕ ਦੇ ਵਿੱਚ ਸ਼ਾਮ ਸੁੰਦਰ ਅਰੋੜਾ, ਸਾਧੂ ਸਿੰਘ ਧਰਮਸੋਤ ਤੇ ਇੱਕ ਬ੍ਰਹਮਿੰਦਰਾ, ਉਹਨਾਂ ਨੇ ਇਦਾਂ ਦੀ ਗੱਲ ਕੀਤੀ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ। ਉਹਦੇ ਤੇ ਕੋਈ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਕੀ ਬਹੁਤ ਜ਼ਿਆਦਾ ਕਮਜ਼ੋਰ ਜਿਹਨੂੰ ਅਸੀਂ ਦੇਖ ਰਹੇ ਹਾਂ ਹਾਈ ਕਮਾਨ ਨੂੰ, ਕਾਂਗਰਸ ਪਾਰਟੀ ਨੂੰ, ਵੀ ਉਹ ਉਸ ਕਮਜ਼ੋਰੀ ਚੋਂ ਬਾਹਰ ਨਿਕਲ ਕੇ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਥਾਂ ਸਿਰ ਕਰਨ ਦੀ ਉਹ ਕੋਸ਼ਿਸ਼ ਕਰਦੇ ਆ ਜਾਂ ਨਹੀਂ ਕਰਦੇ ਆ, ਜਾਂ ਫਿਰ ਜਿੱਦਾਂ ਆਸਾਮ ਦੇ ਵਿੱਚ ਨੁਕਸਾਨ ਕਰਵਾਇਆ, ਪੰਜਾਬ ਦੇ ਵਿੱਚ ਵੀ ਨੁਕਸਾਨ ਲਾਜ਼ਮੀ ਤੌਰ ਤੇ ਕਾਂਗਰਸ ਪਾਰਟੀ ਦਾ ਫਿਰ ਹੋਏਗਾ। ਤੇ ਦੇਖਣਾ ਪਏਗਾ ਕਿ ਕੈਪਟਨ ਅਮਰਿੰਦਰ ਆਪਣਾ ਜਿਹੜਾ ਧੜਾ ਉਹਨੂੰ ਕਿੱਦਾਂ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ, ਕਿਉਂਕਿ ਪਹਿਲੀ ਵਾਰ ਕੈਪਟਨ ਅਮਰਿੰਦਰ ਦੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਣ ਤੋਂ ਬਾਅਦ ਪਹਿਲੀ ਵਾਰ ਹਾਈ ਕਮਾਨ ਕੋ ਕੈਪਟਨ ਦੇ ਪੱਖ ਦੇ ਵਿੱਚ ਕੋਈ ਗਿਆ। ਨਹੀਂ ਤਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਬੋਲ ਰਹੇ ਸੀ ਤੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ 'ਚ ਮੀਟਿੰਗ ਹੋਈ ਹੈ ਉਹ ਵੀ ਕਿਤੇ ਨਾ ਕਿਤੇ ਕੈਪਟਨ ਉੱਤੇ ਹੀ ਕ੍ਰਿਟੀਸਾਈਜ਼ ਹੋ ਰਹੇ ਸੀ। ਸੋ ਇਹ ਜਿਹੇ ਧੜੇ ਜਿਹੜੇ ਬਣ ਰਹੇ ਨੇ ਪੰਜਾਬ ਕਾਂਗਰਸ ਦੇ, ਇਹ ਕੀ ਗੋਲ ਖਿਲਾਉਣਗੇ ਆਉਂਦੇ ਦਿਨਾਂ 'ਚ, ਆਪਾਂ ਇੱਥੇ ਗੱਲਾਂ ਕਰਾਂਗੇ। ਮੈਨੂੰ ਲੱਗਦਾ ਦਸਾਂਝ ਸਾਹਿਬ ਆਪਾਂ ਗੱਲ ਕੀਤੀ ਸੀ ਕਿ ਹਾਈ ਕਮਾਂਡ ਜਿਹੜੀ ਸੋ ਕਾਲਡ ਹਾਈ ਕਾਰਡ, ਮੈਨੂੰ ਡਾਕਟਰ ਸ਼ਾਰਦਾ ਵਾਲਾ ਸ਼ਬਦ ਆ ਗਿਆ ਸੋ ਕਾਲਡ ਵਾਲਾ, ਉਹ ਵੀ 3 ਧੜੇ ਹੀ ਨੇ, ਤਿੰਨੇ ਮਾਂ ਪੁੱਤ ਤੇ ਉਹਨਾਂ ਦੀ ਬੇਟੀ ਇੱਕ ਧੜੇ ਨੂੰ ਸ਼ਹਿ ਦੇ ਰਹੇ ਨੇ। ਤੇ ਹਾਈ ਕਮਾਂਡ ਦੀ ਵਿਆਖਿਆ ਜੇ ਕਰਨੀ ਹੋਵੇ ਤੇ ਫਿਰ ਹਾਈ ਕਮਾਂਡ ਹੈ ਕਿਹੜੀ ਕਾਂਗਰਸ ਦੀ ਇਸ ਵੇਲੇ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਉਹ ਜੇ 3 ਧੜੇ ਜਿਹੜੇ ਆ ਦੇਖਣ ਨੂੰ 3 ਧੜੇ ਆ, ਪਰ ਮਾਂ ਪੁੱਤ ਧੀ ਹੈਗੇ ਤਾਂ ਉਹ ਇਕੱਠੇ ਹੀ ਆ, ਉਹ ਸਾਰੇ ਰਲ ਮਿਲ ਕੇ ਚੱਲਦੇ ਆ। ਕੀ ਉਹਨਾਂ ਦੀ ਨੀਤੀ ਆ, ਕੀ ਕਰਨਾ ਚਾਹੁੰਦੇ ਆ ਉਹ? 23 G23 ਜਿਹੜਾ ਇੱਕ ਗਰੁੱਪ ਬਣਿਆ ਗੁਲਾਮ ਨਬੀ ਆਜ਼ਾਦ ਵਾਲਾ, ਉਹਨਾਂ ਦਾ ਵੀ ਇੱਕ ਪ੍ਰੈਸ਼ਰ ਉੱਥੇ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਲਈ ਕੋਈ ਬਹੁਤਾ ਵਧੀਆ ਨਹੀਂ ਹੈ। ਵੱਖਰੀ ਗੱਲ ਹੈ ਕਿ ਸੰਜੇ ਰਾਉਤ ਨੇ ਪਰਸੋਂ ਇੱਕ ਬਿਆਨ ਜਾਰੀ ਕੀਤਾ ਵੀ ਜਦੋਂ ਮਮਤਾ ਬੈਨਰਜੀ ਦੀ ਗੱਲ ਹੋ ਰਹੀ ਸੀ ਤੇ ਉਹਨੇ ਇਹ ਕਿਹਾ ਵੀ ਜੇ ਭਾਰਤ ਦੇ ਵਿੱਚ UPA ਜਿਹੜਾ ਆ ਕਾਇਮ ਰਹਿੰਦਾ ਹੈ ਤੇ ਕਾਂਗਰਸ ਤੋਂ ਬਿਨਾਂ ਉਹਨੂੰ ਨਹੀਂ ਸੋਚਿਆ ਜਾ ਸਕਦਾ, ਕਿਉਂਕਿ ਨੈਸ਼ਨਲ ਪਾਰਟੀ ਉਹੀ ਹੈ। ਪਰ ਕਾਂਗਰਸ ਦੀ ਨੈਸ਼ਨਲ ਪਾਰਟੀ ਦੀ ਹੈਸੀਅਤ ਜਿਹੜੀ ਹੈ ਉਹ ਲਗਾਤਾਰ ਖੁਰਦੀ ਚਲੀ ਗਈ ਹੈ ਤੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਰਹੇਗਾ ਇੱਥੇ ਵੀ ਚਰਚਾ ਆਪਾਂ ਆਉਂਦੇ ਦਿਨਾਂ 'ਚ ਕਰਾਂਗੇ ਵੀ ਕੀ ਭਵਿੱਖ ਦੀ ਜਿਹੜੀ ਕੌਮੀ ਰਾਜਨੀਤੀ ਹੈ ਉਹਦੇ 'ਚ ਕਿਹੜੇ ਨਵੇਂ ਬਦਲਾਅ ਹੋ ਸਕਦੇ ਆ। ਖਾਸ ਤੌਰ ਦੇ ਉੱਤੇ 5 ਸੂਬਿਆਂ ਦੇ ਨਤੀਜੇ ਆਉਣ ਤੋਂ ਬਾਅਦ ਖੇਤਰੀ ਪਾਰਟੀਆਂ ਕਿਵੇਂ ਬਿਹੇਵ ਕਰ ਸਕਦੀਆਂ, ਸਾਂਝਾ ਕੋਈ ਫਰੰਟ ਕਿਵੇਂ ਬਣ ਸਕਦਾ। ਇਹ ਕਾਫੀ ਮਸਲੇ ਨੇ ਜਿਹੜੇ ਰੋਜ਼ ਆਪਾਂ ਇੱਕ ਕਰਕੇ ਵਿਚਾਰਦੇ ਹਾਂ। ਜੀ ਕਾਲੋ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ ਜਾਂ ਫਿਰ ਆਪਾਂ ਲਈਏ ਇਜਾਜ਼ਤ ਆਪਣੇ ਦਰਸ਼ਕਾਂ ਕੋਲੋਂ? ਜੀ ਮੈਂ ਤਾਂ ਦਸਾਂਝ ਸਾਹਿਬ ਨੂੰ ਇੰਡੋਰਸ ਹੀ ਕਰਦਾ ਹਾਂ ਬਈ ਭਾਰਤ ਦੇ ਵਿੱਚ ਹੁਣ ਜਿਹੜੇ ਨਤੀਜੇ ਆਏ ਆ ਇਹਨਾਂ ਚੋਂ ਘੱਟੋ ਘੱਟ ਜਿਹੜੀਆਂ 3 ਪਾਰਟੀਆਂ ਜਿੱਤੀਆਂ ਆ, ਮਤਲਬ ਆਪਾਂ 4 ਦਾ ਹੀ ਸਟੇਟਾਂ ਦਾ ਗਿਣ ਸਕਦੇ ਹਾਂ, 5ਵੀਂ ਤਾਂ ਨਿੱਕੀ ਜੀ ਇੱਕ ਪੂਛ ਜਿਹੀ ਸਟੇਟ ਦੀ। ਇਹਨਾਂ ਚੋਂ 3 ਜਣੇ ਜਿਹੜੇ ਹੈਗੇ ਆ ਇਹ ਤਾਂ ਹਾਮੀ ਹੈਗੇ ਆ ਫੈਡਰਲਿਜ਼ਮ ਦੇ। DMK ਹਮੇਸ਼ਾ ਫੈਡਰਲਿਜ਼ਮ ਲਈ ਖੜੀ ਆ ਔਰ ਮਮਤਾ ਨੇ ਹੁਣ ਮਮਤਾ ਦੇ ਮਗਰ ਜਿਹੜਾ ਜ਼ੋਰ ਲਾਇਆ ਗਿਆ ਹੈਗਾ ਉਹਦੇ 'ਚ ਜਿਹੜੀਆਂ ਫੈਡਰਲ ਪਾਰਟੀਆਂ ਹੈਗੀਆਂ, ਭਾਵੇਂ ਉਹਨਾਂ ਦਾ ਆਧਾਰ ਉੱਥੇ ਘੱਟ ਸੀਗਾ, ਜਿਨ੍ਹਾਂ ਦੇ ਵਿੱਚ ਸ਼ਿਵ ਸੈਨਾ ਵੀ ਸੀਗੀ, ਜਿਨ੍ਹਾਂ 'ਚ ਹੋਰ ਵੀ ਇਸ ਕਿਸਮ ਦੇ ਲੋਕ ਸੀਗੇ ਜਿਹੜੇ ਐਂਟੀ BJP ਸੀਗੇ, ਔਰ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਵੀ ਉੱਥੇ ਗਈ ਆ, ਉਹ ਵੀ ਇੱਕ ਕਿਸਮ ਦੇ ਫੈਡਰਲਿਜ਼ਮ ਦੇ ਹਮਾਇਤੀ ਆ। ਜਦੋਂ ਉਹ ਕਿਸਾਨੀ ਕਾਨੂੰਨਾਂ ਦੀ ਗੱਲ ਕਰਦੇ ਆ ਵੀ ਇਹ ਤਾਂ ਸੂਬਿਆਂ ਦਾ ਅਧਿਕਾਰ ਸੀਗਾ। ਸੋ ਇਹ ਕੁਦਰਤੀ ਗੱਲ ਆ ਬਿਲਕੁਲ, ਜਿੱਦਾਂ ਸੁਸ਼ੀਲ ਹੋਣਾ ਨੇ ਕਿਹਾ ਨਾ ਵੀ ਜਿਹੜੀ ਸਥਿਤੀ ਆ ਉਹ ਪੈਰ ਦੇ ਉੱਤੇ ਬਦਲ ਰਹੀ ਆ। ਜਿਹੜੀ ਇਹਨਾਂ 5 ਰਾਜਾਂ ਦੀ ਚੋਣ ਤੋਂ ਪਹਿਲਾਂ ਸਥਿਤੀ ਸੀਗੀ ਉਹ ਚੋਣ ਨਤੀਜੇ ਆਉਣ ਤੋਂ ਬਾਅਦ ਨਹੀਂ ਗੀ ਰਹੀ। ਕਿਸਾਨੀ ਅੰਦੋਲਨ ਤੋਂ ਪਹਿਲਾਂ ਜਿਹੜੀ ਸਥਿਤੀ ਸੀਗੀ ਨੈਸ਼ਨਲ ਪੋਲਿਟਿਕਸ ਦੀ ਉਹ ਨਹੀਂ ਰਹੀ। ਇਸ ਕਰਕੇ ਜਿਉਂ-ਜਿਉਂ ਤਬਦੀਲੀ ਹੁੰਦੀ ਜਾਏਗੀ ਅਸੀਂ ਆਪਣੀ ਸਮਝ ਦੇ ਮੁਤਾਬਕ ਉਹਨੂੰ ਆਬਜ਼ਰਵ ਕਰਦੇ ਰਵਾਂਗੇ ਤੇ ਆਪਣੇ ਇਸ ਚੈਨਲ ਤੋਂ ਦਰਸ਼ਕ ਜਿਹੜੇ ਹੈਗੇ ਆ ਸਾਡੇ ਉਹਨਾਂ ਨਾਲ ਸਾਂਝੇ ਕਰਦੇ ਰਵਾਂਗੇ। ਜੀ ਦਸਾਂਝ ਸਾਹਿਬ ਬਹੁਤ ਤੁਹਾਡਾ ਧੰਨਵਾਦ ਤੇ ਕਾਨੂੰ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। ਆਪਾਂ ਲੰਬਾ ਸਮਾਂ ਗੱਲਬਾਤ ਜਿਹੜੀ ਉਹ ਸਾਰੀ ਕਰ ਲਈ ਆ ਤੇ ਕੱਲ ਦੇ ਪ੍ਰੋਗਰਾਮ 'ਚ ਆਪਾਂ ਦੁਬਾਰਾ ਜੁੜਦੇ ਹਾਂ। ਕੁਝ ਨਵੀਆਂ ਖਬਰਾਂ, ਨਵੇਂ ਜਿਹੜੀਆਂ ਇਹਦੇ ਐਨਾਲਿਸਿਸ ਹੋਣਗੇ, ਖਬਰਾਂ ਦੇ ਪਿੱਛੇ ਚੱਲ ਕੀ ਰਿਹਾ ਉੱਤੇ ਆਪਾਂ ਸੁਸ਼ੀਲ ਹਰਾਂ ਕੋਲ ਜਾਣਕਾਰੀ ਲਵਾਂਗੇ ਤੇ ਕੁਝ ਖਬਰਾਂ ਆਪਾਂ ਇੱਥੇ ਆਪਣੇ ਮੁਲਕ ਕੈਨੇਡਾ ਦੀਆਂ ਵੀ ਕੱਲ ਵੀ ਸਾਂਝੀਆਂ ਕਰਾਂਗੇ। ਸੋ ਤੁਹਾਡਾ ਦੋਵਾਂ ਦਾ ਬਹੁਤ ਸ਼ੁਕਰੀਆ ਜੀ, ਧੰਨਵਾਦ ਤੇ ਆਪਣੇ
ਦਰਸ਼ਕਾਂ ਦਾ ਵੀ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ। ਕਾਲ ਤੁਹਾਡੀਆਂ ਆ ਰਹੀਆਂ ਸੀ, ਅਸੀਂ ਕੋਈ ਟੈਕਨੀਕਲੀ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕੇ, ਕਿਤੇ ਨਾ ਕਿਤੇ ਕੋਈ ਗਲਤੀ ਰਹਿ ਜਾਂਦੀ ਹੈ ਤੇ ਸਾਡੇ ਕੋਲ ਕਾਲ ਜਿਹੜੀ ਆ ਉਹ ਪਿਕ ਨਹੀਂ ਕੀਤੀਆਂ ਗਈਆਂ। ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹਨੂੰ ਇੰਪਰੂਵ ਕਰੀਏ ਔਰ ਆਉਣ ਵਾਲੇ ਦਿਨਾਂ 'ਚ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਆਪਣੇ ਨਾਲ ਆਪਾਂ ਜੋੜ ਸਕੀਏ ਤੇ ਹੋਰ ਜਿਹੜੀਆਂ ਗੱਲਾਂ ਨੇ, ਕੋਈ ਚੰਗੀਆਂ ਚੀਜ਼ਾਂ ਨੇ ਆਪਣੇ ਦਰਸ਼ਕਾਂ ਕੋਲੋਂ ਵੀ ਅਸੀਂ ਸਿੱਖ ਸਕੀਏ ਤੇ ਆਪਣੀ ਨੌਲੇਜ ਵਾਧਾ ਕਰ ਸਕੀਏ। ਗਿੱਲ ਸਾਹਿਬ ਬਹੁਤ-ਬਹੁਤ ਜਿਹੜੀ ਧੰਨਵਾਦ ਕਾਲ ਜੀ। ਆਈ ਸੀਗੀ ਨਾ, ਜੀ, ਗਿੱਲ ਜੀ। ਸਾਹਿਬ ਜਿਹੜੀ ਕਾਲ ਸੀਗੀ ਉਹ ਮੈਂ ਥੋੜਾ ਜਿਹਾ ਸੁਣਿਆ ਸੀਗਾ, ਉਹ ਸਰਦਾਰ ਰੇਸ਼ਮ ਸਿੰਘ ਢੀਂਡਸਾ ਕਰ ਰਹੇ ਸੀਗੇ। ਅੱਛਾ ਜੀ। ਉਹ ਸਾਡੇ ਪਹਿਲੇ ਕਾਲਰ ਬਣੇ ਆ, ਉਹ ਬਹੁਤ ਦਿਲਚਸਪੀ ਲੈਂਦੇ ਆ, ਮਤਲਬ ਆਪਣੀ ਜਿਹੜੇ ਕੰਟੈਂਪਰੇਰੀ ਸੀਨ ਆ ਨਾ, ਸੋ ਅਸੀਂ ਸਰਦਾਰ ਰੇਸ਼ਮ ਸਿੰਘ ਢੀਂਡਸਾ ਹੋਰਾਂ ਦਾ ਵੀ ਧੰਨਵਾਦ ਕਰਦੇ ਆ ਜੀ ਜੀ, ਅਸੀਂ ਬਹੁਤ ਸਾਡੇ ਧੰਨਵਾਦ ਚੈਨਲ ਕਰਦੇ ਨੂੰ ਜੀ ਪਹਿਲੀ ਢੀਂਡਸਾ ਗੱਲ ਸਾਹਿਬ ਉਹਨਾਂ ਦਾ, ਨੇ ਔਰ ਕੋਸ਼ਿਸ਼ ਕਰਦੇ ਹਾਂ ਕਿ ਜੀ ਸਾਡੀ ਗਲਤੀ ਹੈ ਜੀ, ਸਾਡੇ ਕੋਲ ਕਾਲ ਲਈ ਨਹੀਂ ਜਾ ਰਹੀ ਅਜੇ ਤੇ ਇਹਨੂੰ ਅਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਦੋ ਦਿਨਾਂ 'ਚ ਜਿਹੜੀ ਸਮੱਸਿਆ ਦਾ ਹੱਲ ਅਸੀਂ ਕਰ ਲਾਂਗੇ ਤੇ ਫਿਰ ਆਪਣੇ ਜਿਹੜੇ ਸਰੋਤੇ ਆ ਜਾਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਅਸੀਂ ਜੋੜਿਆ ਕਰਾਂਗੇ। ਕੁਝ ਇਦਾਂ ਦਾ ਵੀ ਯਤਨ ਕਰਾਂਗੇ ਕਿ ਜੇ ਇੰਡੀਆ ਤੋਂ ਕੋਈ ਬਹੁਤ ਅਰਲੀ ਹੁੰਦਾ ਇੰਡੀਆ ਪ੍ਰੋਗਰਾਮ ਕਿ ਸ਼ਸ਼ੀਰ ਰਾਂ ਦੇ ਨੰਬਰ ਤੇ ਕੋਈ ਸਾਨੂੰ ਜਾਂ ਜਿਹੜੇ ਫੇਸਬੁੱਕ ਤੇ ਜਾ ਕੇ ਮੈਸੇਜ ਆਇਆ ਕਰਨਗੇ ਉਹਨਾਂ ਨੂੰ ਵੀ ਨਾਲ ਦੀ ਨਾਲ ਆਪਾਂ ਜੋੜਿਆ ਕਰਾਂਗੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ। ਸ਼ੁਕਰੀਆ ਜੀ। Gracias.